ਸ਼ੇਰੀ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋਅ। ਅੱਜ ਦੇ ਇਸ ਸ਼ੋਅ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਕਹਿੰਦੀ ਹਾਂ। ਅੱਜ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਇੱਕ ਪਰਸਨਲ ਤਜਰਬਾ, ਨਿੱਜੀ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ। ਕੁਝ ਕੁ ਸਾਲ ਪੁਰਾਣੀ ਗੱਲ ਹੈ ਕਿ ਮੈਂ ਹੇਅਰ ਕੱਟ ਦੇ ਲਈ ਗਈ, ਹੇਅਰ ਕਲਰ ਦੇ ਲਈ ਗਈ। ਐਕਚੁਅਲੀ ਮੈਨੂੰ ਉੱਥੇ 5-6 ਘੰਟੇ ਦਾ ਜਾਂ ਸ਼ਾਇਦ ਵੱਧ ਦਾ ਸਮਾਂ ਲੱਗ ਗਿਆ। ਉਸੇ ਦੌਰਾਨ ਜਿਹੜਾ ਵਿਅਕਤੀ ਮੇਰੇ ਵਾਲ ਕਲਰ ਕਰ ਰਿਹਾ ਸੀ ਉਹ ਆਪਣੀ ਕਮਿਊਨਿਟੀ ਦੇ ਵਿੱਚੋਂ ਨਹੀਂ ਸੀ। ਉਹ ਕੋਈ ਗੋਰਾ ਵਿਅਕਤੀ ਸੀ, ਉਹ ਨੌਨ ਪੰਜਾਬੀ ਵਿਅਕਤੀ ਸੀ। ਕਾਫੀ ਦੇਰ ਉਹ ਮੇਰੇ ਨਾਲ ਅੰਗਰੇਜ਼ੀ ਦੇ ਵਿੱਚ ਗੱਲਾਂ ਕਰਦਾ ਰਿਹਾ ਵਿੱਚ ਕਿਉਂਕਿ ਇਹ ਲੰਬਾ ਪ੍ਰੋਸੀਜਰ ਸੀ। ਵਾਲਾਂ ਨੂੰ ਰੰਗਣ ਦਾ 5-6 ਘੰਟੇ ਦਾ ਸਮਾਂ ਬਹੁਤ ਨੋਰਮਲ ਸੀ। ਸੋ ਇੱਕ ਦੂਸਰੇ ਬਾਰੇ ਅਸੀਂ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਹਨੇ ਗੱਲਾਂ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਉਹਦਾ ਪਾਰਟਨਰ ਵੀ ਇੰਡੀਅਨ ਹੈ, ਪੰਜਾਬੀ ਹੈ ਅਤੇ ਹੋਰ ਕਾਫੀ ਡਿਟੇਲ 'ਚ ਗੱਲਾਂ ਕਰਦਾ ਗਿਆ। ਜਦੋਂ ਮੈਂ ਗੱਲਾਂ ਉਹ ਸੁਣ ਰਹੀ ਸੀ ਅਤੇ ਮੈਨੂੰ ਸਮਝ ਨਹੀਂ ਸੀ ਆ ਰਹੀ, ਜਿਸ ਵੇਲੇ ਉਹ ਪਾਰਟਨਰ ਸ਼ਬਦ ਇਸਤੇਮਾਲ ਕਰ ਰਿਹਾ ਹੈ, ਉਹ ਆਪਣੀ ਗਰਲਫਰੈਂਡ ਬਾਰੇ ਗੱਲ ਕਰ ਰਿਹਾ ਹੈ, ਉਹ ਆਪਣੀ ਵਾਈਫ ਬਾਰੇ ਗੱਲ ਕਰ ਰਿਹਾ ਹੈ, ਜਾਂ ਉਹ ਕੁਝ ਹੋਰ ਕਹਿਣਾ ਚਾਹੁੰਦਾ ਹੈ। ਅਖੀਰ ਤੱਕ ਪਹੁੰਚਦਿਆਂ ਮੈਂ ਇਹ ਨੋਟਿਸ ਕਰਨ ਦੀ ਟਰਾਈ ਕਰ ਰਹੀ ਸੀ ਕਿ ਕਿਤੇ ਉਹ ਸ਼ੀ ਹੀ ਸ਼ਬਦ ਦਾ ਇਸਤੇਮਾਲ ਕਰੂਗਾ। ਅਤੇ ਜਦ ਤੱਕ ਮੈਂ ਉੱਥੋਂ ਚੱਲੀ ਮੈਨੂੰ ਇਸ ਗੱਲ ਦੀ ਸਮਝ ਆ ਚੁੱਕੀ ਸੀ ਕਿ ਉਸ ਲੜਕੇ ਦਾ ਜਿਹੜਾ ਪਾਰਟਨਰ ਸੀ ਉਹ ਕੋਈ ਲੜਕਾ ਹੀ ਸੀ ਅਤੇ ਉਹ ਵੀ ਇੰਡੀਅਨ ਸੀ, ਪੰਜਾਬੀ ਸੀ। ਉਹਨੇ ਉਹਦਾ ਨਾਮ ਵੀ ਮੈਨੂੰ ਦੱਸਿਆ। ਮੇਰੇ ਮਨ ਦੇ ਵਿੱਚ ਬੜੀ ਉਤਸੁਕਤਾ ਪੈਦਾ ਹੋਈ। ਤੁਹਾਨੂੰ ਇਹ ਸ਼ਾਇਦ ਇਸ ਮੇਰੀਆਂ ਗੱਲਾਂ ਬਾਤਾਂ ਸੁਣ ਕੇ ਲੱਗੂਗਾ ਕਿ ਇੰਨੀ ਥੋੜ੍ਹੀ ਜਾਣਕਾਰੀ, ਇੰਨੀ ਘੱਟ ਜਾਣਕਾਰੀ, ਇੰਨੀ ਜ਼ਿਆਦਾ ਇਗਨੋਰੈਂਸ ਇਹ ਕਿਵੇਂ ਹੋ ਸਕਦੀ ਹੈ, ਪਰ ਸਾਡੀ ਸਾਰਿਆਂ ਦੇ ਵਿੱਚ ਹੋ ਸਕਦੀ ਹੈ। ਘਰ ਆ ਗਈ ਅਤੇ ਉਹਦੀਆਂ ਜਿਹੜੀਆਂ ਗੱਲਾਂ ਸੀ, ਕਿਉਂਕਿ ਕਈ ਘੰਟੇ ਹੋ ਗਏ ਸੀ ਮੇਰੇ ਨਾਲ ਉਹ ਗੱਲਾਂ ਚੱਲਦੀਆਂ ਰਹੀਆਂ, ਮੈਂ ਇੰਟਰਨੈੱਟ 'ਤੇ ਆ ਕੇ ਕੁਝ ਸਰਚ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੈਨੂੰ ਬੜੀ ਹੈਰਾਨੀ ਹੋਈ ਇਸ ਚੀਜ਼ ਦੀ ਕਿ ਵੀ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਲੋਕ ਸਾਡੇ ਆਲੇ ਦੁਆਲੇ, ਬਹੁਤ ਸਾਰੇ ਮਨੁੱਖ ਤੁਰੇ ਫਿਰਦੇ ਆ, ਸਾਨੂੰ ਉਹਨਾਂ ਬਾਰੇ ਪਤਾ ਹੀ ਨਹੀਂ ਹੈ। ਉਹਨਾਂ ਦੇ ਅੰਦਰ ਕੀ ਚੱਲਦਾ, ਉਹਨਾਂ ਦੇ ਮਨਾਂ ਦੇ ਵਿੱਚ ਕੀ ਚੱਲਦਾ, ਸਾਨੂੰ ਬਿਲਕੁਲ ਨਹੀਂ ਪਤਾ। ਮੇਰਾ ਦਿਲ ਕੀਤਾ ਉਹਨਾਂ ਦਿਨਾਂ ਦੇ ਵਿੱਚ ਮੈਂ ਦੂਸਰੇ ਰੇਡੀਓ ਸਟੇਸ਼ਨ 'ਤੇ ਟਾਕ ਸ਼ੋਜ਼ ਕਰਦੀ ਹੁੰਦੀ ਸੀ ਕਿ ਗੱਲ ਕੀਤੀ ਜਾਵੇ ਜਿਹੜਾ ਆਪਣੀ ਭਾਸ਼ਾ ਦੇ ਵਿੱਚ, ਪੰਜਾਬੀ ਦੇ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਬਾਤਾਂ ਸਾਂਝੀਆਂ ਕਰ ਸਕੇ। ਮੈਂ ਬਹੁਤ ਵੈਨਕੂਵਰ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ, ਜਿੰਨੀ ਕੁ ਵੀ ਮੈਂ ਕਾਮਯਾਬ ਹੋ ਸਕੀ। ਮੈਨੂੰ ਸਿਰਫ ਜੇ ਨਾਮ ਸਾਹਮਣੇ ਆਇਆ, ਐਲੈਕਸ ਸੰਘਾ ਉਹਨਾਂ ਦਾ ਨਾਮ ਸਾਹਮਣੇ ਆਇਆ, ਜਿਨ੍ਹਾਂ ਦੇ ਨਾਲ ਮੈਂ ਪਿਛਲੇ ਸਾਲ ਵੀ ਇਸ ਪ੍ਰੋਗਰਾਮ 'ਚ ਗੱਲਬਾਤ ਕੀਤੀ ਸੀ। ਪਰ ਮੈਂ ਚਾਹੁੰਦੀ ਸੀ ਕਿ ਵੀ ਹੋਰ ਲੋਕਾਂ ਬਾਰੇ ਵੀ ਮੈਨੂੰ ਪਤਾ ਲੱਗੇ ਤਾਂ ਕਿ ਆਪਣੇ ਲੋਕਾਂ ਦੇ ਵਿੱਚ ਇਹ ਗੱਲ ਸਾਂਝੀ ਕੀਤੀ ਜਾ ਸਕੇ। ਆਪਣੀ ਕੋਸ਼ਿਸ਼ ਦੇ ਦੌਰਾਨ ਮੈਨੂੰ ਇੰਗਲੈਂਡ ਤੋਂ ਇੱਕ ਲੜਕਾ ਮਿਲਿਆ। ਫਿਰ ਉਹਦੇ ਨਾਲ ਮੈਂ ਉਹ ਗੱਲਬਾਤ ਕੀਤੀ। ਸਾਰੀ ਗੱਲਬਾਤ ਕੀ ਸੀ ਕਿ ਮੇਰੇ ਲਈ, ਕਿਉਂਕਿ ਇਹ ਜਾਣਕਾਰੀ ਨਵੀਂ ਸੀ ਕਿ LGBTQ ਇਹ ਕਮਿਊਨਿਟੀ ਕੀ ਹੈ, ਕੀ ਮਨ ਦੇ ਵਿੱਚ ਉਹਨਾਂ ਦੀ ਗੱਲਬਾਤ ਚੱਲਦੀ ਹੈ, ਪਰਿਵਾਰਾਂ ਦੇ ਵਿੱਚ ਕੀ ਹੁੰਦਾ ਹੈ, ਉਹਨਾਂ ਦੇ ਆਪਣੇ ਤਜਰਬੇ ਕਿਹੋ ਜਿਹੇ ਹੁੰਦੇ ਆ। ਸੋ ਇਹ ਸਾਰੀਆਂ ਗੱਲਾਂ ਬਾਤਾਂ ਜਦੋਂ ਮੈਨੂੰ ਉਹ ਲੜਕਾ ਲੱਭਿਆ ਇੰਗਲੈਂਡ ਤੋਂ, ਉਹ ਵੀ ਮੈਂ ਕਿਤੇ ਆਪਣੀ ਪੰਜਾਬੀ ਕਮਿਊਨਿਟੀ ਦੇ ਕਿਸੇ ਰੇਡੀਓ ਸਟੇਸ਼ਨ 'ਤੇ ਜਾਂ ਕਿਸੇ TV ਸਟੇਸ਼ਨ 'ਤੇ ਉਹਦੀ ਗੱਲਬਾਤ ਨਹੀਂ ਸੁਣੀ ਸੀ। ਉਹ ਸਾਰੀ ਮੇਨ ਸਟਰੀਮ ਮੀਡੀਆ ਦੇ ਵਿੱਚ ਹੀ, ਅੰਗਰੇਜ਼ੀ ਮੀਡੀਆ ਦੇ ਵਿੱਚ ਹੀ ਉਹਨੇ ਗੱਲਾਂ ਬਾਤਾਂ ਕੀਤੀਆਂ ਹੋਈਆਂ ਸਨ ਅਤੇ ਉਹ ਬੜਾ ਖੁਸ਼ੀ ਦੇ ਨਾਲ ਮੇਰੇ ਨਾਲ ਗੱਲਬਾਤ ਕਰਨ ਲਈ ਸਹਿਮਤ ਹੋ ਗਿਆ। ਉਹਨੇ ਇਹ ਵੀ ਕਿਹਾ ਕਿ ਮੇਰੇ ਮੰਮੀ ਵੀ ਗੱਲ ਕਰ ਲੈਣਗੇ ਅਤੇ ਮੈਨੂੰ ਬਹੁਤ ਜ਼ਿਆਦਾ ਹੋਰ ਵੀ ਖੁਸ਼ੀ ਹੋਈ। ਉਹਨਾਂ ਦੇ ਮੰਮੀ ਦੇ ਨਾਲ ਵੀ ਗੱਲਬਾਤ ਕੀਤੀ। ਉਸ ਵੇਲੇ ਉਹ ਜਿਹੜੀ ਮੈਂ ਗੱਲਬਾਤ ਕੀਤੀ ਉਹ ਇੱਕ ਰਿਕਾਰਡਡ ਗੱਲਬਾਤ ਸੀ, ਕਿਉਂਕਿ ਮੈਨੂੰ ਵੀ ਇਸ ਗੱਲ ਦਾ ਵਿਸ਼ਵਾਸ ਨਹੀਂ ਸੀ ਕਿ ਮੇਰੀ ਜਿਹੜੇ ਸ਼ਬਦਾਂ ਦੀ ਚੋਣ ਹੋਏਗੀ ਕਿਹੋ ਜਿਹੀ ਹੋਏਗੀ, ਮੈਂ ਕਿਸੇ ਨੂੰ ਹਰਟ ਕਰ ਸਕਦੀ ਹਾਂ ਜਾਂ ਮੇਰੇ ਜਿਹੜੇ ਸ਼ਬਦ ਆ ਉਹ ਕਿਤੇ ਨਾ ਕਿਤੇ ਮਿਸਫਿਟ ਹੋ ਸਕਦੇ ਆ। ਪਰ ਉਸ ਪ੍ਰੋਗਰਾਮ ਦੇ ਅਖੀਰ ਤੱਕ ਪਹੁੰਚਦਿਆਂ ਮੈਨੂੰ ਬੜਾ ਚੰਗਾ ਮਹਿਸੂਸ ਹੋ ਰਿਹਾ ਸੀ। ਪਰ ਇੱਕ ਗੱਲ ਉਸ ਲੜਕੇ ਦੇ ਮੰਮੀ ਨੇ ਅਖੀਰ ਦੇ ਵਿੱਚ ਇਹੋ ਜਿਹੀ ਕਹੀ ਜਿਹਦੇ ਨਾਲ ਮੈਂ ਆਪਣੇ ਆਪ ਨੂੰ ਅੰਦਰੋਂ ਟੁੱਟੀ ਹੋਈ ਮਹਿਸੂਸ ਕੀਤਾ। ਉਹ ਗੱਲ ਕੀ ਸੀ ਉਹ ਮੈਂ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀ ਕਰੂੰਗੀ। ਪਰ ਅੱਜ ਇਹ ਸਾਰੀ ਕਹਾਣੀ ਸੁਣਾਉਣ ਦਾ ਮਕਸਦ ਇਹੀ ਹੈ ਕਿ ਜੇ ਅਸੀਂ LGBTQ+ ਕਮਿਊਨਿਟੀਜ਼ ਦੀ ਗੱਲ ਕਰਦੇ ਹਾਂ, ਅਸੀਂ ਆਪਣੀ ਜ਼ੁਬਾਨ 'ਚ ਕਿਉਂ ਨਹੀਂ ਕਰ ਸਕਦੇ? ਕੀ ਇਹ ਕਿਤੇ ਪਰਮਾਤਮਾ ਵੱਲੋਂ ਲਿਖ ਕੇ ਚੀਜ਼ ਆਈ ਹੋਈ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੈ, ਇਹ ਦੂਸਰੀਆਂ ਕਮਿਊਨਿਟੀਜ਼ ਦੇ ਲਈ ਹੈ? ਅਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਇਸੇ ਕਮਿਊਨਿਟੀ ਨੂੰ ਬਿਲੋਂਗ ਕਰਦੇ ਇੱਕ ਪਰਸਨ ਮੌਜੂਦ ਹੋਣਗੇ। ਸਭ ਤੋਂ ਪਹਿਲਾਂ ਮੈਂ ਇਹ ਡਿਸਕਲੇਮਰ ਦੇਣਾ ਚਾਹੁੰਦੀ ਹਾਂ
ਕਿ ਅੱਜ ਦਾ ਇਹ ਪ੍ਰੋਗਰਾਮ ਕਰਦੇ ਵੇਲੇ ਹੋ ਸਕਦਾ ਹੈ ਕਿ ਕਿਤੇ ਮੇਰੇ ਕੋਲੋਂ ਕੋਤਾਹੀ ਹੋ ਜਾਵੇ। ਮੇਰੀਆਂ ਜਿਹੜੀਆਂ ਗੱਲਾਂ ਬਾਤਾਂ ਆ ਉਹਨਾਂ ਦੇ ਲਈ ਮੈਨੂੰ ਐਕਸਪ੍ਰੈਸ ਕਰਨ ਦੇ ਲਈ ਸ਼ਾਇਦ ਸ਼ਬਦ ਨਾ ਲੱਭਣ, ਜਾਂ ਮੇਰੇ ਸ਼ਬਦਾਂ ਦੀ ਚੋਣ ਗਲਤ ਵੀ ਹੋ ਸਕਦੀ ਆ। ਉਸ ਦੇ ਲਈ ਮੈਂ ਐਡਵਾਂਸ ਦੇ ਵਿੱਚ ਤੁਹਾਡੇ ਕੋਲੋਂ ਮਾਫੀ ਮੰਗਦੀ ਹਾਂ। ਅਤੇ ਨਾਲ ਜਿਹੜੇ ਸਾਡੇ ਅੱਜ ਦੇ ਮਹਿਮਾਨ ਨੇ ਉਹਨਾਂ ਦੀ ਮਦਦ ਦੇ ਨਾਲ ਇਸ ਇਸ਼ੂ ਨੂੰ ਖੁੱਲ੍ਹ ਕੇ ਬਿਆਨਣ ਦੀ ਕੋਸ਼ਿਸ਼ ਕਰਦੇ ਹਾਂ। ਜੂਨ ਦਾ ਜਿਹੜਾ ਮਹੀਨਾ ਹੈ ਇਹਨੂੰ ਪ੍ਰਾਈਡ ਮੰਥ ਦੇ ਤੌਰ 'ਤੇ ਮਨਾਇਆ ਜਾ ਰਿਹਾ। US ਦੇ ਵਿੱਚ ਇਹਦੀ ਸ਼ੁਰੂਆਤ ਹੋਈ ਸੀ। ਮੇਰੇ ਨਾਲ ਇਸ ਵੇਲੇ ਜਿਹੜੇ ਮਹਿਮਾਨ ਨੇ ਮੈਂ ਸਵਾਗਤ ਕਰ ਰਹੀ ਹਾਂ ਪ੍ਰਿਆੰਸ਼ੂ ਬਹੁਤ ਬਹੁਤ ਜੀ ਆਇਆਂ ਨੂੰ। ਅਤੇ ਪ੍ਰਿਆੰਸ਼ੂ ਨੂੰ ਜੋਲਨ ਕੁਈਨ ਦੇ ਤੌਰ 'ਤੇ ਵੀ ਜਾਣਿਆ ਜਾਂਦਾ। ਅੱਜ ਮੈਂ ਤੁਹਾਨੂੰ ਪ੍ਰਿਆੰਸ਼ੂ ਕਹਿ ਕੇ ਹੀ ਸੰਬੋਧਿਤ ਕਰਾਂਗੀ। ਸਵਾਗਤ ਹੈ। ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਜੀ ਆਇਆਂ ਨੂੰ। ਥੈਂਕ ਯੂ ਜੀ। ਕਿੱਦਾਂ ਮਹਿਸੂਸ ਹੋ ਰਿਹਾ? ਬਹੁਤ ਵਧੀਆ ਲੱਗ ਰਿਹਾ ਹੈ ਕਿ ਅੱਜ ਮੈਨੂੰ ਫਾਈਨਲੀ ਆਪਦੇ ਕਮਿਊਨਿਟੀ ਦੇ ਲੋਕਾਂ ਦੇ ਨਾਲ ਗੱਲ ਕਰਨ ਦਾ ਮੌਕਾ ਮਿਲੇਗਾ, ਉਹਨਾਂ ਨੂੰ ਐਜੂਕੇਟ ਕਰਨ ਦਾ ਮੌਕਾ ਮਿਲੇਗਾ, ਸਪੈਸ਼ਲੀ ਇੱਕ ਇਹੋ ਜਿਹੇ ਟੌਪਿਕ ਦੇ ਬਾਰੇ ਜੋ ਆਪਣੀ ਕਮਿਊਨਿਟੀ ਦੇ ਵਿੱਚ ਚਾਰੇ ਪਾਸੇ ਹੈਗਾ ਪਰ ਲੋਕ ਉਹਨੂੰ ਨਜ਼ਰ ਅੰਦਾਜ਼ ਕਰ ਦਿੰਦੇ ਨੇ, ਰਾਈਟ। ਸੋ ਬਹੁਤ ਚੰਗਾ ਲੱਗ ਰਿਹਾ ਹੈ ਇੱਥੇ ਆ ਕੇ ਅੱਜ। ਮੈਂ ਤੁਹਾਨੂੰ ਕਈ ਮਹੀਨੇ ਪਹਿਲਾਂ ਸਪੌਟ ਕੀਤਾ ਸੀ ਇੰਸਟਾਗ੍ਰਾਮ 'ਤੇ, ਮੈਂ ਦੇਖਿਆ ਸੀ ਅਤੇ ਮੈਨੂੰ ਇਸ ਤਰ੍ਹਾਂ ਲੱਗਾ ਕਿ ਵੀ ਕੋਈ ਬਹੁਤ ਖੂਬਸੂਰਤ ਕੁੜੀ ਹੈ ਜਿਹੜੀ ਡਾਂਸ ਕਰ ਰਹੀ ਆ, ਅਤੇ ਉਹ ਪਰ ਪੰਜਾਬੀ ਗੀਤਾਂ 'ਤੇ ਕਰ ਰਹੀ ਆ। ਬਹੁਤ ਸਮਾਂ ਮੈਂ ਇਹੀ ਸਮਝਦੀ ਰਹੀ ਕਿ ਇਹ ਕੋਈ ਨੌਨ ਪੰਜਾਬੀ ਕੁੜੀ ਹੈ ਜਿਹੜੀ ਪੰਜਾਬੀ ਗੀਤਾਂ 'ਤੇ ਡਾਂਸ ਕਰਦੀ ਹੈ। ਇਸ ਕਰਕੇ ਮੈਂ ਬਹੁਤ ਸਾਰੇ ਤੁਹਾਡੇ ਵੀਡੀਓਜ਼ ਦੇਖੇ ਅਤੇ ਉਸ ਤੋਂ ਬਾਅਦ ਗੱਲ ਆਈ ਗਈ ਹੋ ਗਈ। ਪਰ ਹੁਣ ਰੀਸੈਂਟਲੀ ਮੈਨੂੰ ਮੌਕਾ ਮਿਲਿਆ ਕਿ ਤੁਹਾਡੇ ਨਾਲ ਮੈਂ ਕਨੈਕਟ ਕਰ ਸਕਾਂ। ਹਾਂਜੀ, ਸਾਡੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਇਸ ਪਲੈਟਫਾਰਮ ਦੇ ਜ਼ਰੀਏ ਅਸੀਂ ਆਪਣੀ ਕਮਿਊਨਿਟੀ ਨੂੰ ਜਿੱਥੇ ਵੀ ਕਿਤੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਨੇ ਆਪਾਂ ਆਪਣੀ ਭਾਸ਼ਾ ਦੇ ਵਿੱਚ ਗੱਲ ਕਰ ਰਹੇ ਹਾਂ। ਹਾਂਜੀ, ਬਹੁਤ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੂੰ ਮੈਂ ਸਮਝਾ ਸਕਾਂਗਾ ਬਹੁਤ ਚੰਗੇ ਤਰੀਕੇ ਦੇ ਨਾਲ ਆਪਣੀ ਭਾਸ਼ਾ ਦੇ ਅੰਦਰ। ਉਹਨਾਂ ਨੂੰ ਪਤਾ ਹੋਏਗਾ ਕਿ ਹਾਂ, ਜਦੋਂ ਅਸੀਂ ਇਹਨਾਂ ਲੋਕਾਂ ਨੂੰ ਅੱਗੇ ਮਿਲਣਾ ਹੈ ਜ਼ਿੰਦਗੀ ਦੇ ਵਿੱਚ ਤਾਂ ਅਸੀਂ ਉਹਨਾਂ ਨੂੰ ਕਿੱਦਾਂ ਟਰੀਟ ਕਰਨਾ ਹੈ, ਕਿਹੜੇ ਸ਼ਬਦ ਯੂਜ਼ ਕਰਨੇ ਨੇ। ਸੋ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ ਜਦੋਂ ਆਪਾਂ ਤੁਸੀਂ ਹੁਣ ਇਹ ਖੁੱਲ੍ਹ ਕੇ ਗੱਲ ਆਪਾਂ ਕਰ ਰਹੇ ਹਾਂ। ਹਾਂਜੀ, ਜੇ ਜੇ ਤੁਸੀਂ ਐਕਸਪਲੇਨ ਕਰਨਾ ਹੋਵੇ, ਜਦੋਂ ਤੁਸੀਂ LGBTQ+2 ਆਈ ਥਿੰਕ ਕਿਹਾ ਜਾਂਦਾ 2+ ਕਿਹਾ ਜਾਂਦਾ, ਇਹ ਜੇ ਥੋੜ੍ਹਾ ਜਿਹਾ ਐਕਸਪਲੇਨ ਕਰ ਸਕੋ ਸਾਡੇ ਸੁਣਨ ਵਾਲਿਆਂ ਦੇ ਲਈ। ਹਾਂਜੀ, ਸੋ ਪ੍ਰੋਪਰ ਟਰਮ ਜਿਹੜੀ ਇਹਦੀ ਹੈਗੀ ਹੈ ਇਸ ਵਕਤ ਉਹ ਹੈਗੀ ਹੈ LGBTQ2SIA+। 2SIA+। ਹਾਂਜੀ, ਸੋ L ਇਜ਼ ਫॉर ਲੈਸਬੀਅਨ। ਲੈਸਬੀਅਨਸ ਹੁੰਦੀਆਂ ਨੇ ਜੀ ਜਿਹੜੀਆਂ ਦੋ ਔਰਤਾਂ ਇੱਕ ਦੂਸਰੇ ਨੂੰ ਪਿਆਰ ਮੁਹੱਬਤ ਕਰਦੀਆਂ ਨੇ, ਇੱਕ ਦੂਸਰੇ ਨਾਲ ਵਿਆਹ ਕਰਵਾਉਣਾ ਚਾਹੁੰਦੀਆਂ ਨੇ, ਉਹਨਾਂ ਨੂੰ ਆਪਾਂ ਲੈਸਬੀਅਨਸ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਆ ਜਾਂਦਾ ਜੀ I am the G in LGBT, ਗੇ। ਹਾਂਜੀ, ਜਿਹੜਾ ਇੱਕ ਲੜਕਾ ਦੂਸਰੇ ਲੜਕੇ ਨੂੰ ਪਸੰਦ ਕਰਦਾ ਉਹਨਾਂ ਨੂੰ ਗੇ ਕਹਿ ਦਿੰਦੇ ਨੇ। ਬੀ ਹੁੰਦਾ ਬਾਇਸੈਕਸ਼ੂਅਲ, ਜੋ ਦੋਹੇ ਜੈਂਡਰਸ ਨੂੰ ਪਸੰਦ ਕਰਦਾ, ਲੜਕੇ ਵੀ ਤੇ ਲੜਕੀਆਂ ਵੀ ਜੀ। LGBT, T ਇਜ਼ ਟਰਾਂਸਜੈਂਡਰ ਜੀ, ਜੋ ਇਨਸਾਨ ਆਪਣੇ ਬਰਥ ਦੇ ਜੈਂਡਰ ਦੇ ਨਾਲ ਖੁਸ਼ ਨਹੀਂ ਹੈ ਅਤੇ ਉਹ ਆਪਣਾ ਜੈਂਡਰ ਚੇਂਜ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਅਸੀਂ ਟਰਾਂਸਜੈਂਡਰ ਕਹਿੰਦੇ ਹਾਂ। LGBTQ ਹੁੰਦੀ ਹੈ ਜੀ ਕੁਈਰ ਟਰਮ। ਉਹ ਇੱਕ ਕਲੈਕਟਿਵ ਟਰਮ ਹੈ ਜਿਹੜੀ ਅਸੀਂ ਯੂਜ਼ ਕਰਦੇ ਹਾਂ ਇਹਨਾਂ ਸਾਰੇ ਲੋਕਾਂ ਨੂੰ ਇੱਕ ਅੰਬਰੇਲਾ ਦੇ ਅੰਦਰ ਲੈ ਕੇ ਆਉਣ ਦੇ ਲਈ। ਸੋ ਜੇ ਆਪਾਂ ਕਹਿ ਦਈਏ ਕਿ ਇੱਕ ਟਰਾਂਸ, ਇੱਕ ਬਾਏ, ਇੱਕ ਗੇ ਅਤੇ ਇੱਕ ਲੈਸਬੀਅਨ ਚਾਰੇ ਜਾਣੇ ਇਕੱਠੇ ਖੜੇ ਨੇ ਤਾਂ ਅਸੀਂ ਉਹਨਾਂ ਨੂੰ ਕਹਿ ਦਾਂਗੇ ਕਿ 4 ਕੁਈਰ ਪੀਪਲ ਆਰ ਹੇਅਰ। ਅੱਛਾ, ਪੰਜਾਬੀ ਦੇ ਵਿੱਚ ਕੋਈ ਸ਼ਬਦ ਨਹੀਂ ਇਹਦੇ ਲਈ? ਪੰਜਾਬੀ ਦੇ ਵਿੱਚ ਇਹਦਾ ਬਿਲਕੁਲ ਵੀ ਜ਼ਿਕਰ ਨਹੀਂ ਹੈ ਜੀ, ਕਿਉਂਕਿ ਆਪਣੀ ਕਮਿਊਨਿਟੀ ਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ ਕਹਿ ਦਿਓ। ਬਟ ਉਹਦਾ ਇੱਕ ਸਭ ਤੋਂ ਵੱਡਾ ਜਿਹੜਾ ਮੇਨ ਰੀਜ਼ਨ ਹੈ ਉਹ ਕੋਲੋਨਾਈਜੇਸ਼ਨ ਹੈ। ਜਦੋਂ ਗੋਰੇ ਆਏ ਇੰਡੀਆ ਦੇ ਵਿੱਚ, ਜਦੋਂ ਗੋਰੇ ਆਏ ਪੰਜਾਬ ਦੇ ਵਿੱਚ, ਉਹਨਾਂ ਨੇ ਇਹ ਲਾਅ ਲੈ ਕੇ ਆਂਦਾ ਕਿ ਹਾਂਜੀ ਹੋਮੋਸੈਕਸ਼ੁਅਲਿਟੀ ਇਲੀਗਲ ਐਕਟ ਹੈ। ਇਲੀਗਲ? ਹਾਂਜੀ। ਉਸ ਤੋਂ ਪਹਿਲਾਂ ਆਪਣੇ ਪੰਜਾਬੀ ਜਾਂ ਭਾਰਤੀ ਸੱਭਿਆਚਾਰ ਦੇ ਵਿੱਚ ਅਕਸਰ ਆਪਾਂ ਦੇਖ ਸਕਦੇ ਸੀ ਕਿ ਜਿਹੜੇ ਨਾਚ ਗਾਣਾ ਕਰ ਰਹੇ ਲੋਕ ਹੁੰਦੇ ਸੀ ਰਾਜੇ ਮਹਾਰਾਜਿਆਂ ਦੇ ਦਰਬਾਰਾਂ ਦੇ ਵਿੱਚ, ਉਹ ਅਕਸਰ ਇਸੇ ਕਮਿਊਨਿਟੀ ਨੂੰ ਹੀ ਬਿਲੋਂਗ ਕਰਦੇ ਸੀ। ਇਹ ਤਾਂ ਜਦੋਂ ਗੋਰੇ ਆਏ ਉਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਕੁਛ ਚੇਂਜ ਕੀਤਾ, ਉਹਨਾਂ ਨੇ ਭਾਰਤ ਦੇ ਵਿੱਚ ਬਹੁਤ ਕੁਛ ਚੇਂਜ ਕੀਤਾ, ਅਤੇ ਇੱਕ ਇਹ ਵੀ ਉਹੀ ਚੀਜ਼ ਸੀ ਜਿਹੜੀ ਉਹਨਾਂ ਨੇ ਬਦਲਤੀ। ਪੰਜਾਬ ਅਤੇ ਭਾਰਤ ਬਹੁਤ ਪ੍ਰੋਗਰੈਸਿਵ ਸੀ, ਬਹੁਤ ਓਪਨ ਮਾਈਂਡਡ ਸੀ ਪਹਿਲਾਂ, ਗੋਰਿਆਂ ਦੇ ਆਉਣ ਤੋਂ ਪਹਿਲਾਂ। ਇਹ ਗੋਰੇ ਸੀ ਜਿਹੜੇ ਆਪਦੇ ਲਾਜ਼ ਲੈ ਕੇ ਇੰਡੀਆ ਦੇ ਵਿੱਚ ਆਏ ਅਤੇ ਇਹਨਾਂ ਨੇ ਕਿਹਾ ਕਿ ਹਾਂਜੀ ਆ ਵੀ ਨਹੀਂ ਠੀਕ, ਆ ਵੀ ਨਹੀਂ ਠੀਕ, ਅਤੇ ਆਪਣੇ ਲੋਕ ਕਹਿੰਦੇ ਹਾਂਜੀ ਗੋਰਿਆਂ ਨੇ ਕਿਹਾ ਮੰਨਾਂਗੇ। ਅਤੇ ਆਪਾਂ ਅੱਗੇ ਕਰ ਰਹੇ ਸੀ, ਐਕਸਪੈਂਡ ਕਰ ਰਹੇ ਸੀ, ਇਹ ਤਾਂ ਕੁਈਰ ਦੀ ਗੱਲ ਕੀਤੀ ਤੁਸੀਂ। ਉਸ ਤੋਂ ਬਾਅਦ LGBTQ2SI, ਟੂ ਸਪਿਰਿਟ ਇੰਡੀਜਨਸ। ਆਪਾਂ ਇਸ ਵਕਤ ਬੈਠੇ ਹਾਂ ਜੀ ਟ੍ਰੈਡੀਸ਼ਨਲ ਟੈਰੀਟਰੀ ਆਫ ਮਾਸਕੋਇਮ, ਸquamish ਐਂਡ ਸਲੇਵਰਤੂਥ ਫਰਸਟ ਨੇਸ਼ਨ।
ਜਿਹਨੂੰ ਆਪਾਂ ਵੈਂਕੂਵਰ ਵੀ ਕਹਿ ਦਿੰਦੇ ਹਾਂ, ਇਹ ਫਰਸਟ ਨੇਸ਼ਨ ਲੋਕਾਂ ਦਾ ਲੈਂਡ ਹੈ। ਉਹਨਾਂ ਦੇ ਕਲਚਰ ਦੇ ਵਿੱਚ ਇਸ ਚੀਜ਼ ਨੂੰ ਟੂ ਸਪਿਰਿਟ ਦਾ ਨਾਮ ਦਿੱਤਾ ਜਾਂਦਾ ਹੈ ਕਿ ਇਹਨਾਂ ਲੋਕਾਂ ਦੇ ਅੰਦਰ 2 ਸਪਿਰਿਟਸ ਨੇ। ਅੱਛਾ। ਉਹਨਾਂ ਦੇ ਕਲਚਰ ਦੇ ਵਿੱਚ ਇਸ ਚੀਜ਼ ਨੂੰ ਬਹੁਤ ਹੀ ਰਿਸਪੈਕਟ ਦੇ ਨਾਲ ਮੰਨਿਆ ਜਾਂਦਾ ਹੈ ਕਿ ਹਾਂਜੀ, ਉਹਨਾਂ ਦੇ ਕਲਚਰ ਦੇ ਵਿੱਚ ਆਈ ਥਿੰਕ ਹੋ ਸਕਦਾ ਮੈਂ ਗਲਤ ਹੋਵਾਂ, ਪਰ ਜਿੰਨੀ ਕੁ ਮੈਨੂੰ ਨੌਲੇਜ ਹੈ ਕਿ ਜਦੋਂ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਸੀ ਤਾਂ ਉਹ ਅਕਸਰ ਇਹਨਾਂ ਲੋਕਾਂ ਕੋਲੇ ਜਾਂਦੇ ਸੀ, ਕਿਉਂਕਿ ਇਹਨਾਂ ਦੇ 2 ਸਪਿਰਿਟ ਨੇ ਤਾਂ ਉਹ ਆਪਾਂ ਨੂੰ ਹੈਲਪ ਕਰ ਸਕਦੇ ਨੇ। ਉਹਨਾਂ ਦੇ 2 ਤਰ੍ਹਾਂ ਦੇ ਪੁਆਇੰਟ ਆਫ ਵਿਊ ਨੇ, ਤਾਂ ਉਹਨਾਂ ਦੇ ਕਮਿਊਨਿਟੀ ਦੇ ਵਿੱਚ, ਉਹਨਾਂ ਦੇ ਕਲਚਰ ਦੇ ਵਿੱਚ ਇਸ ਤਰ੍ਹਾਂ ਇਸ ਸ਼ਬਦ ਨੂੰ ਯੂਜ਼ ਕੀਤਾ ਜਾਂਦਾ ਹੈ, ਟੂ ਸਪਿਰਿਟ ਇੰਡੀਜਨਸ। ਉਸ ਤੋਂ ਬਾਅਦ ਆਉਂਦਾ ਜੀ ਸ਼ਬਦ ਇਹ ਹੁੰਦਾ ਏਸੈਕਸ਼ੂਅਲ। ਏਸੈਕਸ਼ੂਅਲ ਦਾ ਮਤਲਬ ਹੁੰਦਾ ਕਿ ਉਸ ਇਨਸਾਨ ਦੇ ਵਿੱਚ ਕੋਈ ਸੈਕਸ਼ੂਅਲ ਭਾਵਨਾਵਾਂ ਨਹੀਂ ਹੈਗੀਆਂ। ਓਕੇ, ਨਿਊਟਰਲ ਇੱਕਦਮ। ਹਾਂਜੀ, ਨਿਊਟਰਲ ਨੇ ਉਹ। ਫੋਰ ਐਗਜ਼ਾਮਪਲ ਆਪਣੇ ਕਹਿ ਲਓ ਪੇੜ ਪੌਦੇ, ਰਾਈਟ, ਉਹਨਾਂ ਦੇ ਵਿੱਚ ਭਾਵਨਾਵਾਂ ਨਹੀਂ ਹੈਗੀਆਂ, ਪਰ ਉਹ ਫਿਰ ਵੀ ਰਿਪਰੋਡਿਊਸ ਕਰਦੇ ਨੇ। ਸਮਝਦੇ ਹੋ? ਜੇ ਤੁਸੀਂ ਕਹਿੰਦੇ ਹੋ ਕਿ ਨੇਚਰ ਦੇ ਵਿੱਚ ਇਹ ਚੀਜ਼ ਐਗਜ਼ਿਸਟ ਨਹੀਂ ਕਰਦੀ, ਤਾਂ ਦੇਖੋ ਇੱਕ ਫੁੱਲ ਦੇ ਵਿੱਚ ਫੀਮੇਲ ਤੇ ਮੇਲ ਆਰਗਨ ਸੇਮ ਬਾਡੀ ਦੇ ਵਿੱਚ ਨੇ। ਦੈਟਸ ਨੇਚਰ। ਸੋ ਨੈਚੁਰਲੀ ਇਹ ਚੀਜ਼ ਐਗਜ਼ਿਸਟ ਕਰਦੀ ਹੈ। ਕੋਈ ਬਣਾਇਆ ਹੋਇਆ ਕੰਸਟਰਕਟ ਨਹੀਂ ਹੈਗਾ ਕਿ ਹਾਂਜੀ ਇੱਕ ਦਿਨ ਮੈਂ ਉੱਠਿਆ ਐਂਡ ਆਈ ਡਿਸਾਈਡਡ ਟੂ ਬੀ ਗੇ। ਨਾ, ਇਹ ਚੀਜ਼ ਨਹੀਂ ਹੁੰਦੀ। ਫਰੋਮ ਵੈਰੀ ਬਿਗਨਿੰਗ, ਜਦੋਂ ਮੈਂ ਬਹੁਤ ਛੋਟਾ ਸੀ, ਆਈ ਰਿਮੈਂਬਰ 4 ਸਾਲ ਦੀ ਉਮਰ ਦੇ ਵਿੱਚ ਮੈਂ ਗੁੱਡੀਆਂ ਨਾਲ ਖੇਡਦਾ ਸੀ। ਅੱਛਾ। ਮੈਨੂੰ ਕਾਰਾਂ ਪਸੰਦ ਨਹੀਂ ਸੀ, ਮੈਨੂੰ ਕੁੜੀਆਂ ਵਾਲੇ ਕੱਪੜੇ ਪਾਉਣੇ ਪਸੰਦ ਸੀ, ਮੈਨੂੰ ਕੁੜੀਆਂ ਵਾਲੇ ਸੌਂਗਸ ਤੇ ਡਾਂਸ ਕਰਨਾ ਪਸੰਦ ਸੀ। ਕੁਦਰਤੀ ਸੀ। ਐਂਡ ਇਹ ਮੈਨੂੰ ਉਦੋਂ ਤੱਕ ਯਾਦ ਹੈ ਜਦੋਂ ਤੱਕ ਮੈਨੂੰ ਆਪਣਾ ਹੋਸ਼ ਯਾਦ ਹੈ। ਉਦੋਂ ਤੋਂ ਹੀ ਇਹ ਉੱਦਾਂ ਹੀ ਚੱਲਦਾ ਆ ਰਿਹਾ। ਸੋ ਮੈਨੂੰ ਤਾਂ ਲੱਗਦਾ ਨਹੀਂ ਕਿ ਹਾਂ ਮੈਂ ਇੱਕ ਦਿਨ ਉੱਠਿਆ ਤੇ ਟੀਵੀ ਤੇ ਦੇਖਿਆ ਕਿ ਹਾਂਜੀ ਗੇ ਨਾਮ ਦੀ ਕੋਈ ਚੀਜ਼ ਹੁੰਦੀ ਹੈ ਤੇ ਮੈਂ ਵੀ ਬਣ ਗਿਆ, ਰਾਈਟ। ਜਦੋਂ ਤੱਕ ਮੈਂ ਕੈਨੇਡਾ ਨਹੀਂ ਆਇਆ, ਮੈਂ ਕਦੇ ਗੇ ਸ਼ਬਦ ਸੁਣਿਆ ਵੀ ਨਹੀਂ। ਅੱਛਾ। ਹਾਂਜੀ। ਕਿਹੜੇ ਸਾਲ ਤੁਸੀਂ ਕੈਨੇਡਾ ਆਏ ਸੀ? 2016 ਅਗਸਤ ਦੇ ਵਿੱਚ ਜੀ। ਓਕੇ। ਅੰਟਿਲ ਆਈ ਕੇਮ ਟੂ ਕੈਨੇਡਾ, ਕਦੇ ਕਿਸੇ ਨੇ ਇਹ ਸ਼ਬਦ ਨਹੀਂ ਯੂਜ਼ ਕੀਤਾ। ਆਪਣੀ ਕਮਿਊਨਿਟੀ ਦੇ ਵਿੱਚ ਲੋਕਾਂ ਨੇ ਬਹੁਤ ਹੋਰ ਸ਼ਬਦ ਯੂਜ਼ ਕੀਤੇ, ਯੂ ਨੋ, ਬੁਲੀ ਕਰਨ ਦੇ ਲਈ, ਪਰ ਗੇ ਕਦੇ ਵੀ ਸ਼ਬਦ ਨਹੀਂ ਸੀ ਅੰਗਰੇਜ਼ੀ ਦਾ ਯੂਜ਼ ਕੀਤਾ ਗਿਆ। ਸਪੈਸ਼ਲੀ ਪੰਜਾਬ ਦੇ ਏਰੀਏ, ਗੋਨਿਆਣਾ, ਬਠਿੰਡੇ ਤੋਂ ਜਿੱਥੋਂ ਮੈਂ ਆਉਂਦਾ, ਕਾਫੀ ਕੰਜ਼ਰਵੇਟਿਵ ਸੁਸਾਇਟੀ ਹੈ। ਉੱਥੇ ਪੰਜਾਬੀ ਭਾਸ਼ਾ ਦਾ ਇਸਤੇਮਾਲ ਬੜੇ ਚੰਗੇ ਤਰੀਕੇ ਨਾਲ ਕੀਤਾ ਜਾਂਦਾ, ਪਰ ਸਾਡੇ ਲੋਕਾਂ ਦੇ ਨਾਲ ਨਹੀਂ ਕੀਤਾ ਜਾਂਦਾ। ਉਹ ਡਿਸਰਿਸਪੈਕਟ ਉਹਦੇ ਵਿੱਚ ਸ਼ਾਮਲ ਹੁੰਦੀ ਆ। ਉਹ ਸ਼ਬਦਾਂ, ਜਦੋਂ ਮੈਂ ਗੇ ਸ਼ਬਦ ਸੁਣਿਆ ਇੱਥੇ ਆ ਕੇ, ਤਾਂ ਮੈਂ ਉਹਨੂੰ ਗੂਗਲ ਤੇ ਸਰਚ ਕੀਤਾ ਜਿੱਦਾਂ ਤੁਸੀਂ ਸਰਚ ਕੀਤਾ, ਐਂਡ ਆਈ ਵਾਸ ਲਾਈਕ ਇਹੀ ਹੈ ਮੈਂ। ਅੱਛਾ। ਪਹਿਚਾਣ ਮਿਲ ਗਈ ਆਪਣੀ। ਕੈਨੇਡਾ ਨੇ ਮੈਨੂੰ ਉਹ ਪਹਿਚਾਣ ਦਿੱਤੀ, ਉਹਦੇ ਵਿੱਚ ਪ੍ਰਾਈਡ ਮਹਿਸੂਸ ਕੀਤਾ। ਫਾਈਨਲੀ ਇੱਕ ਸ਼ਬਦ ਸੀਗਾ ਜਿਹੜਾ ਮੈਨੂੰ ਐਕਸਪਲੇਨ ਕਰ ਰਿਹਾ ਹੈ, ਕਿਉਂਕਿ ਸਾਰੀ ਦੁਨੀਆ ਕਹਿੰਦੀ ਤੇਰਾ ਵਜੂਦ ਹੈ ਨਹੀਂ, ਪਰ ਮੈਨੂੰ ਇੱਕ ਸ਼ਬਦ ਦਿਖਿਆ ਜਿਹੜਾ ਕਹਿੰਦਾ ਕਿ ਹਾਂ ਤੇਰੀ ਇੱਕ ਹੋਲ ਕਮਿਊਨਿਟੀ ਹੈ, ਤੇਰਾ ਵਜੂਦ ਹੈ, ਤੁਸੀਂ ਲੋਕ ਐਗਜ਼ਿਸਟ ਕਰਦੇ ਹੋ, ਤੁਸੀਂ ਲੋਕ ਸਾਡੀ ਕਮਿਊਨਿਟੀ ਦਾ ਪਾਰਟ ਹੋ, ਤੇ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਅਸੀਂ ਤੁਹਾਨੂੰ ਰਿਸਪੈਕਟ ਦਿੰਦੇ ਹਾਂ। ਜਦੋਂ ਉਹ ਚੀਜ਼ ਮੈਨੂੰ ਮਿਲੀ ਤਾਂ ਯੂ ਨੋ ਕਹਿ ਦਿੰਦੇ ਨੇ ਕਿ ਫੁੱਲੀ ਐਮਬੋਡਡ, ਆਪਦੇ ਆਪ ਨੂੰ ਚੰਗੀ ਤਰ੍ਹਾਂ ਆਪਦੀ ਕਰੈਕਟਰ ਦੇ ਵਿੱਚ ਤੁਸੀਂ ਚਲੇ ਗਏ, ਆ ਜਾਂਦੇ ਹੋ, ਯੂ ਨੋ, ਤੁਸੀਂ 100% ਦੇ ਰਹੇ ਹੋ ਆਪਦਾ ਉਸ ਤੋਂ ਬਾਅਦ, ਬਿਕੋਜ਼ ਤੁਹਾਨੂੰ ਪਤਾ ਕਿ ਤੁਸੀਂ ਕੌਣ ਹੋ, ਰਾਈਟ। ਉਸ ਤੋਂ ਬਾਅਦ ਸ਼ੁਰੂਆਤ ਹੋਈ ਜਦੋਂ ਮੈਂ ਆਪਣੇ ਡਾਂਸ ਦੇ ਡਰੀਮ ਤੇ ਕ੍ਰਾਸ ਡਰੈਸਿੰਗ ਦੇ ਡਰੀਮਸ ਨੂੰ ਇਕੱਠਾ ਕੀਤਾ। ਮੈਂ ਇੱਥੇ ਵੈਂਕੂਵਰ ਦੇ ਵਿੱਚ ਸੀ, ਮੈਨੂੰ ਯਾਦ ਹੈ 2019 ਸਾਲ ਸੀ, ਤੇ ਮੈਨੂੰ ਲੋਕ ਕਹਿੰਦੇ ਕਿ ਤੂੰ ਗੇ ਕਲੱਬ ਦੇ ਵਿੱਚ ਜਾ, ਉੱਥੇ ਤੈਨੂੰ ਹੋਰ ਗੇ ਲੋਕ ਮਿਲਣਗੇ, ਤੂੰ ਉਹਨਾਂ ਨਾਲ ਗੱਲਬਾਤ ਕਰੇਂਗਾ, ਤੇਰਾ ਚੰਗਾ ਐਕਸਪੀਰੀਅੰਸ ਹੋਊਗਾ। ਅੱਛਾ। ਮੈਂ ਸੋਚਿਆ ਚੰਗੀ ਗੱਲ ਹੈ, ਮੈਨੂੰ ਜਾਣਾ ਚਾਹੀਦਾ, ਮੈਨੂੰ ਮਿਲਣਾ ਚਾਹੀਦਾ ਹੋਰ ਮੇਰੀ ਕਮਿਊਨਿਟੀ ਦੇ ਲੋਕਾਂ ਦੇ ਨਾਲ। ਤਾਂ ਮੈਂ ਜਦੋਂ ਗਿਆ, ਉੱਥੇ ਇੱਕ ਡਰੈਗ ਸ਼ੋਅ ਹੋ ਰਿਹਾ ਸੀ। ਡਰੈਗ ਸ਼ੋਅ ਤੁਸੀਂ ਇਸ ਸ਼ਬਦ ਤੋਂ ਪਹਿਲਾਂ ਅਵੇਅਰ ਸੀ? ਡਰੈਗ ਬਾਰੇ ਤੁਹਾਨੂੰ ਪਤਾ ਸੀ? ਬਿਲਕੁਲ ਵੀ ਨਹੀਂ, ਕਦੇ ਵੀ ਮੈਂ ਇਸ ਸ਼ਬਦ ਨੂੰ ਸੁਣਿਆ ਨਹੀਂ। ਤਾਂ ਮੈਂ, ਕਿਉਂਕਿ ਅੱਜ ਸਾਡੇ ਬਹੁਤ ਸਾਰੇ ਸੁਣਨ ਵਾਲਿਆਂ ਦੇ ਲਈ, ਮੈਨੂੰ ਲੱਗਦਾ ਮੈਜੋਰਿਟੀ ਦੇ ਲਈ, ਇਹ ਡਰੈਗ ਸ਼ਬਦ ਵੀ ਨਵਾਂ ਸ਼ਬਦ ਆ। ਹਾਂਜੀ। ਤੇ ਡਰੈਗ ਸ਼ਬਦ ਦੀ ਜਿਹੜੀ ਡਰੈਗ ਸ਼ੋਅ ਹੋ ਰਿਹਾ ਸੀ, ਜਦੋਂ ਤੁਸੀਂ ਕੀ ਕਹਿੰਦੇ ਆ, ਵਾਟ ਡਸ ਦੈਟ ਮੀਨ? ਹਾਂਜੀ। ਸੋ ਡਰੈਗ ਦੀ ਜਿਹੜੀ ਸ਼ੁਰੂਆਤ ਸੀ, ਇਹ ਹੋਈ ਸੀ ਸ਼ੇਕਸਪੀਅਰ ਦੇ ਜ਼ਮਾਨੇ ਦੇ ਵਿੱਚ ਯੂਰਪ ਦੇ ਅੰਦਰ ਜੀ। ਉਦੋਂ ਜਦੋਂ ਥੀਏਟਰ ਦਾ ਏਰਾ ਹੁੰਦਾ ਸੀ ਨਾ, ਤਾਂ ਜਿਵੇਂ ਮੈਂ ਕਿਹਾ ਕਿ ਆਪਣੇ ਪੰਜਾਬ ਦੇ ਵਿੱਚ ਨਹੀਂ ਸੀ ਕਲਚਰ, ਗੋਰੇ ਲੈ ਕੇ ਆਏ, ਤਾਂ ਗੋਰਿਆਂ ਦੇ ਕਲਚਰ ਦੇ ਵਿੱਚ ਹੁੰਦਾ ਸੀ ਕਿ ਵੂਮਨਸ ਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਸੀ ਥੀਏਟਰਸ ਦੇ ਵਿੱਚ। ਓਕੇ। ਇਨ ਦੈਟ ਐਰਾ, ਜਦੋਂ ਸ਼ੇਕਸਪੀਅਰ ਦਾ ਜ਼ਮਾਨਾ ਸੀ, ਆਦਮੀ ਔਰਤਾਂ ਬਣਦੇ ਸੀ, ਆਦਮੀ ਔਰਤ ਬਣ ਕੇ ਥੀਏਟਰ ਦੇ ਵਿੱਚ ਔਰਤਾਂ ਦਾ ਰੋਲ ਜਿਹੜਾ ਸੀ ਉਹ ਪੇਸ਼ ਕਰਦੇ ਸੀ। ਤੇ ਉਹਨਾਂ ਦੇ ਵੱਡੇ ਵੱਡੇ ਗਾਊਨ ਪਾਏ ਹੁੰਦੇ ਸੀ, ਕਿਉਂਕਿ ਉਹਨਾਂ ਦਾ ਯੂ ਨੋ ਉਹ ਐਸਥੈਟਿਕ ਹੈ, ਤੇ ਉਹ ਗਾਊਨ ਥੱਲੇ ਡਰੈਗ ਕਰ ਰਹੇ ਨੇ ਫਲੋਰ ਤੇ, ਯਾਨੀ ਕਿ ਰਗੜ ਕੇ
ਉਹਨਾਂ ਦੇ ਨਾਲ ਤੁਰ ਰਹੇ ਨੇ, ਘੜੀਸੇ ਜਾ ਰਹੇ ਘੜੀਸੇ ਜਾ ਰਹੇ ਨੇ, ਤਾਂ ਉਹਨਾਂ ਨੇ ਕਿਹਾ ਕਿ ਇਹ ਡਰੈਗ ਹੈ। ਤੇ ਕਿਉਂਕਿ ਇੱਕ ਟਿਪੀਕਲੀ ਇੱਕ ਬੰਦਾ ਇੱਕ ਔਰਤ ਦਾ ਰੂਪ ਲੈ ਰਿਹਾ ਹੈ, ਤਾਂ ਉਹਨੂੰ ਅਸੀਂ ਕੁਈਨ ਕਹਿ ਦਾਂਗੇ। ਤਾਂ ਉੱਥੋਂ ਡਰੈਗ ਕੁਈਨ ਦੀ ਸ਼ੁਰੂਆਤ ਹੋਈ। ਓਕੇ। ਉਸ ਤੋਂ ਬਾਅਦ ਇਸ ਚੀਜ਼ ਨੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਜੈਂਡਰ ਨੂੰ ਐਕਸਪਲੋਰ ਕਰਨ ਦਾ ਮਤਲਬ ਦਿੱਤਾ। ਫੋਰ ਐਗਜ਼ਾਮਪਲ ਟਰਾਂਸ ਲੋਕ ਸੀ ਜਿਹੜੇ, ਉਹ ਡਰੈਗ ਦੇ ਵਿੱਚ ਆ ਕੇ ਆਪਦੇ ਆਪ ਨੂੰ ਪਹਿਚਾਨ ਸਕਦੇ ਸੀ ਕਿ ਹਾਂ ਇਹ ਸਾਡੀ ਰੀਅਲ ਆਇਡੈਂਟੀਟੀ ਹੈ। ਅੱਛਾ। ਅਸੀਂ ਆਪਣੇ ਆਪ ਨੂੰ ਚੇਂਜ ਕਰਨਾ ਚਾਹੁੰਦੇ ਹਾਂ, ਅਸੀਂ ਇਹ ਜਿਹੜਾ ਰੂਪ ਹੈ ਉਸ ਰੂਪ ਦੇ ਵਿੱਚ ਅਸੀਂ 24 ਘੰਟੇ ਰਹਿਣਾ ਚਾਹੁੰਦੇ ਹਾਂ। ਰਾਈਟ। ਸੋ ਉੱਥੋਂ ਹੋਰ ਚੀਜ਼ਾਂ ਦੀ ਸ਼ੁਰੂਆਤ ਹੋਈ, ਉੱਥੋਂ ਡਰੈਗ ਕਿੰਗ ਬਣੇ। ਅੱਛਾ, ਡਰੈਗ ਕਿੰਗ ਵੀ ਬਣੇ ਔਰਤਾਂ ਜਿਹੜਾ ਕਿ ਮਰਦਾਂ ਦਾ ਰੋਲ ਪਲੇ ਕਰਦੀਆਂ ਨੇ। ਅੱਛਾ। ਹਾਂਜੀ। ਫਿਰ ਬਣੀਆਂ ਡਰੈਗ ਥਿੰਗਸ, ਕਿਉਂਕਿ ਕਈ ਲੋਕ ਨੇ ਜਿਹੜੇ ਆਪਦੇ ਆਪ ਨੂੰ ਆਇਡੈਂਟੀਫਾਈ ਨਹੀਂ ਕਰਦੇ ਕਿਸੇ ਵੀ ਜੈਂਡਰ ਦੇ ਨਾਲ। ਉਹਨਾਂ ਨੂੰ ਅਸੀਂ ਨੌਨ ਬਾਈਨਰੀ ਲੋਕ ਕਹਿੰਦੇ ਆ। ਨੌਨ ਬਾਈਨਰੀ। ਹਾਂਜੀ। ਉਹ ਕਹਿੰਦੇ ਨਾ ਅਸੀਂ ਮੇਲ ਹੈ ਤੇ ਨਾ ਅਸੀਂ ਫੀਮੇਲ ਹੈ, ਅਸੀਂ ਆਪਦੇ ਆਪ ਨੂੰ ਕਿਸੇ ਵੀ ਜੈਂਡਰ ਦੇ ਨਾਲ ਐਸੋਸੀਏਟ ਨਹੀਂ ਕਰਨਾ ਚਾਹੁੰਦੇ, ਅਸੀਂ ਜਸਟ ਇੱਕ ਹਿਊਮਨ ਬੀਇੰਗ ਆ, ਅਸੀਂ ਜਸਟ ਇੱਕ ਇਨਸਾਨ ਆ, ਇੱਕ ਰੂਹ ਆ, ਬਸ ਇੱਕ ਰੂਹ ਆ। ਉਹਨਾਂ ਨੂੰ ਅਸੀਂ ਨੌਨ ਬਾਈਨਰੀ ਇਨਸਾਨ ਕਹਿੰਦੇ ਆ। ਉਹ ਵੀ ਡਰੈਗ ਕਰਦੇ ਨੇ ਤੇ ਉਹਨਾਂ ਨੇ ਇਸ ਚੀਜ਼ ਨੂੰ ਨਾਮ ਦਿੱਤਾ ਜੀ ਡਰੈਗ ਥਿੰਗ ਔਰ ਡਰੈਗ ਆਰਟਿਸਟ। ਸੋ ਕਲੈਕਟਿਵਲੀ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਇੱਕ ਡਰੈਗ ਆਰਟਿਸਟ ਹਾਂ, ਤਾਂ ਕਿ ਅਸੀਂ ਐਜ਼ ਅ ਹੋਲ, ਐਜ਼ ਅ ਗਰੁੱਪ, ਐਜ਼ ਅ ਟੀਮ ਆਪਦੇ ਆਪ ਨੂੰ ਪ੍ਰੈਜ਼ੈਂਟ ਕਰ ਸਕੀਏ। ਪ੍ਰਿਆੰਸ਼ੂ, ਬੜੀ ਇੰਟਰਸਟਿੰਗ ਗੱਲਬਾਤ ਤੁਸੀਂ ਇਹ ਦੱਸ ਰਹੇ ਹੋ। ਹਾਂਜੀ। ਮੈਂ ਜਦੋਂ ਆਪਾਂ ਪੰਜਾਬੀ ਦੇ ਵਿੱਚ ਦੇਖਦੇ ਹਾਂ ਨਾ, ਮੈਂ ਹਰ ਇੱਕ ਚੀਜ਼ ਦਾ ਦੇਖਦੀ ਹਾਂ ਅਸੀਂ ਜੈਂਡਰ ਬਣਾਇਆ ਹੋਇਆ। ਹਾਂਜੀ। ਜਾਂ ਉਹ ਮੇਲ ਆ ਜਾਂ ਉਹ ਫੀਮੇਲ ਆ। ਹਾਂਜੀ। ਠੀਕ ਹੈ। ਇਹ ਮੇਰਾ ਫੋਨ ਹੈਗਾ, ਇਹ ਮੇਲ ਆ। ਹਾਂਜੀ। ਇਹ ਮੇਰਾ ਪੈਨ, ਇਹ ਮੇਲ ਆ। ਜੇ ਮੇਰੀ ਉਹ ਪੈਨਸਲ ਆ, ਉਹ ਥੋੜੀ ਸਲੀਕ ਹੋਣੀ ਸੀ, ਉਹ ਪਤਲੀ ਹੋਣੀ ਸੀ, ਤਾਂ ਉਹਨੂੰ ਅਸੀਂ ਫੀਮੇਲ ਬਣਾ ਦੇਣਾ, ਫੀਮੇਲ ਕਹਿ ਦੇਣਾ ਸੀ। ਠੀਕ ਹੈ। ਮੇਰੀ ਜਿਹੜੀ ਬੁੱਕ ਆ, ਉਹ ਕਿਤਾਬ ਆ, ਉਹਨੂੰ ਅਸੀਂ ਔਰਤ ਕਹਾਂਗੇ। ਜੇ ਉਹ ਮੋਟੀ ਕਿਤਾਬ ਹੈ, ਉਹਨੂੰ ਅਸੀਂ ਗ੍ਰੰਥ ਕਹਿ ਦਿੰਦੇ ਹਾਂ। ਹਾਂਜੀ। ਉਹਨੂੰ ਮੈਸਕੂਲਿਨ ਬਣਾ ਦਿੱਤਾ। ਇਹ ਮੈਂ ਹਮੇਸ਼ਾ ਇਸ ਚੀਜ਼ ਨੂੰ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਡਿਸਕਸ ਸਮਝਣ ਦੀ ਕੋਸ਼ਿਸ਼ ਕਰਦੀ ਹਾਂ ਵੀ ਇਹ ਚੀਜ਼ਾਂ ਦੇ ਅਸੀਂ ਕਿੱਦਾਂ ਨਾਂ ਬਣਾਏ ਹੋਏ ਆ। ਪਰ ਅੰਗਰੇਜ਼ੀ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਉਹੋ ਜਿਹਾ ਕੋਈ ਫਰਕ ਨਹੀਂ ਕੀਤਾ ਜਾਂਦਾ। ਬਿਲਕੁਲ ਵੀ ਨਹੀਂ। ਹੁਣ ਇਹ ਜਿਹੜੀ ਡਿਸਕਵਰੀ ਤੁਸੀਂ ਕੀਤੀ, ਤੁਸੀਂ ਕਹਿ ਰਹੇ ਹੋ ਕਿ ਵੀ ਇੱਥੇ ਆ ਕੇ ਤੁਹਾਨੂੰ ਗੇ ਸ਼ਬਦ ਦਾ ਪਤਾ ਲੱਗਾ ਜਿਹੜਾ ਕਿਤੇ ਐਗਜ਼ਿਸਟ ਨਹੀਂ ਸੀ ਕਰ ਰਿਹਾ, ਤੇ ਤੁਹਾਨੂੰ ਕੋਈ ਰਿਸਪੈਕਟਫੁਲ ਇਹੋ ਜਿਹਾ ਸ਼ਬਦ ਪੰਜਾਬੀ ਦੇ ਵਿੱਚ ਨਹੀਂ ਸੀ ਮਿਲ ਰਿਹਾ, ਜਿਹੜਾ ਤੁਹਾਨੂੰ ਲੱਗਦਾ ਸੀ ਕਿ ਤੁਹਾਨੂੰ ਰਿਪਰੈਜ਼ੈਂਟ ਕਰ ਸਕੇ। ਜੇ ਮੈਂ ਕਹਾਂ ਤਾਂ ਪੰਜਾਬੀ ਕਮਿਊਨਿਟੀ ਦੇ ਵਿੱਚ ਵੀ ਲੋਕਾਂ ਨੇ ਜਦੋਂ ਮੇਰੇ ਨਾਲ ਗੇ ਸ਼ਬਦ ਯੂਜ਼ ਕੀਤਾ ਤਾਂ ਮੈਨੂੰ ਟੌਂਟ ਕਰਨ ਦੇ ਲਈ, ਮੈਨੂੰ ਬੁਲੀ ਕਰਨ ਦੇ ਲਈ ਯੂਜ਼ ਕੀਤਾ। ਪਰ ਮੈਨੂੰ ਮਤਲਬ ਮਿਲਿਆ ਬਿਕੋਜ਼ ਮੈਨੂੰ ਪਤਾ ਸੀਗਾ ਕਿ ਹਾਂ ਜਿਹੜੇ ਲੋਕ ਨੇ ਉਹ ਆਪਦੇ ਆਪ ਨੂੰ ਬੜੇ ਪ੍ਰਾਊਡ ਦੇ ਨਾਲ ਕਹਿੰਦੇ ਨੇ ਕਿ ਆਈ ਐਮ ਗੇ ਐਂਡ ਆਮ ਪ੍ਰਾਊਡ ਆਫ ਦੈਟ। ਤਾਂ ਮੈਂ ਕਿਹਾ ਕੁਛ ਤਾਂ ਚੰਗਾ ਹੋਊਗਾ, ਲੈਟਸ ਗੋ ਲੁੱਕ ਐਟ ਇਟ। ਪ੍ਰਿਆੰਸ਼ੂ, ਜੇ ਆਪਣੇ ਤੁਸੀਂ ਬਚਪਨ ਦਾ ਥੋੜ੍ਹਾ ਜਿਹਾ ਜ਼ਿਕਰ ਕੀਤਾ ਕਿ 4 ਸਾਲ ਦੇ ਸੀ ਜਦੋਂ ਤੁਸੀਂ ਗੁੱਡੀਆਂ ਪਟੋਲਿਆਂ ਨਾਲ ਖੇਡਦੇ ਹੁੰਦੇ ਸੀ, ਕੋਈ ਮੁੰਡਿਆਂ ਵਾਲੇ ਤੁਹਾਡੇ ਸ਼ੌਕ ਨਹੀਂ ਸੀ ਹੁੰਦੇ, ਤੁਸੀਂ ਕੁੜੀਆਂ ਵਾਲੇ ਕੱਪੜੇ ਪਾਉਣੇ ਪਸੰਦ ਕਰਦੇ ਸੀ। ਪਿੱਛੇ ਮੁੜ ਕੇ ਦੇਖਦੇ ਹੋ, ਥੋੜ੍ਹਾ ਜਿਹਾ ਸਾਨੂੰ ਹੋਰ ਦੱਸੋ ਕਿ ਪਰਿਵਾਰ ਦੇ ਵਿੱਚ ਜਦੋਂ ਪਰਿਵਾਰ ਵਾਲੇ ਤੁਹਾਨੂੰ ਦੇਖਦੇ ਸੀ, ਤੁਹਾਡੇ ਮਦਰ, ਫਾਦਰ ਜਾਂ ਹੋਰ ਤੁਹਾਡੇ ਜੇ ਸਿਬਲਿੰਗਸ ਹੈਗੇ ਨੇ, ਤਾਂ ਘਰ 'ਚ ਕਿਹੋ ਜਿਹਾ ਮਾਹੌਲ ਸੀ? ਮੈਨੂੰ ਯਾਦ ਹੈ ਜੀ, ਜਦੋਂ ਮੈਂ ਛੋਟਾ ਹੁੰਦਾ ਸੀਗਾ ਤੇ ਮੈਂ ਗੁੱਡੀਆਂ ਲੈਣੀਆਂ ਸੀ, ਮੈਨੂੰ ਮੰਮੀ ਨੇ ਬਾਜ਼ਾਰ ਲੈ ਕੇ ਜਾਣਾ। ਬਾਜ਼ਾਰ ਦੇ ਵਿੱਚ ਮੈਨੂੰ ਮੰਮੀ ਨੇ ਕਹਿਣਾ ਕਿ ਚੱਲ ਭਾਈ ਤੂੰ ਇੱਕ ਖਿਡੌਣਾ ਖਰੀਦ ਲਾ। ਉੱਥੇ ਮੈਨੂੰ ਗੁੱਡੀ ਸਭ ਤੋਂ ਜ਼ਿਆਦਾ ਪਸੰਦ ਆਉਣੀ। ਅੱਛਾ। ਤੇ ਮੈਂ ਮੰਮੀ ਨੂੰ ਕਹਿਣਾ ਕਿ ਮੰਮੀ ਮੈਨੂੰ ਆਹ ਚਾਹੀਦੀ ਹੈ। ਮੇਰੀ ਮਾਂ ਨੇ ਮੈਨੂੰ ਇੱਕ ਵਾਰੀ ਵੀ ਕਦੇ ਨਹੀਂ ਰੋਕਿਆ ਤੇ ਉਹਨੇ ਮੈਨੂੰ ਸ਼ੁਰੂ ਤੋਂ ਉਸ ਟਾਈਮ ਤੋਂ ਉਹ ਗੁੱਡੀਆਂ ਤੇ ਉਹ ਕੱਪੜੇ ਜਿਹੜੇ ਮੈਨੂੰ ਚਾਹੀਦੇ ਸੀ ਉਹ ਲੈ ਕੇ ਦਿੱਤੇ। ਬਹੁਤ ਪੜ੍ਹੇ ਲਿਖੇ ਸੀ ਤੁਹਾਡੇ ਮੰਮੀ? ਹਾਂਜੀ, ਮੇਰੇ ਮਮ ਪੜ੍ਹੇ ਲਿਖੇ ਨੇ। ਉਹਨਾਂ ਦਾ ਐਸਥੈਟਿਕ ਇਜ਼ ਵੈਰੀ ਸਿਮਿਲਰ ਟੂ ਯੂ। ਹਾਂਜੀ। ਤੇ ਬਹੁਤ ਪ੍ਰੋਗਰੈਸਿਵ ਨੇ ਉਹ। ਤੇ ਮੇਰੀ ਸਾਰੀ ਫੈਮਿਲੀ ਬਹੁਤ ਪੜ੍ਹੀ ਲਿਖੀ ਹੈ ਜੀ। ਮੇਰੇ ਗ੍ਰੈਂਡਫਾਦਰ ਬਲਾਕ ਐਜੂਕੇਸ਼ਨ ਆਫਿਸਰ ਨੇ, ਰਿਟਾਇਰਡ। ਅੱਛਾ। ਹਾਂਜੀ। ਸੋ ਉਹਨਾਂ ਨੇ ਕਾਫੀ ਸਪੋਰਟ ਕੀਤਾ ਇਨ ਦਾ ਬਿਗਨਿੰਗ, ਰਾਈਟ। ਬਟ ਆਈ ਵਾਜ਼ 7 years old, 7 ਸਾਲ ਦੀ ਉਮਰ ਸੀ ਮੇਰੀ ਜਦੋਂ, 7 ਕੇ 9 ਸਾਲ ਦੀ ਉਮਰ ਸੀ ਜਦੋਂ ਕਜਰਾਰੇ ਗਾਣਾ ਆਇਆ ਸੀ, ਬੰਟੀ ਔਰ ਬਬਲੀ ਬਾਲੀਵੁੱਡ ਮੂਵੀ ਦਾ। ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ ਤੇ ਅਮਿਤਾਭ ਬੱਚਨ ਉਸ ਗਾਣੇ ਦੇ ਵਿੱਚ ਡਾਂਸ ਕਰਦੇ ਨੇ ਜੀ। ਤੇ ਮੇਰੇ ਸਕੂਲ ਦੇ ਵਿੱਚ ਐਨੂਅਲ ਫੰਕਸ਼ਨ ਹੋ ਰਿਹਾ ਸੀ ਤੇ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਮੈਂ ਐਨੂਅਲ ਫੰਕਸ਼ਨ ਦੇ ਵਿੱਚ ਜਾਣਾ ਤਾਂ ਚਾਹੁੰਦਾ, ਮੈਂ ਵੀ ਡਾਂਸ ਕਰਨਾ ਚਾਹੁੰਦਾ, ਪਰ ਮੈਂ ਇਸ ਸੌਂਗ ਤੇ ਡਾਂਸ ਕਰਨਾ ਚਾਹੁੰਦਾ ਐਸ਼ਵਰਿਆ ਰਾਏ ਬਣ ਕੇ। ਅੱਛਾ। ਤੇ ਤੁਸੀਂ ਕਿੰਨੇ ਸਾਲ ਦੇ ਸੀ? ਆਈ ਥਿੰਕ 9 ਸਾਲ ਦੀ ਉਮਰ ਦੀ ਗੱਲ ਹੈ ਇਹ। ਤੇ ਮੈਂ ਆਪਣੇ ਦਾਦਾ ਜੀ ਨੂੰ ਕਿਹਾ ਕਿ ਤੁਸੀਂ ਮੇਰੇ ਪਲੀਜ਼ ਸਕੂਲ 'ਚ ਆ ਕੇ ਗੱਲ ਕਰੋਗੇ ਤੇ ਉਹਨਾਂ ਨੂੰ ਕਹੋਗੇ ਇਫ ਦੈਟਸ ਓਕੇ ਕਿ ਮੈਂ ਇਹ ਕਰ ਸਕਦਾ। ਮੈਨੂੰ ਯਾਦ ਹੈ ਮੇਰੇ ਦਾਦਾ ਜੀ ਮੇਰੇ ਨਾਲ ਗਏ ਸੀ, ਉਹਨਾਂ ਨੇ ਮੇਰੇ ਟੀਚਰ ਨਾਲ ਗੱਲ ਕੀਤੀ ਕਿ ਇਹਨੇ ਇਸ ਸੌਂਗ ਤੇ ਇਹ ਡਾਂਸ ਕਰਨਾ ਹੈ। ਉਸ ਟਾਈਮ ਮੇਰੀ ਪਹਿਲੀ ਪਰਫਾਰਮੈਂਸ ਹੋਈ ਸੀ, ਮੈਨੂੰ ਯਾਦ ਹੈ। ਆਫਟਰ ਦੈਟ ਰੁਕਿਆ ਨਹੀਂ ਜੀ ਮੈਂ ਕਦੇ। ਅੱਛਾ।
ਗਿੱਧੇ ਕੰਪੀਟੀਸ਼ਨ ਆਪਣੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਹਿ ਅਕਾਦਮਿਕ ਵਿਦਿਅਕ ਮੁਕਾਬਲੇ ਹੁੰਦੇ ਨੇ। ਉਹਦੇ ਵਿੱਚ ਸੋਲੋ ਡਾਂਸ ਨਾਮ ਦੀ ਇੱਕ ਕੈਟਾਗਰੀ ਹੈ ਜਿਹਦੇ ਵਿੱਚ ਤੁਸੀਂ ਸੋਲੋ ਡਾਂਸ ਗਿੱਧਾ ਕਰਦੇ ਹੋ ਆਪਣੇ ਪੰਜਾਬੀ ਸੱਭਿਆਚਾਰਕ ਸੌਂਗਸ ਦੇ ਉੱਤੇ। ਠੀਕ ਹੈ। ਤੇ ਮੇਰੀ ਦਾਦੀ ਜੀ ਸੀ, ਉਹਨਾਂ ਨੇ ਮੈਨੂੰ ਸ਼ੁਰੂ ਤੋਂ ਹੀ ਸੁਰਿੰਦਰ ਕੌਰ ਦੇ ਗਾਣੇ, ਜਗਮੋਹਨ ਕੌਰ ਦੇ ਗਾਣੇ ਬੜੇ ਸੁਣਾਏ। ਅੱਛਾ। ਤੇ ਉਹਨਾਂ ਗਾਣਿਆਂ ਨੂੰ ਸੁਣਦਿਆਂ ਜਿਹੜਾ ਮੇਰਾ ਇੰਟਰਸਟ ਸੀ ਉਹ ਪੰਜਾਬੀ ਸੱਭਿਆਚਾਰ ਦੇ ਵਿੱਚ ਹੋਰ ਜ਼ਿਆਦਾ ਹੋ ਗਿਆ, ਪੰਜਾਬੀ ਡਾਂਸ ਦੇ ਵਿੱਚ ਹੋਰ ਜ਼ਿਆਦਾ ਹੋ ਗਿਆ। ਪਿੰਡ ਦੇ ਵਿੱਚ ਰਹਿੰਦੇ ਸੀ ਕਿ ਸ਼ਹਿਰ 'ਚ ਰਹਿੰਦੇ ਸੀ ਤੁਸੀਂ? ਗੋਨਿਆਣਾ ਮੰਡੀ ਹੈ ਜੀ, ਛੋਟੀ ਜੀ। ਅੱਛਾ। ਸੋ ਤੁਸੀਂ ਕਹਿ ਸਕਦੇ ਹੋ ਕਿ ਇੱਕ ਹਿਸਾਬ ਦਾ ਪਿੰਡ ਵਾਲਾ ਮਾਹੌਲ ਹੀ ਹੈ। ਹਾਂ। ਤੇ ਜਦੋਂ ਮੈਂ ਉਹ ਗਾਣੇ ਸੁਣੇ ਮੈਨੂੰ ਬਹੁਤ ਚੰਗੇ ਲੱਗੇ। ਫਿਰ ਮੈਂ ਦਾਦੀ ਨੂੰ ਪੁੱਛਣਾ ਕਿ ਇਹ ਕਿਹਨੇ ਲਿਖੇ ਨੇ, ਇਹਨਾਂ ਦੇ ਰਾਈਟਰ ਕੌਣ ਹੈ? ਦਾਦੀ ਨੇ ਕਹਿਣਾ ਕਿ ਇਹ ਤਾਂ ਲੋਕ ਗੀਤ ਹੁੰਦੇ ਨੇ, ਇਹਨਾਂ ਨੂੰ ਲਿਖਦਾ ਕੋਈ ਨਹੀਂ, ਇਹ ਤਾਂ ਦਿਲ ਦੀਆਂ ਭਾਵਨਾਵਾਂ ਨੇ। ਅੱਛਾ। ਹਾਂ। ਫਿਰ ਮੈਂ ਇਹਨਾਂ ਦੇ ਨਾਲ ਹੋਰ ਪਿਆਰ ਦੇ ਵਿੱਚ ਪੈ ਜਾਣਾ ਇਹਨਾਂ ਗਾਣਿਆਂ ਦੇ ਨਾਲ ਜੀ। ਅੱਛਾ। ਤੇ ਜਦੋਂ ਗਿੱਧੇ ਦੇ ਮੁਕਾਬਲੇ ਹੋਣੇ ਤੇ ਮੇਰੇ ਅੰਦਰ ਜਿਹੜੀ ਫੈਮਿਨਿਨ એનર્ਜੀ ਸੀ, ਜਿਹੜੀ ਇੱਕ ਔਰਤਪਨ ਸੀ ਮੇਰੇ ਅੰਦਰ, ਜਿਹਨੂੰ ਤੁਸੀਂ ਕਹਿ ਸਕਦੇ ਹੋ, ਉਹਨੂੰ ਮੇਰਾ ਬਾਹਰ ਲੈ ਕੇ ਆਉਣ ਦਾ ਬੜਾ ਦਿਲ ਕਰਨਾ। ਤੇ ਉੱਥੇ ਫਿਰ ਸੁਰਿੰਦਰ ਕੌਰ ਬਣ ਕੇ ਤੇ ਮੈਂ ਪਹਿਲਾਂ ਪਾਉਣੀਆਂ ਜੀ। ਅੱਛਾ, ਵਾਹ। ਤੇ ਮੈਨੂੰ ਲੱਗਦਾ 7-8 ਸਾਲ ਮੈਂ ਕੰਟੀਨਿਊਸਲੀ ਇਹਨਾਂ ਕੰਪੀਟੀਸ਼ਨਸ ਦੇ ਵਿੱਚ ਪਾਰਟ ਲਿੱਤਾ ਤੇ ਮੈਂ ਜਿੱਤ ਵੀ ਜਿਹੜੀ ਸੀਗੀ ਮੈਨੂੰ ਪ੍ਰਾਪਤ ਹੋਈ ਹੈ। ਰਿਸਪੌਂਸ ਕਿਹੋ ਜਿਹਾ ਸੀ ਆਲੇ ਦੁਆਲੇ ਦਾ ਉਸ ਵੇਲੇ? ਤੁਹਾਡੇ ਟੀਚਰਸ ਵੀ ਹੋਣਗੇ, ਤੁਹਾਡੇ ਆਪਣੇ ਦੋਸਤ ਮਿੱਤਰ ਹੋਣਗੇ, ਕੁੜੀਆਂ ਹੋਣਗੀਆਂ, ਮੁੰਡੇ ਹੋਣਗੇ ਜਾਂ ਹੋਰ ਲੋਕ ਵੀ ਹੋਣਗੇ? ਦੇਖੋ, ਇੱਕ ਕੁਆਇਨ ਦੀਆਂ ਦੋ ਸਾਈਡਸ ਹੁੰਦੀਆਂ ਨੇ, ਚੰਗੀ ਸਾਈਡ ਵੀ ਹੁੰਦੀ ਹੈ ਤੇ ਮਾੜੀ ਸਾਈਡ ਵੀ ਹੁੰਦੀ ਹੈ। ਜੇ ਇੱਕ ਗਲਾਸ ਅੱਧਾ ਭਰਿਆ ਹੋਇਆ ਤਾਂ ਆਪਾਂ ਕਹਿ ਸਕਦੇ ਹਾਂ ਕਿ ਹਾਂਜੀ ਅੱਧਾ ਭਰਿਆ ਹੋਇਆ ਹੈ, ਅੱਧਾ ਖਾਲੀ ਹੈ, ਰਾਈਟ। ਤਾਂ ਮੈਂ ਦੇਖਿਆ ਕਿ ਦੋਹਾਂ ਤਰ੍ਹਾਂ ਦੇ ਲੋਕਾਂ ਨਾਲ ਮੇਰਾ ਸਾਹਮਣਾ ਹੋਇਆ ਇਸ ਜਰਨੀ ਦੇ ਉੱਤੇ। ਲੋਕ ਸੀ ਜਿਹੜੇ ਬਹੁਤ ਸਪੋਰਟਿਵ ਸੀ, ਜਿਹੜੇ ਜਦੋਂ ਮੈਨੂੰ ਡਾਂਸ ਕਰਦਾ ਦੇਖਦੇ ਸੀ ਮੇਰੇ ਜੈਂਡਰ ਨੂੰ ਆਪਦੇ ਦਿਮਾਗ ਦੇ ਵਿੱਚ ਨਹੀਂ ਰੱਖਦੇ ਸੀ, ਪਰ ਮੇਰੇ ਆਰਟ ਨੂੰ ਦੇਖ ਕੇ ਉਹਦੀ ਤਾਰੀਫ ਕਰਦੇ ਸੀ। ਅੱਛਾ। ਹਾਂ। ਤੇ ਕੁਝ ਲੋਕ ਸੀ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਉਹ ਜਿਹੜਾ ਡਾਂਸ ਸੀ ਤੁਸੀਂ ਸਿੱਖਦੇ ਨਹੀਂ ਸੀ ਕਿਤੇ, ਸਿਰਫ ਅੰਦਰੋਂ ਹੀ ਨਿਕਲਦਾ ਸੀ? ਅੰਦਰੋਂ ਨਿਕਲਦਾ ਸੀ ਜੀ ਸਭ ਕੁਝ। ਇਹ ਦਿਲ ਦੀਆਂ ਭਾਵਨਾਵਾਂ ਨੇ। ਉਹੀ ਗੱਲ, ਲੋਕ ਨਾਚ ਨੇ ਜਿਹੜੇ ਉਹ ਤੁਹਾਨੂੰ ਸਿੱਖਣੇ ਨਹੀਂ ਪੈਂਦੇ, ਉਹ ਦਿਲ ਦੀਆਂ ਭਾਵਨਾਵਾਂ ਨੇ, ਉਹ ਬਾਹਰ ਆਉਂਦੇ ਨੇ। ਟੈਕਨੀਕੈਲਿਟੀਜ਼ ਤੁਸੀਂ ਕਹਿ ਲਓ ਕਿ ਐਕਸਪੀਰੀਅੰਸ ਦੇ ਨਾਲ ਆ ਜਾਂਦੀਆਂ ਨੇ, ਰਾਈਟ। ਤੇ ਆਪਾਂ ਗੱਲ ਕਰ ਰਹੇ ਸੀਗੇ ਉਦੋਂ ਗਿੱਧਿਆਂ ਦੇ ਕੰਪੀਟੀਸ਼ਨਾਂ ਦੇ ਵਿੱਚ ਜਦੋਂ ਮੈਂ ਡਾਂਸ ਕਰਨਾ ਤਾਂ ਕਈ ਲੋਕਾਂ ਨੇ ਮੈਨੂੰ ਦੇਖਣਾ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਪਹਿਲੀ ਗੱਲ ਆਉਣੀ ਕਿ ਇੱਕ ਲੜਕਾ ਲੜਕੀ ਬਣਿਆ ਹੋਇਆ। ਅੱਛਾ। ਹਾਂ। ਤੇ ਉੱਥੇ ਹੀ ਬਸ ਉਹਨਾਂ ਦਾ ਦਿਮਾਗ ਖਤਮ ਹੋ ਜਾਂਦਾ ਸੀ, ਰਾਈਟ। ਪਰ ਮੈਂ ਉਹਨਾਂ ਲੋਕਾਂ ਉੱਤੇ ਫੋਕਸ ਨਹੀਂ ਕੀਤਾ ਜੀ ਸ਼ੁਰੂ ਤੋਂ। ਅੱਛਾ। ਅੱਜ ਜੇ ਮੈਂ ਸਕਸੈਸਫੁਲ ਹਾਂ ਇਨ ਵਾਟ ਆਮ ਡੂਇੰਗ, ਜੋ ਚੀਜ਼ ਮੈਂ ਕਰ ਰਿਹਾ ਉਹ ਇਸ ਕਰਕੇ ਹੈ ਕਿਉਂਕਿ ਜਿਹੜੇ ਦੂਸਰੇ ਲੋਕ ਸੀ ਜਿਹੜੇ ਮੈਨੂੰ ਕੰਪਲੀਮੈਂਟ ਕਰ ਰਹੇ ਸੀ, ਜਿਹੜੇ ਮੈਨੂੰ ਕਹਿ ਰਹੇ ਸੀ ਕਿ ਹਾਂ ਤੇਰਾ ਆਰਟ ਵੈਲਿਡ ਹੈ, ਉਹਨਾਂ ਦੀ ਹੱਲਾਸ਼ੇਰੀ ਸੀ। ਹਾਂਜੀ। ਜਿਹੜੇ ਦੂਸਰੇ ਲੋਕ ਸੀ ਮੈਂ ਉਹਨਾਂ ਨੂੰ ਇਸ ਤਰ੍ਹਾਂ ਦੇਖਦਾ ਜੀ ਕਿ ਹਰ ਇੱਕ ਇਨਸਾਨ ਦਾ ਡਿਫਰੈਂਟ ਐਕਸਪੀਰੀਅੰਸ ਹੁੰਦਾ ਹਰ ਇੱਕ ਡਿਫਰੈਂਟ ਚੀਜ਼ ਦੇ ਨਾਲ। ਫੋਰ ਐਗਜ਼ਾਮਪਲ ਮੇ ਬੀ ਤੁਸੀਂ ਕਿਸੇ ਹੋਰ ਗੇ ਇਨਸਾਨ ਨੂੰ ਮੇਰੇ ਤੋਂ ਪਹਿਲਾਂ ਮਿਲੋ ਤੇ ਉਹ ਤੁਹਾਡੇ ਨਾਲ ਨਾਈਸ ਨਹੀਂ ਸੀ, ਠੀਕ ਹੈ, ਰਾਈਟ। ਤਾਂ ਤੁਹਾਡਾ ਮੇਰੀ ਪੂਰੀ ਕਮਿਊਨਿਟੀ ਦੇ ਬਾਰੇ ਇੱਕ ਪਰਸਪੈਕਟਿਵ, ਇੱਕ ਨਜ਼ਰੀਆ ਬਣ ਜਾਣਾ ਕਿ ਇਹ ਤਾਂ ਲੋਕ ਹੀ ਇੱਦਾਂ ਦੇ ਹੁੰਦੇ ਨੇ, ਰਾਈਟ। ਤਾਂ ਮੈਂ ਇਸ ਤਰ੍ਹਾਂ ਦੇਖਦਾ ਕਿ ਹੋ ਸਕਦਾ ਇਹਨਾਂ ਦੇ ਪਹਿਲਾਂ ਬੈਡ ਐਕਸਪੀਰੀਅੰਸਿਸ ਹੋਣ, ਹੋ ਸਕਦਾ ਮੈਂ ਇਹਨਾਂ ਨੂੰ ਥੋੜ੍ਹੇ ਚੰਗੇ ਐਕਸਪੀਰੀਅੰਸਿਸ ਦੇ ਸਕਾਂ ਤੇ ਹੋ ਸਕਦਾ ਇਹਨਾਂ ਦੇ ਜਿਹੜਾ ਨਜ਼ਰੀਆ ਮੇਰੀ ਕਮਿਊਨਿਟੀ ਦੇ ਬਾਰੇ ਉਹ ਬਦਲ ਜੇ। ਚਲੋ ਇਹ ਤਾਂ ਸੀ ਉਸ ਸਮੇਂ ਦੀ ਗੱਲ ਜਦੋਂ ਸਕੂਲ ਦੇ ਵਿੱਚ ਤੁਸੀਂ ਹੁੰਦੇ ਸੀ। ਤੇ ਇੱਥੇ ਜਦੋਂ ਆਉਣ ਦੀ ਤੁਹਾਡੀ ਜਿਹੜੀ ਮੂਵ ਸੀ ਉਸ ਤੋਂ ਜੇ ਪਹਿਲਾਂ ਦੇ ਦਿਨ ਥੋੜ੍ਹੇ ਜਿਹੇ ਮੈਂਸ਼ਨ ਕਰ ਸਕੋ। ਤੁਸੀਂ ਵੀ 10+2 ਕਰਕੇ ਆਏ ਉੱਥੋਂ? ਮੈਂ ਕੈਮੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ ਜੀ ਇੰਡੀਆ ਤੋਂ। ਅੱਛਾ। GTB ਗੜ੍ਹ ਰੋਡੇ ਕਾਲਜ, ਮੋਗਾ ਜ਼ਿਲ੍ਹੇ ਦੇ ਵਿੱਚ ਕੈਮੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ। ਤੇ ਆਉਣ ਤੋਂ ਪਹਿਲਾਂ ਮੈਂ ਡਿਸਕਸ ਕਰਦਾ ਜੀ ਤੁਹਾਡੇ ਨਾਲ, ਮੈਂ ਕਾਲਜ ਦੇ ਵਿੱਚ ਸਾਡੇ ਮੁਕਾਬਲੇ ਹੁੰਦੇ ਸੀ, ਯੂਥ ਫੈਸਟੀਵਲ ਜਿਹਨੂੰ ਆਪਾਂ ਜਾਣਦੇ ਹਾਂ। ਜੇ ਤੁਸੀਂ ਪੰਜਾਬੀ ਹੋ, ਪੰਜਾਬ 'ਚ ਰਹਿੰਦੇ ਹੋ ਤਾਂ ਯੂਥ ਫੈਸਟੀਵਲ ਤੁਸੀਂ ਸੁਣੇ ਹੀ ਹੋਣਗੇ। ਤੁਸੀਂ ਕੋਐਡ ਸਕੂਲ ਦੇ ਕਾਲਜ ਦੇ ਵਿੱਚ ਪੜ੍ਹਦੇ ਰਹੇ ਹੋ ਜਾਂ ਐਕਸਕਲੂਸਿਵਲੀ ਮੁੰਡਿਆਂ ਦਾ ਕਾਲਜ ਸੀ ਉਹ? ਦੋਨੇ ਜੈਂਡਰ ਸੀ ਬਟ ਕੁੜੀਆਂ ਬਹੁਤ ਜ਼ਿਆਦਾ ਘੱਟ ਸੀ ਕਿਉਂਕਿ ਰੋਡੇ ਕਾਲਜ ਦੀ ਜਿਹੜੀ ਰੈਪਿਊਟੇਸ਼ਨ ਹੈ ਉਹ ਇੰਨੀ ਚੰਗੀ ਨਹੀਂ ਹੈਗੀ ਪੰਜਾਬ ਦੇ ਵਿੱਚ। ਸੋ ਲੋਕ ਕੁੜੀਆਂ ਨੂੰ ਉੱਥੇ ਭੇਜਣਾ ਜ਼ਿਆਦਾ ਪਸੰਦ ਨਹੀਂ ਕਰਦੇ ਸੀ। ਅੱਛਾ। ਥੋੜ੍ਹਾ ਵੈਲ ਪੁਣੇ ਵਾਲਾ ਕਾਲਜ ਹੈ ਜੀ ਜੇ ਆਪਾਂ ਕਹਿ ਦਈਏ ਤਾਂ ਸਾਡੇ ਫਿਰ ਜਦੋਂ ਯੂਥ ਫੈਸਟੀਵਲ ਆਇਆ ਤਾਂ ਉਹਨਾਂ ਨੇ ਕਿਹਾ ਕਿ ਲੋਕ ਗੀਤ ਦੇ ਵਿੱਚ ਕੌਣ ਜਾ ਰਿਹਾ, ਤਾਂ ਉੱਥੇ ਮੈਂ ਲੋਕ ਗੀਤ ਗਾਇਆ ਜੀ। ਅੱਛਾ। ਮੱਛਰਦਾਨੀ ਲੈ ਦੇਵੇ ਮੱਛਰ ਨੇ ਖਾਲੀ ਤੋੜ ਕੇ। ਸਾਨੂੰ ਸੁਣਾ ਸਕਦੇ ਹੋ? ਹਾਂਜੀ ਜ਼ਰੂਰ। ਮੱਛਰਦਾਨੀ ਲੈ ਦੇਵੇ ਮੱਛਰ ਨੇ ਖਾਲੀ ਤੋੜ ਕੇ, ਮੱਛਰਦਾਨੀ ਲੈ ਦੇਵੇ ਮੱਛਰ ਨੇ ਖਾਲੀ ਤੋੜ ਕੇ, ਰਾਮ ਨਾਲ ਬਹਿ ਜਾਣੀ ਚਾਦਰ ਦਾ ਪੱਲਾ ਓੜ ਕੇ, ਮੱਛਰਦਾਨੀ ਲੈ ਦੇਵੇ ਮੱਛਰ ਨੇ ਖਾ ਲਈ ਤੋੜ ਕੇ। ਕੀ ਬਾਤ ਹੈ, ਥੈਂਕ ਯੂ ਜੀ। ਅੱਛਾ। ਤੇ ਉਸੇ ਵਕਤ ਉਹਨਾਂ ਨੇ ਮੈਨੂੰ ਸੋਲੋ ਡਾਂਸ ਦੀ ਕੈਟਾਗਰੀ ਬਾਰੇ ਵੀ ਦੱਸਿਆ ਤਾਂ ਮੈਂ ਕਿਹਾ ਕਿ ਮੈਂ ਉਹਨਾਂ ਨੂੰ ਦੱਸਿਆ ਕਿ ਹਾਂਜੀ ਮੈਂ ਇੰਟਰਸਟਡ ਹੈਗਾ, ਜੇ ਤੁਸੀਂ ਠੀਕ ਹੋ ਇਸ ਚੀਜ਼ ਦੇ ਨਾਲ। ਤਾਂ ਮੇਰੇ ਪ੍ਰੋਫੈਸਰਸ ਹੱਸੇ ਥੋੜ੍ਹਾ ਜਿਹਾ
ਓਬਵੀਅਸਲੀ ਨਾਰਮਲ ਰਿਸਪੌਂਸ ਹੈ ਜੀ, ਹਰ ਕਿਸੇ ਨੂੰ ਜਦੋਂ ਕੋਈ ਨਿਊ ਚੀਜ਼ ਇੰਟਰੋਡਿਊਸ ਹੁੰਦੀ ਹੈ ਤਾਂ ਉਹ ਅਗਲਾ ਹੱਸ ਕੇ ਰਿਸਪੌਂਸ ਦਿੰਦਾ ਹੈ। ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਕਰੋ ਜੋ ਤੁਸੀਂ ਕਰਨਾ ਕਰੋ। ਅੱਛਾ। ਤਾਂ ਮੈਨੂੰ ਸ਼ੁਰੂ ਤੋਂ ਹੀ ਬਹੁਤ ਸਪੋਰਟ ਰਹੀ ਹੈ ਮੇਰੇ ਆਸ-ਪਾਸ ਦੇ ਲੋਕਾਂ ਤੋਂ, ਪਰ ਜਿਹੜੇ ਮੇਰੇ ਦੂਰ ਦੇ ਲੋਕ ਸੀ ਉਹਨਾਂ ਨੇ ਅਕਸਰ ਮੈਨੂੰ, ਜਿਹੜੇ ਕਹਿੰਦੇ ਨੇ ਨਾ ਕਿ ਗੰਦੀ ਨਿਗਾਹ ਦੇ ਨਾਲ ਦੇਖ ਕੇ, ਤੇ ਮੈਨੂੰ ਆਲਵੇਜ਼ ਡਿਸਗ੍ਰੇਸ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ। ਠੀਕ ਹੈ। ਹਾਂਜੀ। ਕੈਨੇਡਾ ਦੇ ਵਿੱਚ ਜਦੋਂ ਮੈਂ ਆਉਣਾ ਸੀ, ਮੈਨੂੰ ਪਤਾ ਸੀਗਾ ਕਿ ਮੇਰੇ ਅੰਦਰ ਕੁਛ ਤਾਂ ਸਪੈਸ਼ਲ ਹੈਗਾ, ਤੇ ਉਸ ਸਪੈਸ਼ਲ ਚੀਜ਼ ਨੂੰ ਮੈਂ ਕੈਨੇਡਾ ਦੇ ਵਿੱਚ ਜਾ ਕੇ ਜਾਣਨਾ ਹੈ। ਜਦੋਂ ਹੁਣ ਇੰਜੀਨੀਅਰਿੰਗ ਕਾਲਜ ਦੇ ਵਿੱਚ ਉੱਥੇ ਤੁਸੀਂ ਹੈਗੇ ਸੀ, ਹਾਂਜੀ, ਠੀਕ ਹੈ, ਹੁਣ ਤੁਸੀਂ ਛੋਟੇ ਬੱਚੇ ਨਹੀਂ ਰਹੇ ਸੀ, ਹਾਂਜੀ, ਆਲੇ ਦੁਆਲੇ ਤੁਹਾਡੇ ਜਿਹੜਾ ਮਾਹੌਲ ਸੀ, ਮੈਂ ਥੋੜ੍ਹਾ ਜਿਹਾ ਉਹ ਵੀ ਸਮਝਣ ਦੀ ਕੋਸ਼ਿਸ਼ ਕਰਦੀ। ਤੁਸੀਂ ਵਿੱਚ ਮੈਂਸ਼ਨ ਕੀਤਾ ਸੀ ਕਿ ਮੈਨੂੰ ਬੁਲੀ ਵੀ ਕੀਤਾ ਗਿਆ। ਹਾਂਜੀ। ਜੇ ਥੋੜ੍ਹਾ ਜਿਹਾ ਉਹਨਾਂ ਦਿਨਾਂ ਦੀ ਗੱਲ ਕਰ ਸਕੋ ਤਾਂ ਕਿੱਦਾਂ ਦਾ ਮਾਹੌਲ ਸੀ? ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਨੇੜੇ ਦੇ ਲੋਕ ਤੁਹਾਨੂੰ ਸਪੋਰਟ ਕਰਦੇ ਸੀ, ਦੂਰ ਵਾਲੇ ਜਿਹੜੇ ਸੀ ਉਹ ਡਿਸਗ੍ਰੇਸ ਦਿੰਦੇ ਸੀ, ਮਾੜੇ ਸ਼ਬਦਾਂ ਦਾ ਇਸਤੇਮਾਲ ਕਰਦੇ ਸੀ। ਕੁਝ ਇਹੋ ਜਿਹੀ ਚੀਜ਼, ਕੋਈ ਇਹੋ ਜਿਹੀ ਗੱਲਬਾਤ ਜਿਹਨੇ ਤੁਹਾਨੂੰ ਬਹੁਤ ਜ਼ਿਆਦਾ ਟੁੰਬਿਆ ਹੋਵੇ, ਤੁਹਾਨੂੰ ਸਪੋਰਟ ਦਿੱਤੀ, ਜਾਂ ਤੁਹਾਨੂੰ ਬਹੁਤ ਚੋਭ ਮਾਰੀ ਕਿ ਤੁਹਾਡਾ ਦਿਲ ਕੀਤਾ ਕਿ ਵੀ ਮੈਂ ਪੰਜਾਬ ਛੱਡਣਾ ਹੈ? ਉਸ ਗੱਲ ਨੂੰ ਦੱਸਣ ਦੇ ਲਈ ਮੈਂ ਤੁਹਾਨੂੰ ਥੋੜ੍ਹਾ ਜਿਹਾ ਕੰਟੈਕਸਟ ਦੇਣਾ ਚਾਹੁੰਦਾ ਜੀ ਕਿ ਮੇਰਾ ਨਾਮ ਜੋਲੀਨ ਕਿੱਥੋਂ ਆਇਆ। ਤਾਂ ਉਹ ਸਟੋਰੀ ਮੈਂ ਦੱਸੂੰਗਾ ਅਤੇ ਤੁਹਾਨੂੰ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਮਾਹੌਲ ਹੈ ਸਾਡੇ ਵਰਗੇ ਲੋਕਾਂ ਦੇ ਨਾਲ। ਮੈਂ 9 ਸਾਲ ਲੰਬੇ ਰਿਲੇਸ਼ਨਸ਼ਿਪ ਦੇ ਵਿੱਚ ਸੀ ਇੱਕ ਪੰਜਾਬੀ ਮੁੰਡੇ ਦੇ ਨਾਲ। ਅੱਛਾ। ਬੈਕ ਹੋਮ ਇਨ ਇੰਡੀਆ। ਅਸੀਂ ਇਕੱਠੇ ਗਰੋ ਅਪ ਹੋਏ, ਅਸੀਂ ਇਕੱਠੇ ਸਕੂਲ ਗਏ, ਅਤੇ ਜਦੋਂ ਅਸੀਂ ਟੀਨਏਜ ਦੇ ਵਿੱਚ ਸੀ ਸਾਨੂੰ ਇੱਕ ਦੂਸਰੇ ਦੇ ਨਾਲ ਪਿਆਰ ਹੋ ਗਿਆ। ਠੀਕ ਹੈ। ਬਹੁਤ ਵਧੀਆ ਦਿਨ ਸੀ। ਕਹਿ ਲਓ ਕਿ ਇੰਡੀਆ ਦੇ ਵਿੱਚ ਮੈਨੂੰ ਕਦੇ ਇੰਨੀ ਖੁਸ਼ੀ ਨਹੀਂ ਸੀ ਮਹਿਸੂਸ ਹੋਈ ਜਿੰਨੀ ਉਸ ਟਾਈਮ ਹੋ ਰਹੀ ਸੀ। ਪਰ ਇੱਕ ਡਰ ਵੀ ਸੀ, ਕਿਉਂਕਿ ਪਤਾ ਸੀਗਾ ਕਿ ਸੋਸਾਇਟੀ ਦੇ ਵਿੱਚ ਇਹ ਚੀਜ਼ ਕਦੇ ਵੀ ਐਕਸੈਪਟੇਬਲ ਨਹੀਂ ਹੋਏਗੀ। ਐਕਸੈਪਟੇਬਲ ਤਾਂ ਇੱਕ ਕੁੜੀ ਮੁੰਡੇ ਦਾ ਹੁੰਦਾ, ਉਹ ਵੀ ਨਹੀਂ ਸੀ ਹੋਣਾ। ਉਹ ਵੀ ਜੇ ਡਿਫਰੈਂਟ ਧਰਮ ਦੀ ਮੈਰਿਜ ਹੋਵੇ ਉਹ ਵੀ ਨਹੀਂ ਐਕਸੈਪਟੇਬਲ ਕਰਦੇ। ਤਾਂ ਸਾਡਾ ਤਾਂ ਜੀ, ਤੁਹਾਡੇ ਬਹੁਤ ਸਾਰੇ ਡਿਫਰੈਂਸਿਸ ਸਨ? ਨਹੀਂ, ਡਿਫਰੈਂਸਿਸ ਤਾਂ ਕਹਿ ਲਓ ਘੱਟ ਸੀਗੇ, ਪਰ ਸੋਸਾਇਟੀ ਨਹੀਂ ਜੀਣ ਦਿੰਦੀ, ਇਹੀ ਕਹਿ ਲਓ। ਅਤੇ ਅਸੀਂ ਬਹੁਤ ਖੁਸ਼ ਸੀ, ਲੋਕਾਂ ਨੂੰ ਲੱਗਦਾ ਸੀ ਕਿ ਅਸੀਂ ਬੈਸਟ ਫਰੈਂਡਸ ਹਾਂ। ਅੱਛਾ। ਅਤੇ ਉਹ ਵੀ ਸਾਡੇ ਨਾਲ ਖੁਸ਼ ਸੀ। ਤਾਂ ਉੱਥੇ ਜਾ ਕੇ ਮੇਰਾ ਮਾਈਂਡ ਬਣਿਆ ਕਿ ਨਹੀਂ, ਮੈਨੂੰ ਇਹ ਦੇਸ਼ ਛੱਡਣਾ ਪੈਣਾ ਜੇ ਮੈਂ ਇਸ ਇਨਸਾਨ ਦੇ ਨਾਲ ਆਪਦੀ ਜ਼ਿੰਦਗੀ ਜਿਉਣਾ ਚਾਹੁੰਦਾ। ਅੱਛਾ। ਜਦੋਂ ਮੈਂ 5 ਸਾਲ ਰਿਲੇਸ਼ਨਸ਼ਿਪ ਦੇ ਵਿੱਚ ਰਹਿਣ ਤੋਂ ਬਾਅਦ ਇੰਡੀਆ ਛੱਡਿਆ ਅਤੇ ਮੈਂ ਇੱਥੇ ਆਇਆ, ਤਾਂ ਮੈਨੂੰ ਜਦੋਂ ਗੇਜ਼ ਬਾਰੇ ਪਤਾ ਲੱਗਿਆ, ਮੈਂ ਉਹਨੂੰ ਵੀ ਦੱਸਣਾ ਸ਼ੁਰੂ ਕੀਤਾ ਇਹਨਾਂ ਚੀਜ਼ਾਂ ਬਾਰੇ। ਸਾਡਾ ਜਿਹੜਾ ਰਿਲੇਸ਼ਨਸ਼ਿਪ ਸੀ ਉਹ ਹੋਰ ਡੂੰਘਾ ਹੋਇਆ। ਅਸੀਂ 4 ਸਾਲ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਦੇ ਵਿੱਚ ਰਹੇ। ਅੱਛਾ। ਆਖਿਰ 'ਤੇ ਆ ਕੇ ਜਦੋਂ ਮੇਰੀ ਪੋਪੂਲੈਰਿਟੀ ਵੱਧਦੀ ਗਈ ਤਾਂ ਲੋਕਾਂ ਨੂੰ ਰੀਅਲਾਈਜ਼ ਹੁੰਦਾ ਗਿਆ ਇੰਡੀਆ ਦੇ ਵਿੱਚ ਕਿ ਜੋ ਇਹ 2 ਬੈਸਟ ਫਰੈਂਡਸ ਨੇ ਉਹ ਬੈਸਟ ਫਰੈਂਡ ਨਹੀਂ ਬਟ ਬॉयਫ੍ਰੈਂਡਸ ਨੇ। ਸੋ ਉੱਥੇ ਤੁਸੀਂ ਬਹੁਤਾ ਜ਼ਿਆਦਾ ਓਪਨ ਨਹੀਂ ਸੀ, ਇੱਥੇ ਆ ਕੇ ਤੁਸੀਂ ਓਪਨ ਹੋ ਗਏ, ਇਹ ਫ਼ਰਕ ਪੈ ਗਿਆ? ਫ਼ਰਕ ਇਹ ਸੀ ਕਿ ਜਦੋਂ ਇੰਡੀਆ ਦੇ ਵਿੱਚ ਮੈਨੂੰ ਕੋਈ ਕਹਿੰਦਾ ਸੀ ਕਿ ਤੂੰ ਗੇ ਹੈ, ਤਾਂ ਮੈਂ ਉਹਨੂੰ ਕਹਿਣਾ ਮੈਂ ਇਸ ਸਵਾਲ ਦਾ ਜਵਾਬ ਨਹੀਂ ਦੇਣਾ। ਪਰ ਤੁਸੀਂ ਕਹਿ ਰਹੇ ਸੀ ਮੈਂ ਸ਼ਬਦ ਨਹੀਂ ਸੁਣਿਆ ਉਦੋਂ। ਹਾਂਜੀ, ਪਰ ਉਹਨਾਂ ਨੇ ਇਹੀ ਸ਼ਬਦ ਪੰਜਾਬੀ ਦੇ ਵਿੱਚ ਯੂਜ਼ ਕਰਨਾ ਬੜੇ ਮਾੜੇ ਤਰੀਕੇ ਦੇ ਨਾਲ। ਸਮਝ ਗਈ। ਹਾਂਜੀ। ਅਤੇ ਮੈਂ ਉਹਨਾਂ ਨੂੰ ਕਹਿ ਦੇਣਾ ਕਿ ਮੈਂ ਇਸ ਸ਼ਬਦ ਬਾਰੇ ਕੋਈ ਬਿਆਨ ਨਹੀਂ ਦੇਣਾ ਚਾਹੁੰਦਾ, ਮੈਂ ਬੋਲਣਾ ਹੀ ਨਹੀਂ ਚਾਹੁੰਦਾ ਕੁਛ ਵੀ। ਪਰ ਜਦੋਂ ਮੈਂ ਕੈਨੇਡਾ ਆਇਆ ਅਤੇ ਲੋਕਾਂ ਨੇ ਮੈਨੂੰ ਕਿਹਾ ਆਰ ਯੂ ਗੇ, ਮੈਂ ਕਿਹਾ ਯੈਸ ਆਈ ਐਮ, ਵੈਰੀ ਪ੍ਰਾਊਡਲੀ, ਰਾਈਟ। ਤਾਂ ਉਹ ਚੇਂਜ ਹੋਈ ਗੱਲ। ਉਹ ਚੀਜ਼ ਮੈਂ ਸੋਸ਼ਲ ਮੀਡੀਆ 'ਤੇ ਵੀ ਕਹੀ, ਐਂਡ ਦੈਨ ਆਈ ਬਿਕੇਮ ਅ ਡਰੈਗ ਕੁਈਨ। ਅੱਛਾ। ਜਦੋਂ ਡਰੈਗ ਕੁਈਨ ਬਣਿਆ ਜੀ, ਉਦੋਂ ਤਾਂ ਬਿਲਕੁਲ ਹੀ ਇਹ ਚੀਜ਼ ਜਿਹਨੂੰ ਕਹਿੰਦੇ ਨੇ ਨਾ ਕਿ ਪਾਣੀ ਸਿਰ ਤੋਂ ਟੱਪ ਗਿਆ ਪੰਜਾਬੀਆਂ ਦੇ, ਉਹ ਗੱਲ ਹੋ ਗਈ। ਅਤੇ ਸਾਡਾ ਜਿਹੜਾ ਰਿਲੇਸ਼ਨਸ਼ਿਪ ਸੀ ਮੇਰੇ ਡਰੈਗ ਕੁਈਨ ਬਣਨ ਤੋਂ 2 ਮਹੀਨੇ ਪਹਿਲਾਂ ਉਹ ਟੁੱਟ ਗਿਆ, ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਕੀ ਚੱਲ ਰਿਹਾ ਹੈ ਬੈਕ ਹੋਮ। ਹੀ ਵਾਂਟਡ ਟੂ ਹਾਈਡ ਇਟ। ਹੀ ਵਾਂਟਡ ਟੂ ਹਾਈਡ ਇਟ, ਕਿਉਂਕਿ ਜੇ ਉਹਦੇ ਘਰਦਿਆਂ ਨੂੰ ਪਤਾ ਲੱਗਦਾ, ਉਹਦੇ ਘਰ ਦੇ ਬਹੁਤ ਕੰਜ਼ਰਵੇਟਿਵ ਪੰਜਾਬੀ ਫੈਮਿਲੀ ਤੋਂ ਸੀ, ਪੜ੍ਹੇ ਲਿਖੇ ਨਹੀਂ ਸੀ, ਤਾਂ ਕਹਿ ਲਓ ਕਿ ਉਹਨਾਂ ਨੂੰ ਸਮਝ ਨਹੀਂ ਸੀ ਆਉਣਾ, ਤਾਂ ਉਹ ਹਾਈਡ ਕਰਨਾ ਚਾਹੁੰਦਾ ਸੀ। ਪਰ ਅਸੀਂ ਸੇਮ ਟਾਈਮ 'ਤੇ ਟਰਾਈ ਕਰ ਰਹੇ ਸੀ ਕਿ ਉਹ ਕੈਨੇਡਾ ਆ ਜਾਏ, ਤਾਂ ਕਿ ਸਾਨੂੰ ਹਾਈਡ ਕਰਨ ਦੀ ਲੋੜ ਨਾ ਪਵੇ, ਅਸੀਂ ਜਸਟ ਓਪਨਲੀ ਆਪਦੀ ਲਾਈਫ ਕੈਨੇਡਾ ਦੇ ਵਿੱਚ ਜੀ ਸਕੀਏ। ਆਖਿਰਕਾਰ ਜਦੋਂ ਉਸ ਦੇ ਘਰਦਿਆਂ ਨੂੰ ਪਤਾ ਲੱਗਿਆ ਤਾਂ ਬਹੁਤ ਧੱਕੇ ਦੇ ਨਾਲ ਜਿਹਨੂੰ ਕਹਿ ਲਓ ਸਾਡਾ ਰਿਲੇਸ਼ਨਸ਼ਿਪ ਸੀ ਉਹ ਤੋੜ ਦਿੱਤਾ ਗਿਆ ਸੋਸਾਇਟੀ ਵੱਲੋਂ। ਠੀਕ ਹੈ। ਉਸ ਵਕਤ ਮੈਂ ਬਹੁਤ ਜ਼ਿਆਦਾ ਬੈਡ ਮੈਂਟਲ ਸਟੇਟ ਦੇ ਵਿੱਚ ਸੀ, ਕਿਉਂਕਿ ਇੱਕ ਇਨਸਾਨ ਜਿਹਦੇ ਨਾਲ ਤੁਸੀਂ ਆਪਦੀ ਜ਼ਿੰਦਗੀ ਦਾ ਇੰਨਾ ਲੰਬਾ ਸਮਾਂ ਕੱਟਿਆ, ਉਸ ਇਨਸਾਨ ਦੇ ਨਾਲ ਹੁਣ ਤੁਸੀਂ ਗੱਲ ਵੀ ਨਹੀਂ ਕਰ ਸਕਦੇ। ਆਲ ਆਫ ਸਡਨ ਇੱਕ ਦਿਨ ਦੇ ਵਿੱਚ ਇਹ ਸਭ ਕੁਝ ਹੋ ਗਿਆ। ਉਹ ਜਿਹੜੀ ਮੈਂਟਲ ਹੈਲਥ ਸੀ, ਉਹ ਜਿਹੜੀ ਮਾੜੀ ਮੈਂਟਲ ਹੈਲਥ ਸੀ,
ਉਹਨੇ ਮੈਨੂੰ 1 ਹਫ਼ਤੇ ਦੇ ਲਈ ਹਸਪੀਟਲ ਦੇ ਵਿੱਚ ਐਡਮਿਟ ਕਰਵਾਤਾ ਜੀ। ਇੱਥੇ ਸੀ ਤੁਸੀਂ? ਹਾਂਜੀ, ਕੈਨੇਡਾ ਦੇ ਵਿੱਚ। ਆਈ ਵਾਜ਼ ਇਨ ਦਾ ਯੂਕੋਨ। ਤੁਹਾਡੇ ਕੋਲ ਸਪੋਰਟ ਹੈਗੀ ਸੀ ਇੱਥੇ? ਬਿਲਕੁਲ ਵੀ ਨਹੀਂ, ਅਲੋਨ। ਅਲੋਨ ਸੀਗੇ? ਹਾਂਜੀ। ਉਸ ਟਾਈਮ ਫਿਰ ਮੈਂ ਸੋਚਿਆ ਕਿ ਕੁਛ ਤਾਂ ਕਰਨਾ ਪੈਣਾ, ਆਪਦੇ ਮਾਈਂਡ ਨੂੰ ਡਿਸਟਰੈਕਟ ਕਰਨਾ ਪੈਣਾ, ਤਾਂ ਕਿਉਂ ਨਾ ਆਪਦੇ ਸੱਭਿਆਚਾਰ 'ਚੋਂ ਥੋੜ੍ਹਾ ਜਿਹਾ ਮੈਂ ਨਿਕਲਾਂ, ਆਪਦੀਆਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਮੈਂ ਸੋਚਣਾ ਬੰਦ ਕਰਾਂ ਹਾਂ। ਤੇ ਕੁਛ ਨਵੀਂ ਚੀਜ਼ ਬਾਰੇ ਦੇਖਿਆ ਜਾਵੇ। ਮੈਂ ਪੌਪ ਕਲਚਰ ਦੇ ਜਿਹੜੇ ਆਈਕਨ ਸੀ, ਬ੍ਰਿਟਨੀ ਸਪੀਅਰਸ, ਵਿਟਨੀ ਹਿਊਸਟਨ, ਡੋਲੀ ਪਾਰਟਨ, ਇਹਨਾਂ ਨੂੰ ਸੁਣਨਾ ਸ਼ੁਰੂ ਕੀਤਾ ਜੀ। ਓਕੇ। ਡੋਲੀ ਪਾਰਟਨ ਦਾ ਇੱਕ ਸੌਂਗ ਹੈ ਜੋਲੀਨ, ਜਿਹਦੇ ਵਿੱਚ ਉਹ ਆਪਦੇ ਹਸਬੈਂਡ ਜੋ ਕਿ ਬੈਂਕ ਦੇ ਵਿੱਚ ਗਿਆ ਤੇ ਉੱਥੇ ਇੱਕ ਲੜਕੀ ਬੈਠੀ ਹੈ ਜੋਲੀਨ, ਜੋ ਉਹਦੀ ਹੈਲਪ ਕਰ ਰਹੀ ਹੈ। ਬਹੁਤ ਸੋਹਣੀ ਲੜਕੀ ਹੈ, ਪਰ ਉਹਦਾ ਹਸਬੈਂਡ ਹੈ ਜਿਹੜਾ ਉਹ ਉਹਦੇ ਤੇ ਮਰਦਾ ਹੈ। ਅੱਛਾ। ਹਾਂ। ਤੇ ਉਹ ਕਹਿੰਦੀ, ਜੋਲੀਨ ਆਈ ਐਮ ਬੈਗਿੰਗ ਆਫ ਯੂ, ਪਲੀਜ਼ ਡੋਂਟ ਟੇਕ ਮਾਈ ਮੈਨ। ਸੇਮ ਟਾਈਮ ਤੇ ਮੈਨੂੰ ਪਤਾ ਲੱਗਿਆ ਕਿ ਜਿਹੜਾ ਮੇਰਾ ਐਕਸ ਹੈ ਉਹ ਵੀ ਅੰਗੇਜ ਹੋ ਰਿਹਾ ਹੈ ਇੱਕ ਲੜਕੀ ਦੇ ਨਾਲ ਫੋਰਸਫੁਲੀ ਬੈਕ ਹੋਮ। ਅੱਛਾ। ਤਾਂ ਜੇ ਮੈਂ ਇਸ ਟਰਾਇੰਗਲ ਦੇ ਵਿੱਚ ਮੇਰਾ ਉਸ ਲੜਕੀ ਤੇ ਮੇਰੇ ਐਕਸ ਦੇ ਵਿੱਚ ਗੱਲ ਕਰਾਂ ਤਾਂ ਮੈਂ ਜੋਲੀਨ ਬਣ ਗਿਆ ਜੀ। ਓਕੇ। ਉੱਥੋਂ ਮੈਂ ਉਸ ਕਿੱਸੇ ਤੋਂ ਉਸ ਕਿਰਦਾਰ ਦੀ ਰਚਨਾ ਕੀਤੀ। ਠੀਕ ਹੈ। ਰਾਈਟ। ਬਦਲਿਆ ਨਹੀਂ ਵਕਤ, ਬਸ ਪਿਆਰ ਬਦਲ ਗਿਆ, ਜਿਸ ਨੂੰ ਕਦੇ ਰੱਬ ਮੰਨਿਆ ਸੀ ਅੱਜ ਉਹ ਯਾਰ ਬਦਲ ਗਿਆ। ਰਾਈਟ। ਉਹ ਜਦੋਂ ਗੱਲ ਹੋਈ ਤੇ ਉਸ ਸਮੇਂ ਤੇ ਇਸ ਕਿਰਦਾਰ ਦੀ ਜਦੋਂ ਰਚਨਾ ਹੋਈ ਤਾਂ ਫਿਰ ਮੈਂ ਕਿਹਾ ਚਲੋ ਸਟੇਜ ਤੇ ਲੈ ਕੇ ਜਾਂਦੇ ਹਾਂ ਇਸ ਕਿਰਦਾਰ ਨੂੰ। ਜਿਹੜੇ ਆਪਦੇ ਇਮੋਸ਼ਨਸ ਨੇ, ਰਾਈਟ, ਉਹਨੂੰ ਆਪਾਂ ਗਾਣਿਆਂ ਦੇ ਨਾਲ, ਪੰਜਾਬੀ ਸੱਭਿਆਚਾਰਕ ਸੌਂਗ ਜਾਂ ਬਾਲੀਵੁੱਡ ਸੌਂਗਸ ਨੇ ਉਹਨਾਂ ਦੇ ਨਾਲ ਬਾਹਰ ਕੱਢਦੇ ਹਾਂ। ਲਿਖਦੇ ਵੀ ਹੋ ਤੁਸੀਂ? ਥੋੜਾ ਬਹੁਤ। ਹੁਣ ਤਾਂ ਕਹਿ ਲਓ ਕਿ ਬੁੱਕਡ ਐਂਡ ਬਲੈਸਡ ਹੈ ਜੀ, ਟਾਈਮ ਨਹੀਂ ਮਿਲਦਾ ਲਿਖਣ ਦਾ। ਅੱਛਾ। ਹਾਂਜੀ, 7 ਦਿਨ ਸ਼ੋਜ਼ ਹੁੰਦੇ ਨੇ, ਡੂਇੰਗ ਸ਼ੋਜ਼ ਐਵਰੀ ਡੇ। ਸੋ ਜਿੰਨਾ ਆਪਾਂ ਵਿਜ਼ੀਬਲ ਹੋ ਸਕਦੇ ਹਾਂ ਕਮਿਊਨਿਟੀ ਦੇ ਵਿੱਚ, ਜਿੰਨੀ ਕੁ ਮੈਂ ਸੇਫ ਸਪੇਸ ਪ੍ਰੋਵਾਈਡ ਕਰ ਸਕਦਾ ਹਾਂ ਮੇਰੇ ਕਮਿਊਨਿਟੀ ਦੇ ਲੋਕਾਂ ਨੂੰ, ਸਪੈਸ਼ਲੀ ਪੰਜਾਬੀ ਕੁਈਰ ਪੀਪਲ ਨੇ ਜਿਹੜੇ, ਰਾਈਟ, ਉਹ ਬਹੁਤ ਸੇਫ ਮਹਿਸੂਸ ਕਰਦੇ ਨੇ ਜਦੋਂ ਦੇਖਦੇ ਨੇ ਕਿ ਹਾਂ ਇੱਕ ਪੰਜਾਬੀ ਡਰੈਗ ਕੁਈਨ ਪੰਜਾਬੀ ਸੌਂਗ ਦੇ ਉੱਤੇ ਡਾਂਸ ਕਰ ਰਹੀ ਹੈ। ਉਹ ਕਹਿੰਦੇ ਕਿ ਅਸੀਂ ਵੀ ਉੱਥੇ ਜਾਣਾ ਹੈ। ਅੱਛਾ। ਕਿਉਂਕਿ ਜੇ ਇਹ ਲੜਕਾ ਲੜਕੀ ਵਾਲੇ ਕੱਪੜੇ ਪਾ ਕੇ ਸਟੇਜ ਤੇ ਜਾ ਕੇ ਡਾਂਸ ਕਰ ਸਕਦਾ ਹੈ ਤਾਂ ਸਾਨੂੰ ਉੱਥੇ ਕਿਸੇ ਨੇ ਕੁਛ ਨਹੀਂ ਕਹਿਣਾ। ਤਾਂ ਉਹਨਾਂ ਨੂੰ ਉੱਥੇ ਉਹ ਸੈਟਿਸਫੈਕਸ਼ਨ ਹੁੰਦੀ ਹੈ ਜੀ। ਅੱਛਾ, ਨਾਲ ਮੈਂ ਥੋੜ੍ਹੀਆਂ ਹੋਰ ਗੱਲਾਂ ਕਰਨਾ ਚਾਹੁੰਦੀ ਹਾਂ। ਹਾਂਜੀ। ਮੈਂ ਦੇਖ ਰਹੀ ਸੀ ਕਿ ਕੈਨੇਡਾ ਦੇ ਵਿੱਚ ਜਿਹੜੇ ਸਟੈਟਸ ਕੈਨੇਡਾ ਦੇ ਮੈਂ ਅੰਕੜੇ ਦੇਖ ਰਹੀ ਸੀ ਕਿ ਇਸ ਕਮਿਊਨਿਟੀ ਦੇ ਲੋਕਾਂ ਦੀ ਗਿਣਤੀ ਇੰਨੀ ਵੱਡੀ ਹੈਗੀ ਆ। ਇਹ ਤਾਂ ਕੁਝ ਸਾਲਾਂ ਪਹਿਲਾਂ ਦੇ ਅੰਕੜੇ ਹੈਗੇ ਆ। ਲੇਟੈਸਟ ਜਿਹੜੇ ਆ ਸਟੈਟਸ ਕੈਨੇਡਾ ਦੇ, ਉਹ ਅੰਕੜੇ ਮੇਰੇ ਕੋਲ ਮੌਜੂਦ ਨਹੀਂ ਹੈਗੇ। ਮੇਰੇ ਖਿਆਲ 2015 ਦੇ ਆ ਕਿ 1 ਮਿਲੀਅਨ ਤੋਂ ਜ਼ਿਆਦਾ ਲੋਕ ਹੈਗੇ ਆ ਇਸ ਕਮਿਊਨਿਟੀ ਦੇ ਨਾਲ ਸੰਬੰਧਿਤ। ਵੱਡੀ ਜਨਸੰਖਿਆ। ਸਿਰਫ ਆਪਾਂ ਕੈਨੇਡਾ ਦੀ ਗੱਲ ਕਰ ਰਹੇ ਹਾਂ, ਉਹ ਵੀ 4-5 ਸਾਲ ਪਹਿਲਾਂ ਦੀ ਮੈਂ ਗੱਲ ਕਰ ਰਹੀ ਹੈਗੀ ਹਾਂ। ਹੁਣ ਇੱਥੇ ਜਿਸ ਕਰਕੇ ਅੱਜ ਆਪਾਂ ਬੈਠੇ ਹਾਂ, ਹਾਂਜੀ, ਐਜੂਕੇਟ ਕਰਨ ਦੇ ਲਈ, ਕਮਿਊਨਿਟੀ ਨੂੰ ਅਵੇਅਰ ਕਰਨ ਦੇ ਲਈ, ਬਹੁਤ ਸਾਰੇ ਇਹੋ ਜਿਹੇ ਮਾਪੇ ਹੋਣਗੇ ਜਿਨ੍ਹਾਂ ਦੇ ਬੱਚਿਆਂ ਦੀ ਕਹਾਣੀ ਤੁਹਾਡੀ ਕਹਾਣੀ ਵਰਗੀ ਹੋਏਗੀ। ਸਾਰੇ ਉਸੇ ਚੀਜ਼ ਦੇ ਵਿੱਚੋਂ ਗੁਜ਼ਰਦੇ ਹੈਗੇ ਆ। ਪਰ ਨਾਲ ਇਹ ਖਿਆਲ ਮੈਨੂੰ ਆ ਰਿਹਾ ਕਿ ਹੁਣ ਅੱਜ ਕੱਲ੍ਹ ਇਸ ਵੇਲੇ ਜਦੋਂ ਹੁਣ ਤੁਸੀਂ ਜੋਲੀਨ ਕੁਈਨ ਦੇ ਤੌਰ ਦੇ ਉੱਤੇ ਬਹੁਤ ਜ਼ਿਆਦਾ ਸਵੀਕਾਰੇ ਜਾ ਚੁੱਕੇ ਹੋ, ਤੁਸੀਂ ਪਾਪੂਲਰ ਹੋ, ਤੁਹਾਡੀ ਫੋਲੋਇੰਗ ਹੈਗੀ ਆ, ਤੁਸੀਂ ਆਪਣੀ ਰੂਹ ਦੇ ਵਿੱਚ ਖੁਸ਼ ਹੋ, ਤੁਸੀਂ ਆਪਣੀ ਸਰੀਰ ਦੇ ਵਿੱਚ ਖੁਸ਼ ਹੈਗੇ ਹੋ, ਮਾਪੇ ਤੁਹਾਡੇ ਕਿਵੇਂ ਮਹਿਸੂਸ ਕਰਦੇ ਆ? ਮਾਪਿਆਂ ਨੂੰ ਜੀ ਹੁਣ ਸਮਝ ਆ ਰਿਹਾ ਹੈ ਬਹੁਤ ਚੰਗੇ ਤਰੀਕੇ ਦੇ ਨਾਲ ਕਿ ਮੇਰਾ ਪ੍ਰੋਫੈਸ਼ਨ ਕੀ ਹੈ। ਕਿਉਂਕਿ ਜੇ ਤੁਸੀਂ ਇੰਡੀਆ ਦੇ ਵਿੱਚ ਦੇਖੋ ਤਾਂ ਇੱਕ ਮੇਲ ਜੋ ਫੀਮੇਲ ਬਣ ਕੇ ਇੰਡੀਆ ਦੇ ਵਿੱਚ ਡਾਂਸ ਕਰ ਰਿਹਾ ਹੈ, ਉਹਨੂੰ ਤੁਸੀਂ ਪ੍ਰੋਸਟੀਟਿਊਟ ਕਹਿੰਦੇ ਹੋ। ਸੋ ਜਦੋਂ ਆਪਣੇ ਭਾਰਤੀ ਪੇਰੈਂਟਸ ਦੇਖਦੇ ਨੇ ਕਿ ਹਾਂਜੀ ਆਪਣਾ ਬੱਚਾ ਕੈਨੇਡਾ ਦੇ ਵਿੱਚ ਇਹ ਕਰ ਰਿਹਾ ਹੈ, ਪਰ ਉਹਨਾਂ ਨੂੰ ਇੰਡੀਆ ਬੈਠੇ ਇਸ ਚੀਜ਼ ਦੀ ਕੋਈ ਨੌਲੇਜ ਨਹੀਂ, ਤਾਂ ਓਬਵੀਅਸਲੀ ਉਹਨਾਂ ਦੇ ਦਿਮਾਗ ਦੇ ਵਿੱਚ ਇੱਕਦਮ ਆਈਡੀਆ ਜਾਂਦਾ ਕਿ ਹੋ ਸਕਦਾ ਇਹ ਵੀ ਉਹੀ ਹੋਵੇ, ਹੋ ਸਕਦਾ ਇਹ ਵੀ ਗਲਤ ਹੋਵੇ। ਸੋ ਸ਼ੁਰੂਆਤੀ ਕਾਫੀ ਸਮਾਂ ਦੇ ਵਿੱਚ ਉਹਨਾਂ ਨੂੰ ਇਹੀ ਲੱਗਿਆ ਕਿ ਸਾਨੂੰ ਕੁਝ ਪਤਾ ਨਹੀਂ ਕੀ ਹੋ ਰਿਹਾ ਕੈਨੇਡਾ ਦੇ ਵਿੱਚ, ਹੋ ਸਕਦਾ ਇਹ ਗਲਤ ਹੈ। ਤੇ ਕੈਨੇਡਾ ਦਾ ਮੁੰਡਾ ਚਲਾ ਗਿਆ, ਗਵਾ ਬੈਠਿਆ ਸੀ, ਹਾਂਜੀ, ਹੱਥੋਂ ਨਿਕਲ ਗਿਆ। ਪਰ ਹੁਣ ਅਕਸਰ ਹੁਣ ਮੇਰੀ ਸਕਸੈਸ ਦੇ ਨਾਲ ਜਦੋਂ ਮੈਂ ਮੀਡੀਆ ਦੇ ਵਿੱਚ ਆਇਆ, ਜਦੋਂ ਮੇਰੀਆਂ ਡਾਕੂਮੈਂਟਰੀਜ਼ ਪਬਲਿਸ਼ ਹੋਈਆਂ, ਜਦੋਂ ਮੇਰੀਆਂ ਰੇਡੀਓ ਇੰਟਰਵਿਊਜ਼ ਆਈਆਂ, ਤਾਂ ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ, ਲੋਕ ਉਹਦੀ ਰਿਸਪੈਕਟ ਕਰਦੇ ਨੇ, ਲੋਕ ਉਹਦੇ ਆਰਟ ਨੂੰ ਇੰਜੋਏ ਕਰਦੇ ਨੇ। ਇਹ ਤਾਂ ਬਿਲਕੁਲ ਅਲੱਗ ਚੀਜ਼ ਹੈ। ਉਹ ਬਹੁਤ ਪ੍ਰਾਊਡ ਕਰਦੇ ਨੇ। ਉਹਨਾਂ ਨੇ ਕਦੇ ਮੈਨੂੰ ਰੋਕਿਆ ਨਹੀਂ, ਉਹਨਾਂ ਕੋਲੇ ਨੌਲੇਜ ਨਹੀਂ ਸੀ, ਜਸਟ ਲਾਈਕ ਯੂ ਐਂਡ ਮੀ ਜੀ। ਤੇ ਉਹਨਾਂ ਨੂੰ ਉਹ ਨੌਲੇਜ ਦੇਣ ਦੇ ਲਈ ਮੈਂ ਹੈਗਾ। ਜਦੋਂ ਮੇਰੀ ਉਹਨਾਂ ਨਾਲ ਫੋਨ ਤੇ ਗੱਲ ਹੁੰਦੀ ਹੈ, ਮੈਂ ਉਹਨਾਂ ਨੂੰ ਅਕਸਰ ਕਹਿੰਦਾ ਕਿ ਤੁਸੀਂ ਮੈਥੋਂ ਸਵਾਲ ਪੁੱਛੋ, ਰਾਈਟ, ਸਵਾਲ ਪੁੱਛੋਗੇ ਤਾਂ ਜਵਾਬ ਮਿਲ ਜਾਣਗੇ ਜੀ। ਬਟ ਜੇ ਤੁਸੀਂ ਆਪਦੇ ਜਿਹੜੇ ਖਿਆਲ ਨੇ ਉਹ ਮਨ 'ਚ ਰੱਖ ਕੇ ਜਿਹੜੀ ਸ਼ਬਦਾਵਲੀ ਦਾ ਯੂਜ਼ ਕਰਦੇ ਹੋ, ਉਹ ਸਾਨੂੰ ਹਰਟ ਕਰ ਸਕਦੀ ਹੈ। ਤੁਹਾਡੇ ਹੋਰ ਸਿਬਲਿੰਗਸ ਵੀ ਹੈਗੇ ਨੇ? ਹਾਂਜੀ, ਮੇਰਾ ਇੱਕ ਵੱਡਾ ਭਰਾ 4 ਸਾਲ ਮੈਥੋਂ ਵੱਡਾ ਜੀ। ਉਹਨੂੰ ਉਹਦੇ
ਫਰੈਂਡ ਸਰਕਲ ਨੇ ਬਹੁਤ ਬੁਲੀ ਕੀਤਾ ਜਦੋਂ ਮੈਂ ਡਰੈਗ ਕੁਈਨ ਬਣਨਾ ਸ਼ੁਰੂ ਕੀਤਾ ਸੀ ਜੀ। ਜਦੋਂ ਮੇਰੀ ਫਰਸਟ ਵੀਡੀਓ ਵਾਇਰਲ ਹੋਈ ਸੀ ਟਿਕਟੌਕ ਦੇ ਉੱਤੇ ਤਾਂ ਉਹਦੇ ਫਰੈਂਡਸ ਨੇ ਉਹਨੂੰ ਕਿਹਾ ਕਿ ਦੇਖ ਤੇਰਾ ਭਰਾ ਕੀ ਕਰਦਾ ਕੈਨੇਡਾ ਜਾ ਕੇ, ਬਹੁਤ ਹੋਰ ਤਰ੍ਹਾਂ ਦੀਆਂ ਗੱਲਾਂ ਕਹੀਆਂ। ਉਹਨੇ ਮੇਰੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਹੁਣ ਕਰਦਾ? ਹਾਂਜੀ ਹੁਣ ਕਰਦਾ ਜੀ। ਅੱਛਾ। ਹੁਣ ਉਹਦੇ ਉਹੀ ਫਰੈਂਡ ਮੈਨੂੰ ਰੀਚ ਆਊਟ ਕਰਦੇ ਨੇ ਕਿ ਹਾਂ ਭਾਈ ਸਾਡੀ ਸਟੋਰੀ ਪਾ ਦੇ ਆਪਦੇ ਇੰਸਟਾਗ੍ਰਾਮ ਤੇ। ਅੱਛਾ। ਸਾਡੀ ਹੈਲਪ ਹੀ ਕਰਦੇ ਇਸ ਚੀਜ਼ ਦੇ ਵਿੱਚ। ਤਾਂ ਮੈਂ ਉਹਨੂੰ ਉਹੀ ਚੀਜ਼ ਐਕਸਪਲੇਨ ਕਰ ਸਕਦਾ ਕਿ ਦੇਖ ਅੱਜ ਤੇਰੇ ਫਰੈਂਡਸ ਵੀ ਅੰਡਰਸਟੈਂਡ ਕਰ ਰਹੇ ਨੇ ਕਿ ਮੈਂ ਕੀ ਕਰ ਰਿਹਾ। ਪ੍ਰਿਆੰਸ਼ੂ, ਹੋਰ ਇਸ ਤਰ੍ਹਾਂ ਦੇ ਤੁਹਾਡੇ ਬਹੁਤ ਸਾਰੇ ਦੋਸਤ ਬਣੇ ਹੋਣਗੇ। ਹਾਂਜੀ। ਜਦੋਂ ਸਪੈਸ਼ਲੀ ਹੁਣ ਤੁਸੀਂ ਸੋਸ਼ਲ ਮੀਡੀਆ 'ਤੇ ਆ ਗਏ, ਜਦੋਂ ਤੁਸੀਂ ਓਪਨਲੀ ਇਹਦੇ ਬਾਰੇ ਗੱਲਬਾਤ ਕਰਦੇ ਹੋ, ਤੁਹਾਨੂੰ ਰੀਚ ਆਊਟ ਕਰਦੇ ਲੋਕ ਹੈਲਪ ਦੇ ਲਈ? ਜਿਸ ਤਰ੍ਹਾਂ ਤੁਸੀਂ ਹੁਣ ਇਕੱਲੇ ਤੌਰ ਦੇ ਉੱਤੇ ਜਦੋਂ ਸਫ਼ਰ ਕੀਤਾ, ਮੈਂ ਇਹ ਮਹਿਸੂਸ ਕਰ ਰਹੀ ਹਾਂ ਕੋਈ ਤੁਹਾਡੀ ਸਪੋਰਟ ਨਹੀਂ ਸੀ। ਹਾਂਜੀ। ਪਹਿਲੀ ਗੱਲ ਇਹੀ ਬਹੁਤ ਤੁਹਾਨੂੰ ਰਾਹਤ ਵਾਲੀ ਲੱਗੀ ਕਿ ਕੈਨੇਡਾ 'ਚ ਘੱਟੋ ਘੱਟ ਤੁਹਾਨੂੰ ਰਿਸਪੈਕਟਫੁਲੀ ਬੁਲਾਇਆ ਜਾ ਰਿਹਾ, ਤੁਹਾਨੂੰ ਅਕਮੋਡੇਟ ਕੀਤਾ ਜਾ ਰਿਹਾ। ਹਾਂਜੀ। ਇੰਡੀਆ ਦੇ ਵਿੱਚ ਹੋਰ ਤੁਹਾਡੇ ਵਰਗੇ ਬਹੁਤ ਸਾਰੇ ਲੋਕ ਹੋਣਗੇ, ਤੁਹਾਨੂੰ ਕਦੇ ਹੈਲਪ ਦੇ ਲਈ ਰੀਚ ਆਊਟ ਕਰਦੇ ਆ? ਬਹੁਤ ਜ਼ਿਆਦਾ ਲੋਕ ਰੀਚ ਆਊਟ ਕਰਦੇ ਨੇ ਜੀ, ਥੋੜ੍ਹੇ ਨਹੀਂ। ਸ਼ੋਜ਼ ਦੇ ਵਿੱਚ ਆਪਣੇ ਪੰਜਾਬੀ ਲੜਕੇ ਆਉਣਗੇ, ਉਹ ਕਹਿਣਗੇ ਸਾਨੂੰ ਵੀਡੀਓ ਦੇ ਵਿੱਚ ਨਾ ਪਾਈ ਪਲੀਜ਼, ਕਿਉਂਕਿ ਸਾਡੀ ਫੈਮਲੀਜ਼ ਨੂੰ ਪਤਾ ਨਹੀਂ ਕਿ ਅਸੀਂ ਗਏ ਹਾਂ। ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਸਾਨੂੰ ਪਤਾ ਨਹੀਂ ਅਸੀਂ ਹੋਰ ਕਿੱਥੇ ਜਾਈਏ, ਕਿਹਦੇ ਨਾਲ ਗੱਲ ਕਰੀਏ, ਕੌਣ ਸਾਨੂੰ ਅੰਡਰਸਟੈਂਡ ਕਰੇਗਾ। ਤਾਂ ਉੱਥੇ ਮੈਨੂੰ ਕਮਿਊਨਿਟੀ ਦੀ ਮਦਰ ਕਿਹਾ ਜਾਂਦਾ ਜੀ। ਅੱਛਾ। ਜਿਹਨੂੰ ਕਹਿ ਦਿੰਦੇ ਨੇ ਨਾ ਕਿ ਮੇਰੇ ਕੋਲ ਆ ਕੇ ਮੇਰੇ ਨਾਲ ਗੱਲਾਂ ਕਰ ਸਕਦੇ ਨੇ, ਜੋ ਵੀ ਕਹਿਣਾ ਚਾਹੁੰਦੇ ਨੇ ਮੈਂ ਉਹਨਾਂ ਨੂੰ ਅੰਡਰਸਟੈਂਡ ਕਰੂੰ। ਰਾਈਟ। ਕਾਫੀ ਲੋਕ ਮੈਨੂੰ ਇੰਸਟਾਗ੍ਰਾਮ 'ਤੇ ਰੀਚ ਆਊਟ ਕਰਦੇ ਨੇ, ਟਿਕਟੌਕ 'ਤੇ ਰੀਚ ਆਊਟ ਕਰਦੇ ਨੇ ਕਿ ਆਈ ਥਿੰਕ ਆਮ ਟਰਾਂਸ, ਪਰ ਮੈਨੂੰ ਪਤਾ ਨਹੀਂ, ਕੈਨ ਯੂ ਹੈਲਪ ਮੀ। ਰਾਈਟ। ਤਾਂ ਮੈਂ ਉੱਥੇ ਉਹਨਾਂ ਨੂੰ ਰਿਸੋਰਸਿਸ ਦੇ ਸਕਦਾ ਕਿ ਹਾਂਜੀ ਤੁਸੀਂ ਇਹ ਇਨਫੋਰਮੇਸ਼ਨ ਇੱਥੇ ਚੈੱਕ ਕਰੋ। ਤੁਸੀਂ ਵੀ ਆਪਣੇ ਆਪ ਨੂੰ ਬਹੁਤ ਐਜੂਕੇਟ ਕੀਤਾ ਹੋਏਗਾ। ਐਵਰੀ ਡੇ ਜੀ। ਇਸ ਚੀਜ਼ ਦੇ ਉੱਤੇ ਤੁਸੀਂ ਕਹਿ ਲਓ ਜਿਹੜੀ ਨੌਲੇਜ ਆ ਉਹ ਰੁਕਦੀ ਨਹੀਂ। ਹਰ ਰੋਜ਼ ਅਸੀਂ ਨਵੇਂ ਤਰ੍ਹਾਂ ਦੇ ਲੋਕਾਂ ਦੇ ਨਾਲ ਮਿਲਦੇ ਹਾਂ ਜੋ ਆਪਦੇ ਆਪ ਨੂੰ ਨਵੇਂ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰਨਾ ਚਾਹੁੰਦੇ ਨੇ। ਸੋ ਤੁਹਾਨੂੰ ਉਹਨਾਂ ਦੇ ਨਾਲ ਅਕੋਮੋਡੇਟ ਹੋਣਾ ਪੈਣਾ, ਕਿਉਂਕਿ ਜੇ ਤੁਸੀਂ ਕਾਇੰਡ ਨਹੀਂ ਹੋ ਰਹੇ ਲੋਕਾਂ ਦੇ ਨਾਲ ਤਾਂ ਉਹ ਤੁਹਾਨੂੰ ਬੁਲਾਉਣਗੇ ਨਹੀਂ, ਉਹ ਤੁਹਾਨੂੰ ਆਪਦੇ ਆਸ-ਪਾਸ ਨਹੀਂ ਰੱਖਣਗੇ। ਰਾਈਟ। ਡਰੈਗ ਜਿਹੜਾ ਹੈ, ਡਰੈਗ ਇਜ਼ ਅਬਾਊਟ ਕਮਿਊਨਿਟੀ। ਇੱਕ ਕਮਿਊਨਿਟੀ ਬਿਲਡਅਪ ਕਰਨੀ ਹੈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦਾ ਕੋਈ ਨਹੀਂ ਹੈਗਾ ਇਸ ਦੁਨੀਆ ਦੇ ਵਿੱਚ। ਰਾਈਟ। ਉਸ ਕਮਿਊਨਿਟੀ ਦੇ ਵਿੱਚ ਆਈ ਬੀਇੰਗ ਦਾ ਮੇਨ ਸਪੋਟਲਾਈਟ, ਜਿਹਨੂੰ ਕਹਿ ਲਓ ਸੈਂਟਰਲ ਦੇ ਵਿੱਚ ਜਦੋਂ ਮੇਰੇ 'ਤੇ ਲਾਈਟ ਵੱਜਦੀ ਹੈ ਤਾਂ ਮੇਰੇ 'ਤੇ ਰਿਸਪੋਂਸੀਬਿਲਿਟੀ ਬਣ ਜਾਂਦੀ ਹੈ ਕਿ ਜਦੋਂ ਲੋਕ ਦੇਖ ਰਹੇ ਨੇ ਉਹਨਾਂ ਨੇ ਸਵਾਲ ਮੈਥੋਂ ਆ ਕੇ ਪੁੱਛਣੇ ਨੇ। ਚੰਗਾ ਲੱਗਦਾ ਕਿ ਹਾਂ ਜਿਸ ਚੀਜ਼ ਦੀ ਮੈਨੂੰ ਕਦੇ ਕੋਈ ਨੌਲੇਜ ਨਹੀਂ ਸੀ, ਜਿਸ ਚੀਜ਼ ਬਾਰੇ ਮੇਰੇ ਨਾਲ ਕੋਈ ਗੱਲ ਕਰਨ ਵਾਲਾ ਕਦੇ ਵੀ ਨਹੀਂ ਸੀ, ਅੱਜ ਉਹ ਇਨਸਾਨ ਮੈਂ ਖੁਦ ਬਣ ਗਿਆ ਅਤੇ ਮੈਂ ਲੋਕਾਂ ਦੇ ਨਾਲ ਗੱਲ ਕਰ ਸਕਦਾ। ਬਹੁਤ ਚੰਗਾ ਲੱਗਦਾ ਜੀ। ਮੈਂ ਰਿਪੀਟਡਲੀ ਇਹ ਗੱਲ ਕਹਿ ਰਹੀ ਹਾਂ, ਮੈਂ ਹੁਣ ਵੀ ਕਹਿ ਰਹੀ ਹਾਂ ਕਿ ਸਾਡੇ ਵਿੱਚ ਜਾਣਕਾਰੀ ਬਹੁਤ ਘੱਟ ਹੈ। ਸਾਡੇ ਵਿੱਚ ਜਿਹੜੇ ਅਸੀਂ ਮਿਥਸ ਬਣਾ ਕੇ ਬੈਠੇ ਹਾਂ ਜਾਂ ਅਸੀਂ ਜਿਹੜੇ ਵਹਿਮ ਭਰਮ ਆ ਉਹ ਬਹੁਤ ਛੇਤੀ ਪਾਲ ਲੈਂਦੇ ਹਾਂ। ਇੱਥੇ ਜਦੋਂ ਪ੍ਰਿਆੰਸ਼ੂ ਦੇ ਨਾਲ ਗੱਲਾਂ ਕਰ ਰਹੇ ਹਾਂ, ਜਿਹੜੇ ਕਿ ਜ਼ਿਆਦਾਤਰ ਲੋਕਾਂ ਦੇ ਵਿੱਚ ਜੋਲਨ ਕੁਈਨ ਦੇ ਤੌਰ 'ਤੇ ਜਾਣੇ ਜਾਂਦੇ ਆ, ਮੈਂ ਪ੍ਰਿਆੰਸ਼ੂ ਆਪਣਾ ਇੱਕ ਹੋਰ ਤੁਹਾਡੇ ਨਾਲ ਤਜਰਬਾ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਜਿਸ ਵੇਲੇ ਮੈਂ ਕਈ ਸਾਲ ਪਹਿਲਾਂ, ਸ਼ਾਇਦ 5-6 ਸਾਲ ਪਹਿਲਾਂ, ਇੱਕ ਇੰਗਲੈਂਡ ਤੋਂ ਲੜਕੇ ਦਾ ਇੰਟਰਵਿਊ ਕੀਤਾ ਸੀ, ਜਦੋਂ ਮੈਂ ਜਾਣਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਗੇਜ਼ ਨੇ, ਲੈਸਬੀਅਨਸ ਨੇ, ਉਹਨਾਂ ਨੂੰ ਕਿਸ ਤਰ੍ਹਾਂ ਦੇਖਿਆ ਜਾਂਦਾ, ਉਹਨਾਂ ਦੇ ਪਰਿਵਾਰਾਂ ਦੀ ਜਿਹੜੀ ਸਿਚੁਏਸ਼ਨ ਹੈ ਉਹ ਕੀ ਹੈ, ਮਾਪੇ ਕਿਸ ਪਰਸਪੈਕਟਿਵ ਦੇ ਨਾਲ ਸੋਚਦੇ ਨੇ, ਉਹਨਾਂ ਦੇ ਲਈ ਕਿਹੋ ਜਿਹੇ ਚੈਲੰਜਸ ਆ। ਉਦੋਂ ਇੱਕ ਪ੍ਰੋਗਰਾਮ ਰਿਕਾਰਡ ਕੀਤਾ ਅਤੇ ਉਸ ਤੋਂ ਬਾਅਦ ਉਹਨੂੰ ਮੈਂ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤਾ। ਆਡੀਓ ਰਿਕਾਰਡਿੰਗ ਸੀ ਉਹ, ਵੀਡੀਓ ਰਿਕਾਰਡਿੰਗ ਨਹੀਂ ਸੀ ਆਪਣੀ। ਤਾਂ ਅੱਜ ਆਪਾਂ ਵੀਡੀਓ ਰਿਕਾਰਡ ਕਰ ਰਹੇ ਹਾਂ ਜਿਹੜੀ ਬਾਅਦ ਦੇ ਵਿੱਚ ਆਪਾਂ ਸ਼ੇਅਰ ਵੀ ਕਰਾਂਗੇ। ਹੈਰਾਨੀ ਦੀ ਗੱਲ ਸੀ ਕਿ ਇੱਕ ਵੀ ਵਿਅਕਤੀ ਨੇ ਉਸ ਆਡੀਓ ਨੂੰ ਲਾਈਕ ਨਹੀਂ ਸੀ ਕੀਤਾ, ਇੱਕ ਵੀ ਵਿਅਕਤੀ ਨੇ ਉਹਨੂੰ ਲਾਈਕ ਨਹੀਂ ਸੀ ਕੀਤਾ। ਉੱਥੋਂ ਮੈਂ ਇਸ ਗੱਲ ਦਾ ਅੰਦਾਜ਼ਾ ਜ਼ਰੂਰ ਲਾਇਆ ਕਿ ਅਸੀਂ ਬਹੁਤ ਸਾਰੇ ਇਹੋ ਜਿਹੇ ਇਸ਼ੂਜ਼ ਨੇ ਜਿਨ੍ਹਾਂ ਬਾਰੇ ਡਿਸਕਸ ਕਰਨ ਲਈ ਤਿਆਰ ਨਹੀਂ, ਅਸੀਂ ਡਾਇਲੋਗ ਨਹੀਂ ਕਰਨਾ ਚਾਹੁੰਦੇ। ਪਰ ਦੂਜੇ ਪਾਸੇ ਹੁਣ ਤੁਸੀਂ ਜਦੋਂ ਗੱਲ ਕਰ ਰਹੇ ਹੋ ਕਿ ਤੁਸੀਂ ਆਪਣੀਆਂ ਵੀਡੀਓਜ਼ ਪਾਉਂਦੇ ਹੋ, ਉਹ ਲੋਕ ਦੇਖਦੇ ਜ਼ਰੂਰ ਹੈਗੇ ਆ, ਕਿੰਨੇ ਕੁ ਲੋਕ ਲਾਈਕ ਕਰਦੇ ਆ ਉਹ ਤੁਸੀਂ ਦੱਸ ਸਕਦੇ ਹੋ। ਮੈਂ ਕਈ ਵਾਰ ਇਹ ਮਹਿਸੂਸ ਕਰਦੀ ਹਾਂ ਕਿ ਸ਼ਾਇਦ ਉਹ ਇੱਕ ਐਂਟਰਟੇਨਮੈਂਟ ਦੇ ਪਰਪਸ ਤੋਂ ਵੱਧ ਲੈਂਦੇ ਆ, ਐਜੂਕੇਸ਼ਨ ਦੇ ਪਰਪਸ ਤੋਂ ਨਹੀਂ ਲੈਂਦੇ। ਤੁਹਾਡਾ ਕੀ ਖਿਆਲ ਆ? ਦੇਖੋ ਜੀ, ਐਂਟਰਟੇਨਮੈਂਟ ਦੇ ਪਰਪਸ ਤੋਂ ਲੈਣ ਚਾਹੇ ਐਜੂਕੇਸ਼ਨ ਦੇ ਪਰਪਸ ਤੋਂ ਲੈਣ, ਐਜ਼ ਲੌਂਗ ਐਜ਼ ਉਹਨਾਂ ਦੇ ਕੋਲ ਇਨਫੋਰਮੇਸ਼ਨ ਜਾ ਰਹੀ ਹੈ ਜੀ, ਅਸੀਂ ਖੁਸ਼ ਹਾਂ। ਦੇਖੋ, ਟਿਕਟੌਕ ਨੇ ਮੈਨੂੰ ਇੱਕ ਪਲੈਟਫਾਰਮ ਦਿੱਤਾ ਜਿੱਥੇ ਆਈ ਕੈਨ ਪੋਸਟ ਅ ਵੀਡੀਓ, ਜਿੱਥੇ ਮੈਂ ਆਪਦੀ ਇੱਕ ਵੀਡੀਓ ਨੂੰ ਪੋਸਟ ਕਰ ਸਕਦਾ। ਤੁਸੀਂ ਲਾਈਕ ਨਹੀਂ ਕਰਦੇ, ਦੈਟਸ ਓਕੇ, ਪਰ ਜੇ ਤੁਸੀਂ ਟਿਕਟੌਕ ਯੂਜ਼ ਕਰ ਰਹੇ ਹੋ ਤਾਂ ਤੁਹਾਨੂੰ ਦੇਖਣੀ ਪਊਗੀ। ਅੱਛਾ। ਤਾਂ ਉਹ ਵਿਜ਼ੀਬਿਲਿਟੀ ਹੋ ਗਈ ਜੀ। ਰਾਈਟ। ਕਾਫੀ ਸਮੇਂ ਦੇ ਲਈ ਲੋਕਾਂ ਨੇ ਮੇਰੀਆਂ ਵੀਡੀਓਜ਼ ਦੇਖੀਆਂ, ਉਹਨਾਂ ਨੇ
ਬਹੁਤ ਮਾੜਾ ਕਿਹਾ ਮੈਨੂੰ ਕਮੈਂਟ ਸੈਕਸ਼ਨਸ ਦੇ ਵਿੱਚ, ਪਰ ਮੈਂ ਕਦੇ ਕਮੈਂਟ ਆਫ ਨਹੀਂ ਕੀਤੇ। ਅੱਛਾ, ਮਾੜਾ ਵੀ ਕਹਿੰਦੇ ਆ। ਮੈਂ ਕਿ ਇਹਨਾਂ ਨੂੰ ਕਹਿਣ ਦਿਓ। ਬਹੁਤੇ ਲੋਕ ਜਦੋਂ ਸ਼ੁਰੂਆਤੀ ਦੌਰ ਸੀ ਜੀ ਮਾੜਾ ਹੀ ਕਹਿੰਦੇ ਸੀ, ਕਿਸੇ ਨੇ ਕੋਈ ਚੰਗਾ ਨਹੀਂ ਕਿਹਾ। ਉਹੀ ਗੱਲ ਤੁਹਾਡੇ ਵਾਲੀ ਲਾਈਕ ਨਹੀਂ ਸੀ ਆਉਂਦੇ, ਇਕੱਲੇ ਵਿਊਜ਼ ਆਉਂਦੇ ਸੀ। ਅੱਛਾ, ਰਾਈਟ। ਮੈਨੂੰ ਯਾਦ ਹੈ ਕਿ 20 ਲੱਖ ਵਿਊਜ਼ ਆ ਜਾਣੇ, 10 ਲੱਖ ਵਿਊਜ਼ ਆ ਜਾਣੇ, ਅਤੇ ਲਾਈਕ ਉਹਦੇ ਮੁਕਾਬਲੇ 10,000 ਵੀ ਨਹੀਂ ਹੋਣੇ, ਬਹੁਤ ਘੱਟ ਹੋਣੇ। ਅਤੇ ਉਹੀ ਜੇ ਆਪਾਂ ਗੱਲ ਕਰੀਏ ਸਟਰੇਟ ਲੋਕਾਂ ਦੀ, ਉਹਨਾਂ ਨੂੰ ਉੱਥੇ ਇਹ ਪੈਟਰਨ ਨਹੀਂ ਦਿਖਦਾ ਜੀ। ਉੱਥੇ ਉਹਨਾਂ ਦੇ ਲਈ ਥੋੜ੍ਹੀ ਈਜ਼ੀ ਦੁਨੀਆ ਹੈ। ਸੋ ਐਜ਼ ਅ ਕੁਈਰ ਆਰਟਿਸਟ ਮੈਨੂੰ ਥੋੜ੍ਹਾ ਡਿਫਿਕਲਟੀ ਹੋਈ ਟੂ ਸਟਾਰਟ ਅਪ ਔਨ ਟਿਕਟੋਕ, ਬਟ ਜਿਵੇਂ ਜਿਵੇਂ ਟਾਈਮ ਲੰਘਦਾ ਗਿਆ ਲੋਕਾਂ ਨੂੰ ਸਮਝ ਆਉਂਦੀ ਗਈ। ਅੱਜ ਲੋਕ ਮੇਰੇ ਟਿਕਟੋਕ 'ਤੇ ਫੈਨਸ ਨੇ ਜੋ ਮੈਨੂੰ ਉੱਥੇ ਕਮੈਂਟ ਕਰਦੇ ਨੇ ਕਿ ਤੇਰੇ ਸ਼ੋਅਜ਼ ਕਿੱਥੇ ਹੁੰਦੇ ਨੇ, ਅਸੀਂ ਦੇਖਣ ਆਉਣਾ ਚਾਹੁੰਦੇ ਹਾਂ। ਅੱਛਾ। ਲੋਕ ਟੋਰਾਂਟੋ ਤੋਂ ਆਉਂਦੇ ਨੇ, ਲੋਕ ਵਿਨੀਪੈਗ ਤੋਂ ਆਉਂਦੇ ਨੇ, ਲੋਕ ਕੈਲਗਰੀ ਤੋਂ ਆਉਂਦੇ ਨੇ, ਲੋਕ US ਤੋਂ ਟਰੈਵਲ ਕਰਕੇ ਕੈਨੇਡਾ ਆ ਰਹੇ ਨੇ। ਮੈਨੂੰ ਯਾਦ ਹੈ ਜਦੋਂ ਮੇਰਾ ਪਹਿਲਾ ਸ਼ੋਅ ਸੀ ਵੈਨਕੂਵਰ ਦੇ ਵਿੱਚ, LA ਤੋਂ 2 ਕੁੜੀਆਂ ਆਈਆਂ ਸੀ ਟਰੈਵਲ ਕਰਕੇ ਸਪੈਸ਼ਲੀ ਮੇਰਾ ਸ਼ੋਅ ਦੇਖਣ ਦੇ ਲਈ। ਅੱਛਾ। ਤਾਂ ਉਹ ਜਿਹੜਾ ਰਿਸਪੌਂਸ ਮਿਲ ਰਿਹਾ ਹੁਣ ਉਹ ਬਹੁਤ ਵਧੀਆ ਜੀ। ਮੈਂ ਦੇਖਦਾ ਕਿ ਮੇਰੀਆਂ ਪੁਰਾਣੀਆਂ ਕਮੈਂਟਸ ਦੇ ਉੱਤੇ ਲੋਕ ਜਾ ਕੇ ਕਮੈਂਟ ਕਰਨਗੇ ਕਿ ਸਾਡਾ ਤੇਰੇ ਬਾਰੇ ਪਹਿਲਾਂ ਕੁਝ ਹੋਰ ਖਿਆਲ ਸੀ, ਹੁਣ ਅਸੀਂ ਅੰਡਰਸਟੈਂਡ ਕਰ ਰਹੇ ਹਾਂ ਕਿ ਤੂੰ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੇਰੇ ਕੋਲ ਵੀ ਟੈਕਸਟ ਮੈਸੇਜ ਜ਼ਰੂਰ ਪਹੁੰਚ ਰਹੇ ਨੇ, ਪਰ ਮੈਂ ਜਿਵੇਂ ਹੁਣ ਕਿਹਾ ਸੀ ਨਾ ਵੀ ਕਾਲਸ ਸਾਡੇ ਸੁਣਨ ਵਾਲੇ ਕਰਨਗੇ। ਹਾਂਜੀ। ਇਹ ਸਾਡੇ ਲਈ ਹਾਲੇ ਤੱਕ ਇਹ ਵੱਡਾ ਚੈਲੰਜ ਹੈ ਕਿ ਇਸ ਇਸ਼ੂ 'ਤੇ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ, ਨਹੀਂ ਛੇੜਨਾ ਚਾਹੁੰਦੇ। ਪਰ ਮੈਂ ਆਪਣੇ ਸੁਣਨ ਵਾਲਿਆਂ ਨੂੰ ਵੀ ਚੈਲੰਜ ਕਰਦੀ ਹਾਂ ਕਿ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ ਜਾਂ ਕੋਈ ਤੁਸੀਂ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ, ਤੁਹਾਡੇ ਆਲੇ ਦੁਆਲੇ ਕੋਈ ਇਹੋ ਜਿਹੇ ਵਿਅਕਤੀ ਹੈਗੇ ਆ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਸਪੋਰਟ ਕਰਦੇ ਹੋ, ਜਾਂ ਤੁਹਾਨੂੰ ਲੱਗਦਾ ਕਿ ਤੁਹਾਡੀ ਅੰਡਰਸਟੈਂਡਿੰਗ ਬਹੁਤ ਜ਼ਿਆਦਾ ਹੈ, ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਸਪੋਰਟ ਕਰ ਰਹੇ ਹੋ, ਤਾਂ ਵੀ ਅੱਜ ਇਸੇ ਵੇਲੇ ਲਾਈਵ ਸ਼ੋਅ ਇਹ ਚੱਲ ਰਿਹਾ 6042040600 'ਤੇ ਹੁਣੇ ਕਾਲ ਕਰ ਸਕਦੇ ਹੋ। ਮੈਸੇਜ ਮੇਰੇ ਕੋਲ ਪ੍ਰਿਆੰਸ਼ੂ ਇੱਕ ਪਹੁੰਚਿਆ ਹੈ। ਹਾਂਜੀ। ਅੰਗਰੇਜ਼ੀ ਅਤੇ ਪੰਜਾਬੀ ਇਹਨਾਂ ਨੇ ਦੋਨਾਂ ਭਾਸ਼ਾਵਾਂ ਦੇ ਵਿੱਚ ਇਹ ਮੈਸੇਜ ਲਿਖਿਆ। ਕਹਿੰਦੇ ਕਿ LGBTQ ਭਾਈਚਾਰੇ ਤੋਂ ਇਸ ਮਹਿਮਾਨ ਨੂੰ ਲਿਆਉਣ ਲਈ ਤੁਹਾਡਾ ਧੰਨਵਾਦ। ਸਾਨੂੰ ਆਪਣੇ ਭਾਈਚਾਰੇ ਵਿੱਚ ਇਸ ਵਿਸ਼ੇ ਬਾਰੇ ਹੋਰ ਜ਼ਿਆਦਾ ਜਾਗਰੂਕਤਾ ਲੈ ਕੇ ਆਉਣ ਦੀ ਜ਼ਰੂਰਤ ਹੈ। ਬਹੁਤ ਬਹੁਤ ਧੰਨਵਾਦ ਜੀ। ਸਾਡੇ ਇੱਕ ਲਿਸਨਰ ਨੇ ਜਿਹੜੇ ਹੁਣ ਵੀ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ, ਉਹਨਾਂ ਨੇ ਇਹ ਮੈਸੇਜ ਭੇਜਿਆ। ਇਸੇ ਨੰਬਰ ਦੇ ਉੱਤੇ ਸਾਡੇ ਸੁਣਨ ਵਾਲੇ ਜਿਹੜੇ ਨੇ ਉਹ ਟੈਕਸਟ ਮੈਸੇਜ ਵੀ ਸਾਨੂੰ ਤੁਰੰਤ ਕਰਕੇ ਭੇਜ ਸਕਦੇ ਹੈਗੇ ਆ। ਪ੍ਰਿਆੰਸ਼ੂ, ਕੁਝ ਗੱਲਾਂ ਹੋਰ। ਹਾਂਜੀ। ਅੱਜ ਤੁਸੀਂ ਕੈਨੇਡਾ ਦੇ ਵਿੱਚ ਹੋ, ਤੁਸੀਂ ਆਪਣੇ ਆਪ ਨੂੰ ਬੜਾ ਸੇਫ ਮਹਿਸੂਸ ਕਰ ਰਹੇ ਹੋ, ਤੁਸੀਂ ਆਪਣੇ ਆਪ 'ਤੇ ਮਾਣ ਮਹਿਸੂਸ ਕਰ ਰਹੇ ਹੋ। ਤੁਹਾਨੂੰ ਇਹ ਗੱਲ ਮਹਿਸੂਸ ਹੋ ਰਹੀ ਹੈ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਹੁੰਦੇ, ਇੰਡੀਆ ਦੇ ਵਿੱਚ ਹੁੰਦੇ, ਸਿਚੁਏਸ਼ਨ ਹੋਰ ਹੋਣੀ ਸੀ। ਜਿਹੜੀ ਪਹਿਚਾਣ ਮਿਲ ਜਾਣੀ, ਇਹ ਬਹੁਤ ਵੱਡੀ ਚੀਜ਼ ਹੈ। ਜਦੋਂ ਤੁਸੀਂ ਆਪਣੀ ਪਹਿਚਾਣ ਦੇ ਲਈ, ਆਈਡੈਂਟਿਟੀ ਦੇ ਲਈ ਸਟਰਗਲ ਕਰਦੇ ਹੋ, ਜਾਂ ਜਿਸ ਤਰ੍ਹਾਂ ਵੀ ਤੁਸੀਂ ਜਿਸ ਵੀ ਸਰੀਰ ਦੇ ਵਿੱਚ ਹੈਗੇ ਹੋ, ਬਹੁਤ ਵਾਰੀ ਇਹ ਗੱਲ ਮਹਿਸੂਸ ਕੀਤੀ ਜਾਂਦੀ ਹੈ ਕਿ ਲੋਕ ਸਟਰਗਲ ਕਰਦੇ ਰਹਿੰਦੇ ਆ, ਐਕਸੈਪਟੈਂਸ ਨਹੀਂ ਹੁੰਦੀ। ਆਪਾਂ ਵੈਲੀਡੇਸ਼ਨ ਭਾਲਦੇ ਰਹਿੰਦੇ ਹਾਂ ਬਾਹਰ ਕਿ ਸਾਨੂੰ ਕੋਈ ਸਮਝੇ, ਸਾਨੂੰ ਕੋਈ ਐਕਸੈਪਟ ਕਰੇ। ਤੁਹਾਡਾ ਕਿਵੇਂ ਚੱਲਦਾ ਹੈ? ਦੇਖੋ ਜੀ, ਉਹ ਵੈਲੀਡੇਸ਼ਨ ਦੀ ਮੈਨੂੰ ਲੋੜ ਸ਼ੁਰੂਆਤ ਦੇ ਵਿੱਚ ਲੱਗਦੀ ਸੀ ਜਦੋਂ ਮੈਂ ਪੰਜਾਬ ਦੇ ਵਿੱਚ ਸੀ, ਕਿਉਂਕਿ ਆਪਣੀ ਜਿਹੜੀ ਸੁਸਾਇਟੀ ਹੈ ਪੰਜਾਬ ਦੇ ਵਿੱਚ ਉਹ ਇੱਦਾਂ ਹੀ ਰਨ ਕਰਦੀ ਹੈ ਕਿ ਹਾਂਜੀ ਸਾਨੂੰ ਵੈਲੀਡੇਸ਼ਨ ਦੀ ਲੋੜ ਹੈ। ਜੇ ਮੈਂ ਇੱਕ ਸੂਟ ਵੀ ਨਵਾਂ ਲੈ ਕੇ ਆਉਂਦਾ ਤਾਂ ਮੈਂ ਉਹ ਵੀ ਜਾ ਕੇ ਬਾਹਰ 4 ਬੁੜੀਆਂ ਨੂੰ ਦਿਖਾਉਣਾ ਹੈ ਕਿ ਉਹ ਮੈਨੂੰ ਵੈਲੀਡੇਸ਼ਨ ਦੇਣ ਭਈ ਸੋਹਣਾ ਹੈ। ਅੱਛਾ। ਆਪਣੀ ਤਾਂ ਕਮਿਊਨਿਟੀ ਦਾ ਵੈਲੀਡੇਸ਼ਨ ਬਹੁਤ ਜ਼ਿਆਦਾ ਚੱਲਦੀ ਹੈ। ਕੈਨੇਡਾ ਦੇ ਵਿੱਚ ਆ ਕੇ ਜੋ ਨਜ਼ਰੀਆ ਮੇਰਾ ਬਦਲਿਆ ਉਹ ਇਹ ਸੀਗਾ ਕਿ ਆਪਦੇ ਆਪ ਨੂੰ ਮੈਂ ਸਭ ਤੋਂ ਪਹਿਲਾਂ ਪਿਆਰ ਕਰਾਂ, ਆਪਦੇ ਆਪ ਦੀਆਂ ਖੁਸ਼ੀਆਂ 'ਤੇ ਮੈਂ ਸਭ ਤੋਂ ਪਹਿਲਾਂ ਧਿਆਨ ਦੇਵਾਂ। ਅੱਛਾ। ਤਾਂ ਜਦੋਂ ਉਹ ਚੀਜ਼ ਕੀਤੀ ਤਾਂ ਆਪਦੀ ਪਹਿਚਾਣ ਦਾ ਜਿਹੜਾ ਸੀਗਾ ਆਪਦੀ ਪਹਿਚਾਣ ਸਾਹਮਣੇ ਆਈ। ਰਾਈਟ। ਉਹ ਚੀਜ਼ ਸੁਸਾਇਟੀ ਦਾ ਡਿਫਰੈਂਸ ਹੈ ਜੀ। ਪਹਿਚਾਣ ਮਿਲ ਚੁੱਕੀ ਹੈ ਹੁਣ ਤੁਹਾਨੂੰ? ਬਿਲਕੁਲ ਮਿਲ ਚੁੱਕੀ ਹੈ ਜੀ। ਤੁਸੀਂ ਕਹਿ ਲਓ ਕਿ ਇਸ ਵਕਤ ਮੇਰੀ ਜ਼ਿੰਦਗੀ ਦੇ ਵਿੱਚ ਜੋ ਕੁਛ ਮੈਨੂੰ ਚਾਹੀਦਾ ਸੀ, ਜੋ ਕੁਛ ਮੈਂ ਡ੍ਰੀਮਸ ਦੇਖੇ ਸੀ, ਉਹ ਪੂਰੇ ਹੋ ਰਹੇ ਨੇ। ਯਾ ਸਾਡੇ ਇੱਕ ਸੁਣਨ ਵਾਲੇ ਨੇ ਗੱਲ ਕਰਨਾ ਚਾਹੁੰਦੇ। ਜਸਵੀਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਧੰਨਵਾਦ ਸਰਦਾਰਨੀ, ਤੁਸੀਂ ਮੇਰਾ ਮਾਰਤਾ ਬਈ ਤੁਹਾਨੂੰ ਕੋਈ ਕਾਲ ਨਹੀਂ ਕਰਦਾ, ਬੜੇ ਧਿਆਨ ਨਾਲ ਸੁਣ ਰਹੇ ਸੀ ਅਸੀਂ। ਨਹੀਂ, ਚੰਗੀ ਗੱਲ ਹੈ ਤੁਸੀਂ ਆਏ ਹੋ, ਮੈਂ ਮਿਹਣਾ ਮਾਰਨ ਦੀ ਗੱਲ ਨਹੀਂ ਹੈਗੀ। ਤੁਹਾਨੂੰ ਪਤਾ ਕਿ ਆਪਾਂ ਇਹ ਸਾਰੇ ਇਸ ਪ੍ਰੈਕਟਿਸ ਦੇ ਵਿੱਚ ਸ਼ਾਮਿਲ ਹਾਂ। ਔਖਾ ਵੀ ਲੱਗਦਾ ਆਪਾਂ ਨੂੰ। ਮੈਂ ਸ਼ੁਰੂ ਦੇ ਵਿੱਚ ਵੀ ਗੱਲ ਕੀਤੀ ਸੀ ਇਹ ਕਿ ਸਾਨੂੰ ਕਈ ਵਾਰ ਇਹ ਵੀ ਲੱਗਦਾ ਕਿ ਸਾਡੇ ਕੋਲ ਸ਼ਾਇਦ ਸ਼ਬਦ ਨਹੀਂ ਹੈਗੇ, ਅਸੀਂ ਸਪੋਰਟ ਤਾਂ ਕਰ ਰਹੇ ਹੁੰਦੇ ਹਾਂ। ਨਹੀਂ, ਮੈਂ ਬੜੇ ਧਿਆਨ ਨਾਲ ਸੁਣ ਰਿਹਾ ਸੀ ਜੀ, ਕਿਉਂਕਿ ਮੈਨੂੰ ਖਾਸਾ ਅਰਸਾ ਹੋ ਗਿਆ ਕੈਨੇਡਾ ਚ ਆਏ ਨੂੰ। ਮੈਂ ਇਹਨਾਂ ਨੂੰ 2-3 ਸਵਾਲ ਕਰਨੇ ਚਾਹੁੰਦਾ ਤਾਂ ਕਿ ਮੈਂ ਤਾਂ ਖੈਰ ਬਿਲਕੁਲ ਕਲੀਅਰ ਹਾਂ, ਮੈਂ ਆਪਣੇ ਆਪ ਦੇ ਵਿੱਚ ਬੜਾ ਸਪਸ਼ਟ ਹਾਂ, ਪਰ ਇੱਕ ਮੈਂ ਇਹਨਾਂ ਨੂੰ ਸ਼ਾਬਾਸ਼ ਦੇਣੀ ਚਾਹੁੰਦਾ। ਥੈਂਕ ਯੂ ਜੀ। ਉਹ ਸ਼ਾਬਾਸ਼ ਇਹ ਹੈ ਕਿ ਸੰਸਾਰ ਦੇ ਵਿੱਚ ਕੋਈ ਮਨੁੱਖ ਚੰਗਾ ਜਾਂ ਮਾੜਾ, ਇਹ ਦੁਨੀਆ
ਆਪਣਾ ਡਿਸੀਜਨ ਦੇ ਕੇ ਇਨਸਾਨਾਂ ਤੇ ਠੋਕਦੀ ਹੈ। ਹਾਂਜੀ। ਪਰ ਜਿਹੜਾ ਇਨਸਾਨ ਆਪਣੇ ਆਪ ਨੂੰ ਕੁਝ ਵੀ ਕਰਦਾ ਹੈ ਔਰ ਉਹਨੂੰ ਚੰਗਾ ਸਮਝਦਾ ਔਰ ਉਹਦੇ ਤੇ ਤੁਰਨ ਦੀ ਜੁਰਤ ਕਰਦਾ ਨਾ, ਮੈਂ ਸਮਝਦਾ ਵੀ ਉਹ ਇਨਸਾਨ ਬਲਵਾਨ ਹੈ। ਥੈਂਕ ਯੂ ਸੋ ਮਚ ਜੀ, ਥੈਂਕ ਯੂ। ਜੁਰਤ ਕਰਕੇ ਦੇਖੋ, ਚੋਰ ਜੇ ਚੋਰੀ ਕਰਦਾ ਇੱਕ ਠੋਕ ਕੇ ਕਹੇ ਵੀ ਮੈਂ ਕੀਤੀ ਹੈ ਤੇ ਜੇ ਉਹਨੂੰ ਸਜ਼ਾ ਵੀ ਮਿਲ ਜਾਵੇ ਤਾਂ ਉਹ ਕਹਿੰਦਾ ਵੀ ਮੈਨੂੰ ਚੰਗੀ ਲੱਗਦੀ ਹੈ। ਇਹ ਐਵੇਂ ਡਾਕੂ ਆ, ਡਾਕੂ ਕਹਿੰਦਾ ਵੀ ਮੈਂ ਡਾਕਾ ਮਾਰਦਾ, ਮੇਰੇ ਕੋਲ ਜ਼ੋਰ ਆ, ਜਿਹਦੇ ਕੋਲ ਜ਼ੋਰ ਆ ਮੈਨੂੰ ਹਟਾ ਲਓ। ਤੇ ਜੇ ਕਿਸੇ ਵਿਅਕਤੀ ਨੇ ਆਪਣਾ ਜੀਵਨ ਆਪਣੀ ਚੁਆਇਸ ਨਾਲ ਜਿਉਣਾ ਹੈ ਤੇ ਜੇ ਲੋਕਾਂ ਨੂੰ ਨਹੀਂ ਪਸੰਦ ਤੇ ਉਹ ਲੋਕਾਂ ਮੁਤਾਬਕ ਜਿਉਂ, ਤਾਂ ਉਦੋਂ ਹੀ ਮਰ ਗਿਆ। ਹਾਂਜੀ, ਬਿਲਕੁਲ ਜੀ। ਇਹ ਸਵਾਲ ਜਿਹੜਾ ਅਸੀਂ ਕਰਦੇ ਹਾਂ ਸਰਦਾਰਨੀ ਕਿ ਇਹ ਚੰਗੇ ਨੇ ਕਿ ਮਾੜੇ ਨੇ, ਬੇਸਿਕਲੀ ਸੁਸਾਇਟੀ ਦੇ ਉੱਤੇ ਇਹਨਾਂ ਨੇ ਪੰਜਾਬ ਦੀ ਹਾਲਤ ਕੀਤੀ ਹੈ। ਅੱਛਾ, ਮੇਰਾ ਸਵਾਲ ਜਿਹੜਾ ਉਹ ਇਹ ਹੈ ਜੀ, ਪਹਿਲਾਂ ਤਾਂ ਮੈਂ ਇਹਨਾਂ ਨੂੰ ਸ਼ਾਬਾਸ਼ ਦਿੰਦਾ ਕਿ ਤੁਹਾਡੇ 'ਚ ਜੁਰਤ ਹੈ ਔਰ ਜੁਰਤ ਵਾਲਾ ਇਨਸਾਨ ਆਪਣੇ ਜੀਵਨ ਦਾ ਆਨੰਦ ਮਾਣ ਸਕਦਾ। ਡਜ਼ਨਟ ਮੈਟਰ ਉਹ ਕਿਹੜੇ ਪੱਖ ਨੂੰ ਚੰਗਾ ਸਮਝ ਰਿਹਾ। ਇਹਦੇ ਲਈ ਤੈਨੂੰ ਸ਼ਾਬਾਸ਼ ਹੈ ਸਰਦਾਰਾ। ਥੈਂਕ ਯੂ। ਬਹੁਤ ਤੇਰੇ 'ਚ ਕਰਜ ਹੈ। ਚੰਗਾ ਕਿ ਮਾੜਾ ਹੈ ਤੈਨੂੰ ਪਤਾ, ਮੇਰਾ ਕੀ ਹੱਕ ਆ ਕਿ ਮੈਂ ਤੈਨੂੰ ਕਹਾਂ ਕਿ ਤੂੰ ਮਾੜਾ ਹੈ ਜਾਂ ਤੂੰ ਚੰਗਾ ਹੈ। ਨਹੀਂ, ਬਹੁਤ ਚੰਗਾ ਲੱਗਦਾ ਜੀ ਸੁਣ ਕੇ। ਮੇਰਾ ਤੇਰੇ ਨਾਲ ਸੰਬੰਧ ਨਹੀਂ ਬਣਾਉਣ ਨੂੰ ਜੀ ਕਰਦਾ ਤਾਂ ਮੈਂ ਆਪਣੀ ਜ਼ਿੰਦਗੀ ਜਿਉਵਾਂ। ਹਾਂਜੀ, ਬਿਲਕੁਲ ਜੀ। ਤੇ ਪਰ ਮੈਂ ਤੈਨੂੰ ਆ ਤੇਰੀ ਜ਼ਿੰਦਗੀ ਜਿਉਣ ਤੋਂ ਕਿਉਂ ਰੋਕਾਂ? ਉਹੀ ਹੈ ਨਾ ਜੀ। ਹਾਂਜੀ, ਸਵਾਲ ਵੀ ਤੁਸੀਂ ਕਰਨ ਜਾ ਰਹੇ ਸੀ ਕੋਈ? ਸਵਾਲ ਮੇਰਾ ਇਹ ਹੈ ਕਿ ਸਾਡੇ ਲੋਕਾਂ ਦੇ ਵਿੱਚ ਜਾਂ ਮੇਰੇ ਵਿੱਚ ਵੀ ਇਹ ਕਨਫਿਊਜ਼ਨ ਹੈ ਕਿ ਇੱਥੇ ਮੈਂ ਸੁਣਦਾ ਕਿ ਜਿਹੜੇ ਗੇਜ਼ ਨੇ ਉਹ ਕਹਿੰਦੇ ਨੇ ਜੀ ਅਸੀਂ ਵਿਆਹ ਕਰਾ ਲਿਆ, ਅਸੀਂ ਬੱਚਾ ਅਡਾਪਟ ਕਰਨਾ। ਜੇ ਗੇ ਬੱਚਾ ਪੈਦਾ ਨਹੀਂ ਕਰ ਸਕਦਾ, ਉਹ ਬੱਚਾ ਅਡਾਪਟ ਕਿਉਂ ਕਰਦਾ ਹੈ? ਇੱਕ ਸਵਾਲ। ਹਾਂਜੀ। ਦੂਸਰਾ ਮੇਰਾ ਇਹ ਹੈ ਕਿ ਜਿਹੜਾ ਬੱਚਾ ਅਡਾਪਟ ਕਰਦੇ ਨੇ, ਅਗਰ ਉਹ ਜਿਹੜੇ ਵਾਤਾਵਰਨ ਵਿੱਚ ਰਹਿਣਗੇ, ਅਗਰ ਉਹਨਾਂ ਦੇ ਵਿੱਚ ਸਰੀਰਕ ਤਬਦੀਲੀ ਨਹੀਂ ਹੈ ਤਾਂ ਉਹਨਾਂ ਦੇ ਉੱਤੇ ਇਹਦਾ ਅਸਰ ਹੋਊਗਾ, ਕਿਉਂਕਿ ਜਿਹੜਾ ਬੰਦਾ ਜਿਹੜੀ ਚੀਜ਼ ਨੂੰ ਵੇਖਦਾ ਉਹਦੇ ਤੇ ਅਸਰ ਕਿਸੇ ਨਾ ਕਿਸੇ ਹੱਦ ਤੱਕ ਹੁੰਦਾ ਹੈ। ਕੀ ਉਸ ਬੱਚੇ ਦੀ ਜੀਵਨ ਦੇ ਨਾਲ ਧੱਕੇਸ਼ਾਹੀ ਨਹੀਂ ਹੋ ਰਹੀ ਹੋਵੇਗੀ? ਜਿਵੇਂ ਤੁਸੀਂ ਮਹਿਸੂਸ ਕਰਦੇ ਹੋ ਕਿ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਤੁਸੀਂ ਆਪਣੀ ਗੱਲ ਨਹੀਂ ਸੀ ਕਰ ਸਕਦੇ, ਦੂਸਰੇ ਲੋਕ ਤੁਹਾਨੂੰ ਆਪਣੇ ਜੀਵਨ ਵਿੱਚ ਗੱਲ ਕਰਨ ਤੋਂ ਤੁਹਾਨੂੰ ਡਰ ਲੱਗਦਾ ਸੀ। ਹਾਂਜੀ। ਇੱਕ ਤਾਂ ਮੇਰਾ ਇਹ ਸਵਾਲ ਆ, ਇਹਨੂੰ ਥੋੜਾ ਜਿਹਾ ਡਿਫਾਈਨ ਕਰਿਓ ਪੰਜਾਬੀ ਸੁਭਾਅ ਦੇ ਵਿੱਚ, ਨਾ ਕਿ ਕੈਨੇਡੀਅਨ ਸੁਭਾਅ ਦੇ ਵਿੱਚ। ਹਾਂਜੀ ਹਾਂਜੀ, ਬਿਲਕੁਲ ਜੀ। ਦੂਸਰਾ ਮੇਰਾ ਸਵਾਲ ਇਹ ਹੈ ਕਿ ਜਿੰਨੀ ਤੁਸੀਂ ਪ੍ਰਿਵਿਲੇਜ ਜਾਂ ਆਜ਼ਾਦੀ ਇੱਥੇ ਮਹਿਸੂਸ ਕਰਦੇ ਹੋ, ਹਾਂਜੀ, ਜਦੋਂ ਤੁਸੀਂ ਪੰਜਾਬ 'ਚ ਸੀ, ਮੈਂ ਬੰਬੇ ਵਰਗੇ ਸ਼ਹਿਰਾਂ 'ਚ ਰਿਹਾ, ਮੈਨੂੰ ਇਹਦਾ ਗਿਆਨ ਹੈਗਾ ਕਿ ਇਦਾਂ ਦੇ ਜਿਹੜੇ ਮਤਲਬ ਹਾਲਾਤ ਨੇ ਬੰਦਿਆਂ ਦੇ ਜਾਂ ਔਰਤਾਂ ਦੇ ਸਰੀਰਾਂ ਦੇ, ਉਹ ਹਨਗੇ, ਕਿਉਂਕਿ ਬੰਬੇ ਸੁਸਾਇਟੀ ਆਪਣੇ ਪੰਜਾਬ ਨਾਲੋਂ ਥੋੜੀ ਜਿਹੀ ਹੋਰ ਓਪਨ ਹੈ। ਬਿਲਕੁਲ ਜੀ। ਪਰ ਕੀ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੀ ਤੁਸੀਂ ਇੱਥੇ ਹੁਣ ਗੱਲ ਕਰਦੇ ਹੋ, ਜੇ ਮੁੜ ਕੇ ਜਾ ਕੇ ਪੰਜਾਬ 'ਚ ਗੱਲ ਕਰਨੀ ਹੋਵੇ, ਉਹ ਸੁਸਾਇਟੀ ਇਸ ਚੀਜ਼ ਨੂੰ ਐਕਸੈਪਟ ਕਰੂਗੀ? ਹਾਂਜੀ। ਔਰ ਜੇ ਕਰੂਗੀ ਤਾਂ ਕੀ ਉਹਨਾਂ ਦੇ ਵਿੱਚ ਪਰਿਵਾਰਕ ਜਿਹੜੇ ਰਿਸ਼ਤੇ ਨੇ ਉਹ ਮਜ਼ਬੂਤ ਹੋ ਸਕਦੇ ਨੇ ਤੁਹਾਡੇ ਮੁਤਾਬਕ? ਇਹ ਮੇਰੇ ਦੋ ਸਵਾਲ ਨੇ। ਸ਼ੁਕਰੀਆ ਜੀ ਜਸਵੀਰ ਜੀ। ਇੱਕ ਮੈਂ ਤੁਹਾਨੂੰ ਅਖੀਰ ਵਿੱਚ ਸ਼ਬਦ ਕਹਿਣੇ ਚਾਹੁੰਦਾ ਬਈ ਤੁਸੀਂ ਪੰਜਾਬੀ ਕਮਿਊਨਿਟੀ ਦੇ ਵਿੱਚ ਔਰ ਤੁਸੀਂ ਸਰਦਾਰਨੀ ਇਹਨੂੰ ਇੱਥੇ ਲਿਆਂਦਾ ਜੀ, ਇਹ ਵੀ ਜੁਰਤ ਦੀ ਗੱਲ ਹੁੰਦੀ ਹੈ। ਚੰਗੀ ਮਾੜੀ ਇਹ ਜਿਹੜਾ ਕੰਮ ਹੈ ਨਾ, ਇਹ ਬਾਅਦ ਦੀ ਗੱਲ ਹੈ। ਸ਼ੁਕਰੀਆ ਜੀ। ਆ ਵੀ ਬਹੁਤ ਜ਼ਰੂਰੀ ਹੁੰਦਾ, ਜਿਹੜੀ ਗੱਲ ਤੁਸੀਂ ਕਰਕੇ ਗਏ ਹੋ ਨਾ, ਇਹ ਹੱਲਾਸ਼ੇਰੀ ਦੀ ਵੀ ਬਹੁਤ ਲੋੜ ਹੁੰਦੀ ਹੈ। ਥੈਂਕ ਯੂ ਸੋ ਮਚ ਫॉर ਯੋਰ ਸਪੋਰਟ। ਹਾਂਜੀ, ਤਾਂ ਉਹਨਾਂ ਦਾ ਜਿਹੜਾ ਪਹਿਲਾ ਸਵਾਲ ਸੀ, ਬੱਚੇ ਅਡਾਪਟ ਕਰਦੇ ਨੇ, ਜੇ 2 ਗੇ ਮੈਨ ਮੈਰਿਡ ਹੋ ਜਾਂਦੇ ਨੇ ਤਾਂ ਉਹ ਬੱਚੇ ਦੀ ਲਾਈਫ ਤੇ ਕੀ ਅਸਰ ਪੈਂਦਾ ਹੈ ਗਰੋਇੰਗ ਅਪ ਵਿਦ ਐਨ ਅ ਗੇ ਪੈਰੈਂਟ ਫੈਮਿਲੀ? ਇਹ ਉਹਨਾਂ ਦਾ ਸਵਾਲ ਹੈ ਜੀ। ਕਿਉਂ ਬੱਚੇ ਅਡਾਪਟ ਕਰਦੇ ਨੇ ਜਦੋਂ ਉਹ ਦੇ ਆਰ ਚੂਜ਼ਿੰਗ ਟੂ ਲਿਵ ਐਜ਼ ਅ ਗੇ ਪਰਸਨ, ਰਾਈਟ? ਸੋਸਾਇਟੀ ਦਾ ਇੱਕ ਕੰਸਟਰਕਟ ਹੈ ਜੀ, ਇੱਕ ਬੰਦਾ ਤੇ ਇੱਕ ਬੁੜੀ ਜਦੋਂ ਇਕੱਠੇ ਹੁੰਦੇ ਨੇ ਤਾਂ ਉਹ ਇੱਕ ਬੱਚਾ ਪੈਦਾ ਕਰਦੇ ਨੇ, ਐਂਡ ਦੈਟਸ ਹਾਊ ਆਪਣੀ ਜਿਹੜੀ ਸੋਸਾਇਟੀ ਹੈ ਉਹ ਚੱਲਦੀ ਰਹਿੰਦੀ ਹੈ, ਅੱਗੇ ਅੱਗੇ ਜਨਰੇਸ਼ਨਸ ਵੱਧਦੀਆਂ ਜਾਂਦੀਆਂ ਨੇ ਜੀ। ਤਾਂ ਤੁਸੀਂ ਇਹ ਕਹਿ ਲਓ ਕਿ ਗੇ ਲੋਕ ਨੇ ਜਿਹੜੇ, ਉਹ ਵੀ ਉਸੇ ਸੋਸਾਇਟੀ ਦੇ ਵਿੱਚ ਹੀ ਰਹਿੰਦੇ ਨੇ, ਉਹ ਵੀ ਉਸੇ ਸੋਸਾਇਟੀ ਨੂੰ ਤੁਹਾਡੇ ਵਾਂਗ ਹੀ ਫੋਲੋ ਕਰਨਾ ਚਾਹੁੰਦੇ ਨੇ, ਪਰ ਦਾ ਪ੍ਰੋਬਲਮ ਇਸ ਕਿ ਉਹਨਾਂ ਨੂੰ ਕਰਨ ਦਿੱਤਾ ਨਹੀਂ ਜਾਂਦਾ, ਰਾਈਟ? ਮੈਂ ਆਪਦੀ ਡੇ ਜੋਬ ਦੇ ਵਿੱਚ ਐਜ਼ ਅ ਟੀਚਰ ਕੰਮ ਕਰਦਾ ਜੀ। ਅੱਛਾ। ਅਤੇ ਮੇਰੇ ਕੋਲ ਕਾਫੀ ਸਟੂਡੈਂਟਸ ਨੇ ਜਿਨ੍ਹਾਂ ਦੇ 2 ਫਾਦਰਸ ਨੇ, ਮੇਰੇ ਕੋਲ ਸਟੂਡੈਂਟਸ ਨੇ ਜਿਨ੍ਹਾਂ ਦੀਆਂ 2 ਮਦਰਸ ਨੇ। ਅੱਛਾ। ਅਤੇ ਉਹ ਬੱਚੇ ਬੜੇ ਖੁੱਲ੍ਹੇ ਦਿਮਾਗ ਵਾਲੇ, ਖੁੱਲ੍ਹੇ ਵਿਚਾਰਾਂ ਵਾਲੇ ਗਰੋ ਅਪ ਹੁੰਦੇ ਨੇ। ਹੁਣ ਇਹ ਨਹੀਂ ਕਿ ਜੇ 2 ਗੇਜ਼ ਨੇ ਤਾਂ ਉਹਨਾਂ ਦਾ ਜਿਹੜਾ ਬੱਚਾ ਉਹ ਵੀ ਅੱਗੇ ਜਾ ਕੇ ਗੇ ਹੀ ਬਣੂਗਾ, ਨਾ ਨਾ ਨਾ, ਬਹੁਤ ਘੱਟ ਦੇਖਣ ਨੂੰ ਮਿਲਦਾ ਜੀ ਇਹ ਤਾਂ, ਰਾਈਟ? ਇੱਕ ਸੋਸਾਇਟੀ ਦਾ ਕੰਸਟਰਕਟ ਹੈ, ਜ਼ਿੰਦਗੀ ਨੂੰ ਜੀਣ ਦੇ ਲਈ ਇਹ ਚੀਜ਼ਾਂ ਜ਼ਰੂਰੀ ਨੇ
ਜਿਵੇਂ ਇਹ ਆਮ ਲੋਕਾਂ ਦੇ ਲਈ, ਸਟ੍ਰੇਟ ਲੋਕਾਂ ਦੇ ਲਈ ਜ਼ਰੂਰੀ ਨੇ, ਉਵੇਂ ਇਹ ਗੇ ਲੋਕਾਂ ਦੇ ਲਈ ਜ਼ਰੂਰੀ ਨੇ। ਜਦੋਂ ਗੇ ਲੋਕ ਅੱਗੇ ਜਾ ਕੇ ਬੁਢਾਪੇ ਦੇ ਵਿੱਚ ਉਹਨਾਂ ਨੂੰ ਸਾਥ ਦੀ ਲੋੜ ਹੋਵੇਗੀ ਤਾਂ ਉਹ ਆਪਣੇ ਬੱਚਿਆਂ ਵੱਲ ਦੇਖਣਗੇ। ਉਹ ਇਹ ਬੱਚੇ ਨੇ ਜਿਹੜੇ ਅਡਾਪਟ ਕੀਤੇ ਹੋਏ, ਠੀਕ ਹੈ, ਰਾਈਟ। ਪਰ ਸਾਡੇ ਕੋਲ ਸੈਰੋਗੇਟਰੀ ਦਾ ਆਪਸ਼ਨ ਵੀ ਹੁੰਦਾ। ਅਡਾਪਸ਼ਨ ਇਜ਼ ਨਾਟ ਦੀ ਓਨਲੀ ਆਪਸ਼ਨ। ਅਸੀਂ ਆਪਦੇ ਬੱਚੇ ਵੀ ਪੈਦਾ ਕਰ ਸਕਦੇ ਹਾਂ। ਐਗਜ਼ੈਕਟਲੀ। ਸੋ ਸੈਰੋਗੇਟ ਸੀ ਇਜ਼ ਦਾ ਆਪਸ਼ਨ, ਜਿਹਦੇ ਵਿੱਚ ਅਸੀਂ ਜਿਹੜੀ ਮਾਂ ਦੀ ਕੋਖ ਹੈ ਉਹ ਤੁਸੀਂ ਕਹਿ ਲਓ ਕਿ ਨਾਟ ਪਰਚੇਜ਼, ਬਟ ਤੁਸੀਂ ਕਹਿ ਲਓ ਕਿ ਰੈਂਟ ਕਰ ਲੈਂਦੇ ਕਿਸੇ ਤੋਂ ਐਂਡ ਉਹਨੂੰ ਪੈਸੇ ਦੇ ਕੇ ਉਹਦੇ ਵਿੱਚ ਆਪਣਾ ਬੇਬੀ ਹੈ ਜਿਹੜਾ ਰੱਖ ਸਕਦੇ ਹਾਂ। ਇਟਸ ਮੈਡੀਕਲੀ ਅਵੇਲੇਬਲ ਇਨ ਕੈਨੇਡਾ, ਇੰਡੀਆ ਦੇ ਵਿੱਚ ਵੀ ਅਵੇਲੇਬਲ ਹੈ ਜੀ ਇਹ। ਠੀਕ ਹੈ, ਹਾਂਜੀ। ਸੋ ਇੱਕ ਇਹਨਾਂ ਦਾ ਸਵਾਲ ਸੀ ਕਿ ਜੇ ਤੁਸੀਂ ਹੁਣ ਪੰਜਾਬ ਦੀ ਸੁਸਾਇਟੀ 'ਚ ਜਾ ਕੇ ਇਹ ਗੱਲਬਾਤ ਕਰਨੀ ਹੋਵੇ ਤਾਂ ਤੁਹਾਡੇ ਲਈ ਕਿੰਨਾ ਸੌਖਾ ਤੇ ਔਖਾ ਹੋਗਾ? 6 ਸਾਲ ਹੋ ਗਏ ਜੀ, ਹਾਲੇ ਤੱਕ ਮੈਂ ਕੈਨੇਡਾ ਤੋਂ ਪੰਜਾਬ ਵਾਪਸ ਨਹੀਂ ਗਿਆ। ਐਂਡ ਉਹਦਾ ਇੱਕ ਬਹੁਤ ਵੱਡਾ ਰੀਜ਼ਨ ਸੀ, ਉਹ ਇਹ ਸੀਗਾ ਕਿ ਮੇਰੇ ਕੋਲੇ ਰੈਪੂਟੇਸ਼ਨ ਹੈ ਨਹੀਂ ਸੀ, ਮੇਰੇ ਕੋਲੇ ਪਾਵਰ ਹੈ ਨਹੀਂ ਸੀ। ਜੇ ਤੁਹਾਡੇ ਕੋਲੇ ਦੋ ਚੀਜ਼ਾਂ ਨਹੀਂ ਹੈਗੀਆਂ ਤਾਂ ਲੋਕਾਂ ਨੇ ਤੁਹਾਡੀ ਗੱਲ ਨਹੀਂ ਸੁਣਨੀ। ਅਤੇ ਮੈਨੂੰ ਪਤਾ ਸੀ ਕਿ ਮੇਰੇ ਨਾਲ ਕੀ ਸਲੂਕ ਹੋਣਾ ਜਦੋਂ ਮੈਂ ਵਾਪਸ ਜਾਣਾ ਸੀ। ਪਰ ਅੱਜ ਮੇਰੇ ਕੋਲੇ ਉਹ ਦੋਹੇ ਚੀਜ਼ਾਂ ਨੇ। ਅੱਜ ਮੈਨੂੰ ਪੰਜਾਬ ਤੋਂ ਮੈਸੇਜਸ ਆਉਂਦੇ ਨੇ ਕਿ ਹਾਂ ਅਸੀਂ ਤੈਨੂੰ $300 ਪੇ ਕਰ ਦਿੰਦੇ ਹਾਂ, ਤੇਰੀ ਟਿਕਟ ਪੇ ਕਰ ਦਿੰਦੇ ਹਾਂ, ਤੂੰ ਸਾਡੇ ਆ ਕੇ ਪਰਫੋਰਮ ਕਰ। ਅੱਛਾ। ਮੈਨੂੰ 5 ਸਟਾਰ ਹੋਟਲਸ 'ਤੇ ਮੈਸੇਜ ਆਉਂਦੇ ਨੇ ਇੰਡੀਆ ਤੋਂ ਕਿ ਤੂੰ ਸਾਡੇ ਆ ਕੇ ਪਰਫੋਰਮ ਕਰ, ਅਸੀਂ ਤੈਨੂੰ ਹੋਟਲ ਦੇ ਰਹੇ ਹਾਂ, ਟਿਕਟਸ ਦੇ ਰਹੇ ਹਾਂ, ਅਸੀਂ ਤੈਨੂੰ $1000 ਦੇ ਰਹੇ ਹਾਂ, ਰਾਈਟ। ਅੱਜ ਵਿਊਜ਼ ਬਦਲ ਰਹੇ ਨੇ ਕਿਉਂਕਿ ਅੱਜ ਉਹਨਾਂ ਨੂੰ ਪਤਾ ਹੈ ਕਿ ਮੈਂ ਉਹਨਾਂ ਦਾ ਸੱਭਿਆਚਾਰ ਹੈ ਜਿਹੜਾ ਉਹ ਪ੍ਰੈਜ਼ੈਂਟ ਕਰ ਰਿਹਾ। ਆਈ ਐਮ ਨਾਟ ਡੂਇੰਗ ਸਮਥਿੰਗ ਰੋਂਗ, ਕਿਉਂਕਿ ਜਿਹੜਾ ਪਹਿਲਾ ਨਜ਼ਰੀਆ ਸੀ ਉਹ ਇਹ ਸੀਗਾ ਕਿ ਮੇ ਬੀ ਹੀ ਇਜ਼ ਪ੍ਰੋਸਟੀਟਿਊਟ, ਮੇ ਬੀ ਉਹ ਗਲਤ ਕੰਮ ਕਰ ਰਿਹਾ ਹੈ। ਇੱਕ ਬੰਦਾ ਇੱਕ ਬੁੜੀ ਬਣ ਕੇ ਉਹ ਗਲਤ ਕੰਮ ਕਰ ਰਿਹਾ ਹੈ ਐਂਡ ਉੱਥੋਂ ਜੱਜਮੈਂਟ ਹੋ ਕੇ ਸੁਸਾਇਟੀ ਤੁਹਾਨੂੰ ਬੋਲਦੀ ਹੈ ਫਿਰ। ਪਰ ਜਦੋਂ ਉਹਨਾਂ ਨੂੰ ਦਿਖਦਾ ਸੋਸ਼ਲ ਮੀਡੀਆ ਤੁਹਾਡਾ ਤੇ ਕੰਮ ਉੱਤੇ ਪਰਫਾਰਮੈਂਸ ਤੱਕ ਹੈ, ਤੁਸੀਂ ਆਪਣਾ ਜਿਹੜੀ ਕਲਾ ਆ ਉਹਦਾ ਤੁਸੀਂ ਜ਼ੋਰ ਦਿਖਾਉਂਦੇ ਹੋ। ਉਸ ਤੋਂ ਬਾਅਦ ਤੁਸੀਂ ਕੋਈ ਵੀ ਜਿਵੇਂ ਕਲਾਕਾਰ ਸਟੇਜ 'ਤੇ ਆਉਂਦੇ ਆ, ਆਪਣਾ ਕੰਮ ਕਰਦੇ ਆ, ਚਲੇ ਜਾਂਦੇ ਆ। ਬਿਲਕੁਲ। ਕੋਈ ਵੀ ਹੁਣ ਮੰਨ ਲਓ ਪੰਜਾਬੀ ਸਿੰਗਰਸ ਨੇ, ਉਹ ਵੀ ਵਿਆਹਾਂ ਦੇ ਵਿੱਚ ਜਾ ਕੇ ਨੱਚਦੇ ਨੇ, ਗਾਉਂਦੇ ਨੇ, ਰਾਈਟ। ਸੇਮ ਥਿੰਗ ਆਈ ਡੂ। ਕਲੱਬਸ ਦੇ ਵਿੱਚ ਜਦੋਂ ਅਸੀਂ ਡਾਂਸ ਕਰਦੇ ਹਾਂ ਤਾਂ ਲੋਕ ਸਾਡੇ ਤੋਂ ਕਾਫੀ ਦੂਰ ਹੁੰਦੇ ਨੇ, ਅਸੀਂ ਸਟੇਜ ਦੇ ਉੱਤੇ ਹੁੰਦੇ ਹਾਂ, ਅਸੀਂ ਆਪਦਾ ਡਾਂਸ ਕਰਦੇ ਹਾਂ, ਲੋਕ ਸਾਨੂੰ ਪੈਸੇ ਦੇਣ ਆਉਂਦੇ ਨੇ, ਬੜੇ ਪਿਆਰ ਦੇ ਨਾਲ ਹੱਥ ਦੇ ਵਿੱਚ ਪੈਸੇ ਫੜਾਉਂਦੇ ਨੇ। ਇੰਡੀਆ ਵਾਲਾ ਹਿਸਾਬ ਨਹੀਂ ਹੁੰਦਾ ਜੀ। ਪ੍ਰਿਅੰਸ਼ੂ, ਹੋਰ ਬਹੁਤ ਸਾਰੇ ਲਿਸਨਰਸ ਹੈ ਜਿਹੜੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ। ਗੱਲ ਤੁਸੀਂ ਛੋਟੀ ਰੱਖਣ ਦੀ ਪਲੀਜ਼ ਕੋਸ਼ਿਸ਼ ਕਰਿਓ ਜਿੰਨੇ ਸਾਡੇ ਲਿਸਨਰਸ ਆ, ਤਾਂ ਕਿ ਸਾਰਿਆਂ ਦੀ ਗੱਲ ਆਪਾਂ ਸੁਣ ਸਕੀਏ। ਅਗਲੇ ਲਿਸਨਰ ਨਿਰਮਲ ਜੀ। ਜਲੀਨਾ। ਹਾਂਜੀ। ਤੁਹਾਡਾ ਪਾਰਟਨਰ ਅਜੇ ਇੰਡੀਆ ਹੀ ਆ ਜਾਂ ਤੁਸੀਂ ਲਾਇਆ ਇੱਥੇ? ਉਹ ਇੰਡੀਆ ਹੀ ਹੈ ਜੀ। ਉਹਦੀ ਇਸ ਵਕਤ ਮੈਰਿਜ ਹੋ ਗਈ ਲੜਕੀ ਦੇ ਨਾਲ ਫੋਰਸਫੁਲੀ, ਜਿੱਦਾਂ ਮੈਂ ਮੈਂਸ਼ਨ ਕੀਤਾ ਸੀ। ਸੋ ਪਿਛਲੇ 2.5 ਸਾਲਾਂ ਤੋਂ ਸਾਡੀ ਕੋਈ ਗੱਲਬਾਤ ਨਹੀਂ ਹੋਈ ਹੈ। ਪਰ ਪਿੱਛੇ ਜੇ ਮੈਨੂੰ ਪਤਾ ਲੱਗਿਆ ਸੀਗਾ ਕਿ ਉਹ ਕਾਫੀ ਸੈਡ ਸੀ ਜਦੋਂ ਇਹ ਸਭ ਕੁਝ ਉਹਦੀ ਜ਼ਿੰਦਗੀ ਦੇ ਵਿੱਚ ਹੋ ਰਿਹਾ ਸੀ। ਜਿਹੜੀ ਇੱਕ ਖੁਸ਼ੀ ਮੈਨੂੰ ਹੁੰਦੀ ਹੈ ਕਿ ਮੈਂ ਕੈਨੇਡਾ ਦੇ ਵਿੱਚ ਹਾਂ, ਮੈਨੂੰ ਉਹਨਾਂ ਚੀਜ਼ਾਂ ਦੇ ਨਾਲ ਡੀਲ ਨਹੀਂ ਕਰਨਾ ਪੈਂਦਾ ਜਿਹੜੇ ਸਿਚੁਏਸ਼ਨਸ ਦੇ ਥਰੂ ਉਹ ਜਾ ਰਿਹਾ ਇੰਡੀਆ ਦੇ ਵਿੱਚ। ਹਾਂਜੀ ਨਿਰਮਲ ਜੀ, ਹੋਰ ਕੀ ਕਹਿਣਾ ਚਾਹੁੰਦੇ ਹੋ? ਉਹ ਜਿੱਦਾਂ ਉਹ ਤਾਂ ਵੈਰੀ ਸੈਡ ਹੋ ਜਿੱਦਾਂ ਨਾ, ਹਾਂਜੀ, ਉਹਦੇ ਨਾਲ ਧੱਕੇ ਨਾਲ ਜਿੱਦਾਂ ਉਹਦਾ ਵਿਆਹ ਕਰ ਦਿੱਤਾ। ਹਾਂਜੀ। ਤੇ ਜਿੱਦਾਂ ਜਿਹੜੇ ਬੱਚੇ ਹੈ ਨਾ, ਜਿੱਦਾਂ ਅਡਾਪਟ ਕਰਦੇ ਹੈਗੇ ਆ, ਜਿੱਦਾਂ ਗੇ ਲੈਸਬੀਅਨ ਜਿੱਦਾਂ ਨਾ, ਹਾਂਜੀ, ਉਹਨਾਂ ਨੂੰ ਕੋਈ ਚੇਂਜ ਨਹੀਂ ਹੁੰਦੀ ਹੈਗੀ। ਉਹ ਤਾਂ ਜਿਵੇਂ ਆਮ ਮਾਂ ਬਾਪ ਦੇ ਬੱਚੇ ਹੈਗੇ ਆ। ਹਾਂਜੀ। ਉਹ ਤਾਂ ਬਹੁਤ ਵਾਰ ਮੈਂ ਰੇਡੀਓ ਤੇ ਜਾਂ ਇੰਗਲਿਸ਼ ਮੀਡੀਆ 'ਚ ਸੁਣਿਆ ਹੈਗਾ, ਉਹਨਾਂ ਬੱਚਿਆਂ ਨੂੰ ਕੋਈ ਫਰਕ ਨਹੀਂ ਪੈਂਦਾ। ਬਿਲਕੁਲ ਵੀ ਨਹੀਂ ਜੀ। ਜਿੱਦਾਂ ਵੀ ਮਾਂ ਤੇ ਪਿਓ ਬੱਚੇ ਉਹਨੂੰ ਪਾਲ ਸਕਦੇ, ਉੱਥੇ 2 ਪਿਓ ਵੀ ਪਾਲ ਸਕਦੇ ਆ। ਹਾਂਜੀ। ਜਿਹਨਾਂ ਬੱਚਿਆਂ ਦੀ ਮਾਂ ਮਰ ਜਾਂਦੀ, ਉਹ ਪਿਓ ਇਕੱਲੇ ਪਾਲਦੇ ਆ, ਉਹਦੇ ਤੋਂ ਕੋਈ ਫਰਕ ਨਹੀਂ ਪੈਂਦਾ ਹੈਗਾ। ਹਾਂਜੀ। ਨਿਰਮਲ ਜੀ, ਕੁਝ ਪੁੱਛਣਾ ਵੀ ਹੈ ਤੁਸੀਂ ਪ੍ਰਿਅੰਸ਼ੂ ਕੋਲੋਂ? ਹੋਰ ਮੈਂ ਪੁੱਛਣਾ ਨਹੀਂ, ਉਹਦਾ ਮੈਂ ਇਹੋ ਹੀ ਮੈਂ ਕਹਿੰਦੀ ਹੈਗੀ ਵੀ ਇਹਦੇ 'ਚ ਕੋਈ ਫਰਕ ਨਹੀਂ ਹੈਗਾ। ਕਿ ਜਿੱਦਾਂ ਮੇਰਾ ਕੋਈ ਫਰੈਂਡ ਗੇ ਹੈ ਨੀ ਗਾ, ਪਰ ਮੇਰੀ ਫਰੈਂਡ ਦੀ ਜਿਹੜਾ ਪੋਤਾ ਗੇ ਹੈਗਾ। ਅੱਛਾ, ਓਕੇ ਜੀ। ਉਹਦੇ ਬਾਰੇ ਮੈਂ ਬਹੁਤ ਸੁਣਿਆ ਆ। ਪਰ ਜਿੱਦਾਂ ਬਾਕੀ ਜਿੱਦਾਂ ਨਵਜੋਤ ਜੀ, ਜਿਹੜੀ ਕਨਵਰਜਨ ਥੈਰੇਪੀ ਆ, ਉਹ ਜਿੱਦਾਂ ਹੁਣ ਇਲੀਗਲ ਵਾ। ਹਾਂਜੀ, ਕੈਨੇਡਾ ਦੇ ਵਿੱਚ ਵੀ ਇਲੀਗਲ ਹੈ ਜੀ, ਤੇ ਉਹ ਇੰਡੀਆ ਦੇ ਵਿੱਚ ਵੀ ਕਈ ਪਾਰਟਸ ਨੇ ਜਿੱਥੇ ਉਹ ਇਲੀਗਲ ਹੈ। ਸੋ ਜੇਕਰ ਤੁਹਾਨੂੰ ਕੋਈ ਟਰਾਈ ਕਰਦਾ ਹੈ, ਫੋਰ ਐਗਜ਼ਾਮਪਲ ਜੇ ਮੈਨੂੰ ਕੋਈ ਟਰਾਈ ਕਰੇ ਕਨਵਰਟ ਕਰਨ ਦੀ ਫਰੋਮ ਗੇ ਟੂ ਅ ਸਟ੍ਰੇਟ ਪਰਸਨ, ਜਿਹੜੀ ਚੀਜ਼ ਪੋਸੀਬਲ ਨਹੀਂ ਹੈਗੀ ਜੀ, ਕੋਈ ਟੂਣੇ ਟੱਪਿਆਂ ਦੇ ਨਾਲ, ਕੋਈ ਦੇਸੀ ਨੁਕਸਿਆਂ ਦੇ ਨਾਲ, ਉਹਨੂੰ ਇੱਥੇ ਜੇਲ੍ਹ ਹੋ ਸਕਦੀ ਹੈ। ਉਹ ਕ੍ਰਾਈਮ ਹੈ ਜੀ। ਥੈਂਕ ਯੂ ਨਿਰਮਲ ਜੀ, ਬਹੁਤ ਵਧੀਆ ਸਵਾਲ ਕੀਤਾ ਤੁਸੀਂ। ਥੈਂਕ ਯੂ ਸੋ ਮਚ। ਲੱਕੀ ਧਾਲੀਵਾਲ ਜੀ। ਹਲੋ ਨਵਜੋਤ ਜੀ, ਤੁਹਾਨੂੰ ਸਾਰਿਆਂ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀ ਜੀ। ਵੈਸੇ ਮੈਂ ਤੁਹਾਡਾ ਪ੍ਰੋਗਰਾਮ ਸਾਰਾ ਸੁਣਿਆ ਵਾ,
ਤੇ ਮੈਂ ਪਹਿਲਾਂ ਤਾਂ ਨਹੀਂ ਕਾਲ ਕੀਤੀ ਭੈਣ ਜੀ, ਮੈਂ ਸੋਚਦਾ ਸੀ ਵੀ ਸਰੋਤੇ ਜ਼ਰੂਰ ਫੋਨ ਕਰਨਗੇ ਪਹਿਲਾਂ, ਵੀ ਨਹੀਂ ਸਾਡੇ ਵਰਗੇ ਪਹਿਲਾਂ ਹੀ ਕਾਲ ਕਰਕੇ ਬਹਿ ਜਾਂਦੇ ਆ। ਮੇਰਾ ਸਵਾਲ ਕੋਈ ਨਹੀਂ ਇਹਨਾਂ ਨੂੰ, ਹਾਂਜੀ ਤੇ ਮੇਰਾ 2-3 ਗੱਲਾਂ ਇਨਪੁੱਟ ਹੀ ਕਰਨੀਆਂ ਸੀ ਇਸ ਚੀਜ਼ ਦੇ ਵਿੱਚ, ਕਿਉਂਕਿ ਮੈਨੂੰ ਵੀ ਹੁਣ 42 ਈਅਰ ਤੋਂ ਉੱਪਰ ਹੋ ਗਏ ਇੱਥੇ ਰਹਿੰਦੇ ਨੂੰ। ਮੈਂ ਹਾਂਜੀ ਆਪਣੀ ਜਿੱਦਾਂ ਵੀ ਸੁਰਤ ਇੱਥੇ ਸੰਭਲੀ ਆ ਜੀ। ਦੇਖੋ ਜਿਹੜੀ ਇਹ ਨਹੀਂ ਤੇ ਇਹ ਕਹਿ ਰਹੇ ਸਾਡੀ ਦੁਨੀਆ ਵੱਖਰੀ, ਇਹਨੇ ਦੀ ਕੋਈ ਦੁਨੀਆ ਵੱਖਰੀ ਨਹੀਂ ਹੈਗੀ। ਹਾਂਜੀ ਇਹ ਦੇਖੋ ਤੁਹਾਡੀ ਤੁਸੀਂ, ਮੈਂ ਤੁਹਾਨੂੰ ਕੀ ਕਹਿ ਕੇ ਗੱਲ ਕਰਾਂ, ਤੁਹਾਡੀ ਕੋਈ ਦੁਨੀਆ ਵੱਖਰੀ ਨਹੀਂ ਹੈਗੀ ਜੀ। ਇਹ ਜਿਹੜੀ ਇਹ ਤੁਹਾਡੀ ਸਟਾਰਟਿੰਗ ਵਿੱਚ ਐਕਸ ਐਂਡ ਵਾਈ ਤੋਂ ਤੁਹਾਡੀ ਸ਼ੁਰੂ ਹੋ ਗਈ ਲਾਈਫ, ਜਿੱਦਾਂ ਮਤਲਬ ਕਿ ਬੱਚਾ ਸ਼ੁਰੂ ਹੁੰਦਾ ਐਕਸ ਐਂਡ ਵਾਈ ਤੋਂ ਸ਼ੁਰੂ ਹੁੰਦਾ, ਰਾਈਟ? ਜਦੋਂ ਬੱਚਾ ਜਦੋਂ ਮਾਂ ਦੇ ਕੁੱਖ ਵਿੱਚ ਪੈਦਾ, ਹਾਂਜੀ, ਕ੍ਰੋਮੋਸੋਮਸ ਦੀ ਗੱਲ ਕਰ ਰਹੇ ਤੁਸੀਂ। ਹਾਂਜੀ, ਜਦੋਂ ਉੱਥੋਂ ਤੋਂ ਲੱਗ ਕੇ ਜਿਹੜਾ ਐਕਸ ਤੇ ਜਾਂ ਵਾਈ ਦੇ ਉੱਤੇ ਜਿਹੜਾ ਭਾਰੂ ਹੋ ਗਿਆ, ਉਹ ਬੱਚੇ ਦੇ ਉੱਤੇ ਨੈਚੁਰਲੀ ਆ ਸ਼ੁਰੂ ਹੋ ਜਾਂਦਾ, ਰਾਈਟ? ਹਾਂਜੀ ਓਕੇ। ਆਪਾਂ ਦੂਸਰੀ ਗੱਲ ਤੁਹਾਨੂੰ ਮੈਂ ਐਨਕਰੇਜ ਵਾਲੀ ਗੱਲ ਕਰਨੀ ਚਾਹੁੰਦਾ। ਤੁਸੀਂ ਸੈਰ ਆਪਸ਼ਨ ਬਾਰੇ ਲੈ ਲਓ, MP ਬਣ ਚੁੱਕਿਆ ਉਹ। ਹਾਂਜੀ ਤੁਸੀਂ ਇੰਗਲੈਂਡ ਦੇ ਜੋਰਜ ਬੋਏ ਬਾਰੇ ਲੈ ਲਓ, ਉਹ ਕਿੰਨਾ ਵੱਡਾ ਸਿੰਗਰ ਹੋਇਆ, ਤੇ ਮਤਲਬ ਕਿ ਵੀ ਉਹ ਕੁੜੀ ਕੋਈ ਨਹੀਂ ਸੀ ਕਹਿ ਸਕਦੇ ਮੁੰਡਾ ਉਹਨੂੰ, ਰਾਈਟ? ਹਾਂਜੀ ਓਕੇ। ਜਿਹੜੀ ਤੁਸੀਂ ਕਿਸੇ ਦੇ ਸਾਹਮਣੇ ਗੱਲ ਰੱਖੀ ਬੜੇ ਗਟਸ ਨਾਲ ਹਾਂਜੀ ਤੇ ਆਪਣੇ ਤਰਕ ਨਾਲ, ਇਹ ਵੀ ਇੱਕ ਬਹੁਤ ਵੱਡੀ ਚੀਜ਼ ਆ। ਥੈਂਕ ਯੂ ਜੀ। ਜਿਹੜਾ ਵੀ ਕਿਸੇ ਨੂੰ ਯੂ ਨੋ ਵਾਟ ਆਈ ਟੈਲ ਯੂ ਓਨੈਸਟਲੀ, ਹਾਂਜੀ I don't want to call gay guy ਸ਼ਬਦ, ਰਾਈਟ? ਯਾ ਜੇ ਟ੍ਰਾਂਸ ਹੁੰਦੇ ਹੈਗੇ, that's fine, right? That's totally different, right? ਹਾਂਜੀ ਕਿਉਂਕਿ ਮੇਰੀ ਆਲ ਓਵਰ ਮੇਰੀ ਜਿੱਦਾਂ ਮੇਰੇ ਸ਼ਰੀਫ ਬੰਦਿਆਂ ਨਾਲ ਵੀ, ਬਦਮਾਸ਼ ਬੰਦਿਆਂ ਨਾਲ ਵੀ, ਜਿਹੜਾ ਇਹ ਆਪ ਨੂੰ ਕਹਿ ਰਹੇ ਆ ਡਿਫਰੈਂਟ, ਜਿੱਦਾਂ ਮਤਲਬ ਕਿ ਕਮਿਊਨਿਟੀ ਆਪਣੇ ਆਪ ਨੂੰ ਇਸ ਪਰਸਨ ਦੇ ਬੰਦੇ ਨਾਲ, ਕੁੜੀਆਂ ਨਾਲ ਵੀ ਮੈਂ ਟਰੱਕਰ ਹਾਂ, ਸਾਨੂੰ ਬਹੁਤ ਕੁੜੀਆਂ ਮਿਲਦੀਆਂ ਇੱਦਾਂ ਦੀਆਂ, ਸਾਨੂੰ ਮੁੰਡੇ ਵੀ ਬਹੁਤ ਇੱਦਾਂ ਦੇ ਮਿਲਦੇ ਆ। ਕਿਉਂਕਿ ਜੋ ਤੁਸੀਂ ਕਿਸੇ ਨਾਲ, ਜਦੋਂ ਆਪਾਂ ਕਿਤਾਬ ਬੰਦ ਪਈ ਆ ਨਾ, ਜੇ ਆਪਾਂ ਬੰਦ ਪਈ ਕਿਤਾਬ ਦੇ ਵਿੱਚ ਆਪਾਂ ਨਹੀਂ ਸ਼ਬਦ ਪੜ੍ਹਦੇਗੇ, ਵੀ ਡੋਨਟ ਨੋ ਨਥਿੰਗ। ਹਾਂਜੀ ਜੀ। ਜੇ ਕਿਤਾਬ ਦੇ ਉੱਤੇ ਲਿਖਿਆ ਹੋਇਆ, ਰਾਈਟ, ਓਕੇ, ਦਿਸ ਇਜ਼ ਮਦਰ ਨੇਚਰ, ਉਹਦੇ ਅੰਦਰ ਪੜਾਂਗੇ ਤਾਂ ਕੀ ਲਿਖਿਆ ਮਦਰ ਨੇਚਰ ਦੇ ਅੰਦਰ, ਫਿਰ ਪਤਾ ਲੱਗੂ ਨਾ ਆਪਾਂ ਨੂੰ। ਜਦੋਂ ਕਿਸੇ ਇਨਸਾਨ ਦੇ ਨਾਲ ਆਪਾਂ ਖੁੱਲ੍ਹ ਨਾਲ ਗੱਲ ਕਰਾਂਗੇ, ਆਪਾਂ ਦਰਦਾਂ ਨੂੰ ਸਮਝਾਂਗੇ, ਆਪਾਂ ਉਹਦੀ ਫੀਲਿੰਗ ਨੂੰ ਸਮਝਾਂਗੇ, ਫਿਰ ਆਪਾਂ ਨੂੰ ਪਤਾ ਲੱਗੂ ਵੀ, ਰਾਈਟ, ਮਤਲਬ ਕਿ ਵੀ ਕੀ ਸਿਚੁਏਸ਼ਨ ਹੈ। ਲੌਂਗ ਸਟੋਰੀ ਸ਼ਾਰਟ, ਇੱਕ ਮੈਂ ਲਾਸਟ ਤੇ ਗੱਲ ਕਰਨ ਲੱਗਿਆ, ਇਹ ਰੀਸੈਂਟਲੀ ਗੱਲ ਹੋਈ ਹੈ। ਮੇਰਾ ਫਰੈਂਡ ਸੀਗਾ ਜੀ, ਉਹਦੀ ਡਾਕਟਰ ਸੀਗੀ ਇਸ ਸਿਚੁਏਸ਼ਨ ਦੇ ਵਿੱਚ। that happened about a couple years ago, right? ਠੀਕ ਹੈ। Okay, ਉਹ ਬੜੇ ਅਪਸੈਟ ਸੀ, ਤਾਂ ਮੇਰਾ really good friend ਸੀ, ਰਾਈਟ? ਤੇ ਉਹ ਮੈਨੂੰ ਫੋਨ ਕਰਨ ਲੱਗਿਆ ਏਦਾਂ ਕਰਕੇ, ਵੀ ਕਹਿਣ ਲੱਗੇ ਵੀ ਲੱਖੇ ਤੇਰੇ ਨਾਲ ਏਦਾਂ ਕਰਕੇ ਗੱਲ ਕਰਨੀ ਆ। ਉਹਨਾਂ ਨਾਲ ਗੱਲ ਕੀਤੀ, ਉਹਦੀ ਵਾਈਫ ਨਾਲ, ਜਿੱਦਾਂ ਵੀਰ ਹੋਣਾ ਤੇ ਭੈਣ ਜੀ ਉਹਨਾਂ ਨਾਲ। ਮੈਂ ਕਿਹਾ ਵੀ ਦੇਖੋ ਭੈਣ ਜੀ, ਨਥਿੰਗ ਰੋਂਗ ਵਿਦ ਦੈਟ। ਜਿਹੜੀ ਇਹ ਦੁਨੀਆ, ਤੇ ਇਹ ਮੈਂ ਨਹੀਂ ਕਹਿੰਦਾ ਦੁਨੀਆ ਵੱਖਰੀ ਆ, ਜਿਹੜੇ ਜਿਸ ਹਿਸਾਬ ਦੇ ਨਾਲ ਇਹ ਲਾਈਫ ਆਪਦੀ ਇੰਜੋਇਮੈਂਟ ਕਰਨੀ ਚਾਹੁੰਦੀ ਆ, ਲੈਟਸ ਹਰ ਡੂ ਇਟ। ਕਿ ਤੁਸੀਂ ਆਪਾਂ ਕਾਹਤੋਂ ਆਂਦੀ, ਕਿਉਂਕਿ ਲਾਈਫ ਇੱਕ ਵਾਰੀ ਆਈ ਆ, ਇਹਨੇ ਵਧੀਆ ਜੀ ਲਓ, ਸੋਹਣੀ ਜੀ ਲਓ। ਤੁਸੀਂ ਵਾਈ ਯੂ ਇੰਟਰਪਟ ਸਮਨ ਐਲਸ ਲਾਈਫ? ਹਾਂਜੀ, ਡਜ਼ਨਟ ਮੈਟਰ ਤੁਹਾਡਾ ਧੀ ਆ, ਪੁੱਤ ਆ, ਫਰੈਂਡ ਆ, ਭਰਾ, ਕੋਈ ਮਰਜ਼ੀ ਆ, ਰਾਈਟ? ਬਿਲਕੁਲ ਜੀ। ਜਿਹੜਾ ਕਿਸੇ ਨੂੰ ਕੋਈ ਤਾਨਾ ਮਿਹਣਾ ਦੇਣਾ, ਮੇਰਾ ਖਿਆਲ ਇਹ ਥੋੜੀ ਘਟੀਆ ਸੋਚ ਦੀ ਨਿਸ਼ਾਨੀ ਹੋ ਸਕਦੀ ਆ। ਇਸ ਤੋਂ ਵੱਧ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਬਹੁਤ ਸ਼ੁਕਰੀਆ ਜੀ। ਦੂਸਰਾ ਨਵਤੋਜ ਜੀ, ਤੁਹਾਡਾ ਵੀ ਬਹੁਤ ਧੰਨਵਾਦ। ਜਿਹੜੀ ਖਾਸ ਕਰਕੇ ਇਹ ਗੱਲ ਸੀਗੀ ਐਂਟੂ ਡਾਇਰੈਕਟਲੀ ਕਰਨੀ ਬਹੁਤ ਥੋੜੀ ਜਿਹੀ ਹਾਰਡ ਸੀਗੀ, ਜਿਸ ਤਰ੍ਹਾਂ ਤੁਸੀਂ ਕਹਿ ਚੁੱਕੇ ਹੋ ਪਹਿਲਾਂ। ਥੈਂਕ ਯੂ ਸੋ ਮਚ। ਕਿਉਂਕਿ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਔਖੀ ਸੀਗੀ, ਕਿ ਜਿਹੜੀ ਤੁਸੀਂ ਇੱਕ ਬਹੁਤ ਕਲੀਅਰ ਸ਼ਬਦਾਂ ਦੇ ਨਾਲ ਤੁਸੀਂ ਦੋਨਾਂ ਨੇ ਇਹ ਕਲੀਅਰ ਪਿਕਚਰ ਸਾਡੇ ਸਾਰੇ ਸਾਹਮਣੇ ਲਿਆਂਦੀ ਆ। ਤੁਹਾਡਾ ਬਹੁਤ ਧੰਨਵਾਦ, ਤੇ ਅੱਗੇ ਵਾਸਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਲਿਆਉਂਦੇ ਰਹੋ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਕੋਸ਼ਿਸ਼ ਕਰਾਂਗੇ। ਮਨਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ, ਤੁਸੀਂ ਦੋਨੇ ਕ੍ਰਾਂਤੀਕਾਰੀ ਹੋ। ਸ਼ੁਕਰੀਆ ਜੀ। ਤੁਸੀਂ ਹੋਸਟ ਤੋਂ, ਤੁਹਾਨੂੰ ਅੱਜ ਤੋਂ ਕ੍ਰਾਂਤੀਕਾਰੀ ਕਹਿਣ ਲੱਗ ਜਾਣਾ। ਇਹਦਾ ਕਾਰਨ ਕਿਉਂ? ਕਿਉਂਕਿ ਤੁਸੀਂ ਉਸੇ ਸੁਸਾਇਟੀ ਦੀ ਗੱਲ ਜਿਹੜੀ ਸੁਣਨੀ ਨਹੀਂ ਚਾਹੁੰਦੇ। ਤੁਹਾਨੂੰ ਪਤਾ ਡੇਵੀ ਸਟਰੀਟ ਦੇ ਆਪਣੇ ਦੋ ਮੁੰਡਿਆਂ ਨੂੰ ਕਹਿੰਦੇ ਤੁਸੀਂ ਜੱਫੀਆਂ ਕਿਉਂ ਪਾਈ ਜਾਂਦੇ ਹੋ, ਕੁੱਟ ਵੀ ਆਏ ਸੀ। ਹਾਂਜੀ ਹਾਂਜੀ। ਉੱਥੇ ਜਾ। ਦੂਜੀ ਗੱਲ ਇਹ ਆ ਵੀ 150 ਸਾਲ ਪਹਿਲਾਂ ਮੈਂ ਫਰੈਡ ਪੜ੍ਹਿਆ ਆ, ਉਹਨੇ ਇਹ ਗੱਲ ਦੱਸਤੀ ਸੀ ਸਾਰੀ। ਉਹਦੇ ਵੀ ਜਦੋਂ ਉਹਦੇ ਨਾਲ ਦੇ ਪ੍ਰੋਫੈਸਰਾਂ ਨੇ ਜੁੱਤੀਆਂ ਮਾਰੀਆਂ ਸੀ ਭਗਾ ਕੇ, ਜਦੋਂ ਆਪਦਾ ਥੀਸਿਸ ਪੜ੍ਹਦਾ ਸੀ। ਤੇ ਦੂਜੀ ਗੱਲ ਇਹ ਆ, ਮਹਾਤਮਾ ਬੁੱਧ ਨੇ 3000 ਸਾਲ ਪਹਿਲਾਂ 3000 ਸਾਲ ਪਹਿਲਾਂ ਬੁੱਧ ਧਰਮ ਚਲਾਇਆ। ਦੁਨੀਆ ਅੱਜ ਜੇ ਬੁੱਧ ਧਰਮ ਦਾ ਜੋ ਸਤਿਕਾਰ ਕਰਦੇ ਨੇ ਪੜ੍ਹੇ ਲਿਖੇ ਲੋਕ, ਮੇਰਾ ਖਿਆਲ ਹੋਰ ਕਿਸੇ ਧਰਮ ਦਾ ਨਹੀਂ ਕਰਦੇ ਹੋਣੇ। ਤੇ ਮੇਰੇ ਕਹਿਣ ਤੋਂ ਮਤਲਬ ਵੀ ਉਹ ਨੀਤਸੇ ਨੇ ਤਾਂ ਮਹਾਤਮਾ ਬੁੱਧ ਨੂੰ ਗੇ ਕਹਿਤਾ। ਤੇ ਦੂਜੀ ਗੱਲ ਵੀ ਇਹ ਲੋਕਾਂ ਨੇ ਇੰਡੀਆ ਦੇ ਵਿੱਚ ਕਿੰਨਾ ਇਤਰਾਜ਼ ਕੀਤਾ ਵੀ ਇਹ ਨੀਤਸੇ ਕਿਹੋ ਜਿਹਾ ਰਾਈਟਰ ਆ ਜਿਹੜਾ ਮਹਾਤਮਾ ਬੁੱਧ ਨੂੰ ਵੀ ਕਹੀ ਜਾਂਦਾ। ਸੱਚ ਨੂੰ ਅੱਖਾਂ ਮੀਚ ਕੇ ਲੁਕਾਉਂਦੇ ਰਹੇ ਨੇ।
ਸਾਡੇ ਕੱਢਨੇ ਕਵੀ ਹੋਇਆ ਉਹਨਾਂ ਦੀਆਂ ਕਵਿਤਾਵਾਂ ਸਿੱਧੇ ਸਾਰੇ ਕਰਦੀਆਂ ਨੇ, ਪਰ ਉਹਨੂੰ ਉਹ ਕਹਿੰਦੇ ਵੀ ਇਹ ਤਾਂ ਰੱਬ ਦੀ ਗੱਲ ਹੈ, ਤਾਂ ਇਹ ਹੋਰ ਕੋਈ ਗੱਲ ਆ, ਜਿਹੜੀ ਸੱਚ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਆ। ਮੈਂ ਇਸੇ ਕਰਕੇ ਤੁਹਾਨੂੰ ਕ੍ਰਾਂਤੀਕਾਰੀ ਕਿਹਾ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਅਮਰਿੰਦਰ ਧਾਲੀਵਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਚਲੋ ਹੁਣ ਪਹਿਲਾਂ ਨੇ ਦੱਸ ਹੀ ਦਿੱਤਾ ਜੀ, ਤੁਹਾਡੇ ਟੌਪਿਕ ਵੈਸੇ ਹੀ ਬਹੁਤ ਵਧੀਆ ਹੁੰਦੇ ਨੇ, ਅੱਜ ਦਾ ਟੌਪਿਕ ਬਹੁਤ ਵਧੀਆ। ਥੈਂਕ ਯੂ ਜੀ। ਥੈਂਕ ਯੂ ਜੀ। ਮੇਰੀ ਗੱਲ ਨਾ ਪਲੀਜ਼ ਕੱਟਿਓ ਨਾ, ਜਿਹੜੀ ਮੈਂ ਕਹੂੰਗਾ ਨਾ ਹੁਣ ਇਹ ਥੋੜੀ ਬਰੀਫ ਜ਼ਰੂਰ ਰੱਖਿਓ ਹੈ। ਬਰੀਫ ਆ ਜੀ। ਮੈਂ ਤਾਂ ਇੱਕ ਗੱਲ ਕਹੂੰਗਾ ਬਸ, ਗੱਲ ਤਾਂ ਹੋਰ ਵੀ ਕਰਨੀ ਸੀ ਵੀ ਅਸੀਂ ਇੱਥੇ ਆ ਤਾਂ ਗਏ ਇੰਡੀਆ, ਜਿਹੜਾ ਸਾਡੇ ਗੰਦ ਦਾ ਟੋਕਰਾ ਭਰਿਆ ਹੈ ਨਾ ਦਿਮਾਗ ਦੇ ਵਿੱਚ, ਉੱਥੋਂ ਉਵੇਂ ਹੀ ਚੱਕ ਲਏ ਅਸੀਂ। ਬਸ ਮੈਂ ਇੰਨੀ ਗੱਲ ਹੀ ਕਹੂੰਗਾ ਬਸ। ਧੰਨਵਾਦ ਤੁਹਾਡਾ ਅਮਰਿੰਦਰ ਜੀ। ਚੇਂਜ ਨਹੀਂ ਹੋਇਆ ਹੈਗਾ, ਸਾਰਾ ਕੁਝ ਚੇਂਜ ਨਹੀਂ ਕੀਤਾ ਇਹਨਾਂ ਨੇ ਇੱਥੇ ਆ ਕੇ। ਇਹ ਵੀ ਸਮਾਜ ਦਾ ਹਿੱਸਾ ਹੀ ਨੇ ਲੋਕ। ਹਾਂਜੀ, ਗੱਲਾਂ ਤਾਂ ਮੈਂ ਹੋਰ ਵੀ ਕਰਨੀਆਂ ਸੀ ਵੀ ਹੁਣ ਜਿਵੇਂ ਬੱਚੇ ਨੇ ਕਿਸੇ ਨੇ ਮੁੰਡੇ ਨੇ ਨਾ ਕੋਈ ਪਿੰਕ ਕਲਰ ਦੀ ਕੋਈ ਚੀਜ਼ ਚੱਕ ਲਈ, ਉਹ ਨਹੀਂ ਇਹ ਤਾਂ ਕੁੜੀਆਂ ਦਾ। ਅੱਛਾ ਕੁੜੀ ਚੱਕ ਲਵੇ ਕੋਈ ਕਾਰ ਟਰੱਕ, ਉਹਨੂੰ ਕੋਈ ਚੱਕਰ ਨਹੀਂ ਹੈਗਾ। ਫਿਰ ਉਹੀ ਜੈਂਡਰ ਕੰਸਟਰਕਟ ਬਣਾਇਆ ਹੋਇਆ ਸੋਚਦੇ ਮਾਲਕ ਨੇ ਲੋਕ। ਹਾਂਜੀ ਅਮਰਿੰਦਰ ਜੀ, ਇਹ ਗੱਲ ਮੈਂ ਬਹੁਤ ਵਾਰ ਕਰਦੀ ਹਾਂ, ਹਰ ਵਾਰੀ ਜਦੋਂ ਪਿੰਕ ਸ਼ਰਟ ਡੇ ਮਨਾਇਆ ਜਾਂਦਾ ਕਿ ਅਸੀਂ ਇੱਕ ਦਿਨ ਪਿੰਕ ਸ਼ਰਟ ਡੇ ਸੈਲੀਬ੍ਰੇਟ ਕਰਕੇ ਸਾਰੇ ਇਸ ਚੀਜ਼ ਨੂੰ ਸੋਚਦੇ ਹਾਂ ਕਿ ਵੀ ਹਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਅਸੀਂ ਸੁਰਖਰੂ ਹੋ ਗਏ ਹਾਂ, ਅਸੀਂ ਬਹੁਤ ਵੱਡਾ ਕੰਮ ਕਰ ਦਿੱਤਾ। ਪਰ ਉਹ ਇੱਕ ਦਿਨ ਲਈ ਨਹੀਂ ਹੁੰਦਾ, ਉਹ ਅਸਲ 'ਚ ਸਿਰਫ ਤੇ ਸਿਰਫ ਰਿਮਾਈਂਡਰ ਹੁੰਦਾ ਕਿ ਅਸੀਂ ਰੋਜ਼ ਇਹ ਗੱਲਾਂ ਯਾਦ ਰੱਖੀਏ। ਧੰਨਵਾਦ ਤੁਹਾਡਾ। ਬਿਲਕੁਲ ਧੰਨਵਾਦ ਜੀ। ਹਾਕਮ ਭੁੱਲਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਦੋਨੋਂ ਤੁਹਾਡੇ ਗੈਸਟ ਨੂੰ ਵੀ ਸਲੂਟ ਹੈ। ਥੈਂਕ ਯੂ ਜੀ। ਬਿਲਕੁਲ ਮੈਂ 2-3 ਗੱਲਾਂ ਇਹਦੇ 'ਚ ਬਰੀਫ 'ਚ ਹੀ ਐਡ ਕਰਦਾ ਕਿ ਵੀ ਬੇਸਿਕਲੀ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਆ ਨਾ, ਜਿਸ ਤਰ੍ਹਾਂ ਪ੍ਰਿੰਸ਼ੂ ਨੇ ਕਿਹਾ ਵੀ ਉਹ ਜ਼ਿਆਦਾ ਸੋਚਦੇ ਆ ਮੇਲ ਜਦੋਂ ਫੀਮੇਲ ਦੇ ਡਰੈਸ 'ਚ ਹੁੰਦਾ ਹੈ ਜਿਹਨੂੰ ਕਹਿੰਦੇ ਪ੍ਰੋਸਟੀਚਿਊਟ ਵਾਂਗੂ, ਨਹੀਂ ਉਹਦੇ ਨਾਲੋਂ ਜ਼ਿਆਦਾ ਆਮ ਲੋਕਾਂ ਦੀ ਜਿਹੜੀ ਧਾਰਨਾ ਪੁਰਾਣੇ ਲੋਕਾਂ ਦੀ ਬਣੀ ਹੁੰਦੀ ਹੈ। ਕਈ ਉਹਨੂੰ ਧਾਰਮਿਕ ਤੌਰ ਤੇ ਲੈ ਲੈਂਦੇ ਆ, ਕਈ ਉਹਨੂੰ ਲੈਂਦੇ ਆ ਵੀ ਨਹੀਂ ਇਹ ਕੋਈ ਸਿਕਨੈਸ ਹੈ, ਇਹ ਬਿਮਾਰੀ ਹੈ, ਇਹਨਾਂ ਦੇ 4 ਛਿੱਤਰ ਮਾਰੋ ਇਹ ਠੀਕ ਹੋ ਜਾਂਦੇ ਆ, ਹਨਾ। ਪਰ ਉਹਨੂੰ ਇੱਕ ਪਾਰਟ ਆਫ ਸੁਸਾਇਟੀ ਨਹੀਂ ਸੋਚਦੇ ਕਿ ਕਿੰਨੇ ਧਰਮਾਂ ਤੋਂ ਲਾ ਲਓ ਸਾਰੇ, ਪਹਿਲਾਂ ਵੀ ਜਿਵੇਂ ਕਾਲਰ ਨੇ ਕਿਹਾ ਹਿੰਦੂ ਧਰਮ ਦੇ ਵਿੱਚ ਵੀ ਰਮਾਇਣ 'ਚ ਮਹਾਭਾਰਤ ਸਾਰੇ ਤੋਂ ਕਰੈਕਟਰ ਤੁਰੇ ਆਉਂਦੇ ਆ। ਸੈਕੰਡਲੀ ਆਪਾਂ ਇਹ ਨਹੀਂ ਰੀਅਲਾਈਜ਼ ਕਰਦੇ ਕਿ ਇਹ ਪ੍ਰਮਾਤਮਾ ਦਾ ਬਣਾਇਆ ਬੰਦਾ ਵੀ ਪ੍ਰਮਾਤਮਾ ਨੇ ਬਣਾਇਆ, ਲੇਡੀਜ਼ ਵੀ, ਟਰਾਂਸਜੈਂਡਰ ਵੀ, LGBT। ਜੇ ਕਿਸੇ ਦੇ ਹਾਰਮੋਨਲ ਪ੍ਰੋਬਲਮ ਉਹਦੀ ਬਚਪਨ ਤੋਂ ਹੈਗੀ ਹੈ, ਜੇ ਆਪਾਂ ਕਿਸੇ ਮੁੰਡੇ ਨੂੰ ਆਪਾਂ ਕਹਿੰਦੇ ਆ ਇਹ ਫੀਮੇਲ ਵਾਂਗੂ ਬਿਹੇਵ ਕਰ ਰਿਹਾ, ਇਹ ਕੁੜੀਆਂ ਵਾਂਗੂ ਗੱਲਾਂ ਕਰਦਾ, ਇਹ ਉਹਦਾ ਕਸੂਰ ਥੋੜੀ ਹੈ। ਉਹ ਜਿਹੜਾ ਤੁਹਾਡਾ ਅੱਲਾ ਵਾਹਿਗੁਰੂ ਰੱਬ ਹੈ ਉਹ ਨਹੀਂ ਬਣਾਇਆ ਉਹਨੂੰ। ਹਾਂਜੀ ਬਿਲਕੁਲ। ਉਹ ਨਹੀਂ ਉਹਦੇ ਹਾਰਮੋਨਾਂ ਦਾ ਚੇਂਜ ਕੀਤਾ ਉਹਨੂੰ, ਉਹ ਵੀ ਇੱਕੋ ਪਾਰਟ ਆਫ ਸੋਸਾਇਟੀ ਹੈ। ਸੋ ਸਾਨੂੰ ਇਹ ਐਕਸੈਪਟ ਕਰਨ ਦੀ ਲੋੜ ਹੈ ਵੀ ਇਹ ਰੱਬ ਦਾ ਹੀ ਬਣਾਇਆ ਸਾਰਾ ਕੁਛ ਹੈ, ਤੇ ਅਸੀਂ ਲੋਕ ਕੌਣ ਆਗੇ ਇਹਨਾਂ ਨੂੰ ਚੇਂਜ ਕਰਨ ਵਾਲੇ ਕਿ ਅਸੀਂ ਬੰਦੇ ਨੂੰ ਕਹਿ ਦਈਏ ਬੰਦਾ ਮਾੜਾ ਹੁੰਦਾ, ਲੇਡੀ ਮਾੜੀ ਹੁੰਦੀ ਹੈ। ਸੈਕਿੰਡ ਚੀਜ਼ ਜਿਹੜੀ ਮੈਂ ਲਾਸਟ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਿ ਵੀ ਆਮ ਨਾ ਪਿੰਡਾਂ ਦੇ ਵਿੱਚ ਜੇ ਤੁਸੀਂ ਜਿਹੜੀ ਮੇਲ ਸੁਸਾਇਟੀ ਆ ਆਪਣੀ, ਜੇ ਉਹਨਾਂ 'ਚ ਗੱਲ ਕਰੋ ਪੰਜਾਬੀ ਕਮਿਊਨਿਟੀ 'ਚ, ਸਕੂਲਾਂ ਦੇ ਵਿੱਚ ਵੀ, ਪਿੰਡਾਂ ਦੇ ਵਿੱਚ 1-2-4 ਬੱਚੇ ਆਪਾਂ ਨੂੰ ਪਤਾ ਹੁੰਦਾ ਗੇ ਆ ਬੱਚੇ। ਤੇ ਉਹ ਜਿਹੜਾ ਮੇਲ ਬੱਚਾ ਹੈ ਉਹ ਬੜੇ ਫਖਰ ਨਾਲ ਦੱਸੂਗਾ ਵੀ ਯਾਰ ਮੇਰਾ ਰਿਲੇਸ਼ਨਸ਼ਿਪ ਹੁੰਦਾ ਸੀ, ਉਹ ਫੀਮੇਲ ਗੇ ਸੀ, ਮੈਂ ਮੇਲ ਦੇ ਤੌਰ ਤੇ ਸੀਗਾ। ਪਰ ਉਹ ਐ ਨਹੀਂ ਰੀਅਲਾਈਜ਼ ਕਰਦੇ ਕਿ ਜੇ ਤੁਹਾਡਾ ਮੇਲ ਨੂੰ ਅਟਰੈਕਸ਼ਨ ਹੁੰਦੀ ਹੈ ਤਾਂ ਤੁਸੀਂ ਵੀ ਗੇ ਹੀ ਹੋ। ਤੁਸੀਂ ਕੋਈ ਬਹਾਦਰੀ ਵਾਲੀ ਗੱਲ ਨਹੀਂ ਹੈਗੀ ਵੀ ਜੇ ਤੁਸੀਂ ਆਹੀ ਗੱਲ ਦੱਸਣਾ ਚਾਹੁੰਦੇ ਹੋ ਤਾਂ ਉਹ ਬਹੁਤੇ ਲੋਕ ਇਹ ਰੀਅਲਾਈਜ਼ ਨਹੀਂ ਕਰਦੇ। ਇੰਡੀਆ ਦੇ ਵਿੱਚ ਜੀ ਇੱਕ ਕੰਸਟਰਕਟ ਬਣਿਆ ਹੋਇਆ ਹੈ, ਇੰਡੀਆ ਦੇ ਵਿੱਚ ਇੱਕ ਕੰਸਟਰਕਟ ਬਣਿਆ ਹੋਇਆ ਹੈ ਕਿ ਜੇ ਮੈਂ ਇੱਕ ਮੇਲ ਹਾਂ ਤੇ ਮੈਂ ਇੱਕ ਮੇਲ ਦਾ ਰੋਲ ਅਦਾ ਕਰ ਰਿਹਾ ਡਿਊਰਿੰਗ ਅ ਸੈਕਸ਼ੂਅਲ ਇੰਟਰਕੋਰਸ, ਤਾਂ ਮੈਂ ਮੇਲ ਹੀ ਹੈ, ਮੈਂ ਗੇ ਨਹੀਂ ਬਣਿਆ। ਬਟ ਰਿਐਲਿਟੀ ਦੇ ਵਿੱਚ ਉਹ ਇਨਸਾਨ ਵੀ ਇਕੁਅਲੀ ਗੇ ਹੀ ਹੈ, ਜਿਸ ਤਰ੍ਹਾਂ ਇਹ ਕਹਿ ਰਹੇ ਨੇ ਹਾਕਮ ਭੁੱਲਰ ਜੀ। ਹਾਕਮ ਭੁੱਲਰ ਜੀ, ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ। ਸ਼ੁਕਰੀਆ। ਤੇਜਿੰਦਰ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਨੂੰ ਮੈਂ ਥੈਂਕ ਯੂ ਜੀ। ਮੈਂ ਨਹੀਂ ਸਲੂਟ ਕਰਨਾ ਚਾਹੁੰਦਾ, ਇਹ ਜਿਹੜੇ ਵਿਸ਼ਾ ਬਹੁਤ ਵਧੀਆ, ਇਹ ਜ਼ਰੂਰ ਲਿਆਉਣਾ ਤੁਸੀਂ ਲਿਆਂਦਾ ਹੈ, ਬਹੁਤ ਤੁਹਾਡਾ ਧੰਨਵਾਦ। ਫਿਊਚਰ 'ਚ ਵੀ ਇਦਾਂ ਦੇ ਜ਼ਰੂਰ ਲਿਆਇਓ। ਥੈਂਕ ਯੂ ਜੀ। ਤੇ ਕਿਉਂਕਿ ਆਪਾਂ ਕੁਛ ਜਿਹੜੀਆਂ ਗੱਲਾਂ ਤੋਂ ਆਪਾਂ ਮਤਲਬ ਜਾਗਦੇ ਆ, ਸੰਗਦੇ ਆ, ਜਾਂ ਉੱਦਾਂ ਹੀ ਗੱਲ ਨਹੀਂ ਕਰਨੀ ਚਾਹੁੰਦੇ ਕਮਿਊਨਿਟੀ ਦੇ ਵਿੱਚ। ਮੈਂ ਬ੍ਰੈਂਪਟਨ ਤੋਂ ਕਾਲ ਕਰ ਰਿਹਾ ਜੀ। ਜੀ ਸ਼ੁਕਰੀਆ ਤੁਹਾਡਾ। ਤੇ ਉਹ ਮੈਂ ਇਹ ਸੋਚਦਾ ਵੀ ਇਹ ਗੱਲ ਤੁਸੀਂ ਜਿਹੜਾ ਹੱਥ ਪਾਇਆ ਇਦਾਂ ਦੇ ਮੁੱਦਿਆਂ ਤੇ ਬਹੁਤ ਵਧੀਆ ਆ। ਸਲੂਟ ਹੈ ਜੀ ਦੋਨਾਂ ਨੂੰ ਤੁਹਾਨੂੰ। ਥੈਂਕ ਯੂ ਸੋ ਮਚ ਜੀ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਤੁਹਾਡਾ। ਹਾਂਜੀ ਮਿਸਟਰ ਪੌਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਹਿੰਦਾ ਜਿਹੜਾ ਇਹ ਵੈਸਟਰਨ ਇਕਨੋਮਿਕ ਬੇਸ ਸਿਸਟਮ ਇਟਸ ਡਿਜ਼ਾਈਨ ਟੂ ਕਿਲ ਫੈਮਿਲੀ, ਸੋਸ਼ਲ, ਰਿਲੀਜੀਅਸ ਐਂਡ ਐਨਵਾਇਰਨਮੈਂਟ ਸੈਂਸ ਐਂਡ ਸੈਟ ਟੂ ਫੀਲ ਹਿਊਮਨ ਬੀਇੰਗ। ਹੁਣ ਇਹ ਬਹੁਤ ਪ੍ਰੋਪੇਗੈਂਡਾ ਕਰਦਾ ਫੈਮਿਲੀ, ਸੋਸ਼ਲ
ਰਿਲੀਜੀਅਸ ਸੈਂਸ ਆਪਣੀ ਦਾ ਪੈਦਾ ਨਹੀਂ ਹੋਣ, ਜੇ ਪੈਦਾ ਹੋ ਜਾਂਦਾ ਫਿਰ ਕਹਿੰਦੇ ਇਹਨੂੰ ਕਿਵੇਂ ਤੋੜ ਗਏ ਰਹੇ। ਹਾਂਜੀ ਵੀ ਇਹ ਤਦੇ ਕਰਕੇ ਜਿਹੜੀ ਇਹਨਾਂ ਨੂੰ ਵੈਪਨਾਂ ਦੀ ਲੋੜ ਪੈਂਦੀ, ਤਦੇ ਕਰਕੇ ਮੀਡੀਆ ਪ੍ਰੋਪੇਗੈਂਡਾ ਦੀ ਲੋੜ ਪੈਂਦੀ ਰਹੇ। ਵੀ ਜੇ ਕਿਸੇ ਚੀਜ਼ ਨੂੰ ਤੁਸੀਂ ਸਮਝਾਉਣਾ ਹੋਵੇ ਤੁਸੀਂ ਇੱਕ ਦੇ ਮਿੰਟ 'ਚ ਉਹਨੂੰ, ਹੁਣ ਜਿਵੇਂ ਆਪਣੇ ਇੰਡੀਆ ਦੀ ਕੋਈ ਸਿਵਿਲੇਸ਼ਨ ਹੈਗੀ ਹੈ, ਵੀ ਆਰ ਓਲਡੈਸਟ ਪੀਸਫੁਲ ਨੇਸ਼ਨ ਹੈਗੀ ਹੈ, ਹਾਂਜੀ ਵੀ ਆਪਾਂ ਨੂੰ ਕਿਸੇ ਨੂੰ ਲੋੜ ਨਹੀਂ ਪੈਂਦੀ ਵੀ ਆਪਾਂ ਨੂੰ ਕਿਸੇ ਨੂੰ ਸਮਝਾਉਣ ਦੀ, ਜੋ ਅਸੀਂ ਬਲੀਵ ਕਰਦੇ ਤੁਹਾਡੇ ਬੰਬ ਸੱਟਦੇ, ਅਸੀਂ ਤੁਹਾਡਾ ਗਲੀ ਕੱਟਦੇ ਨੇ, ਵੀ ਆਪਾਂ ਨੂੰ ਉਹ ਪਾਲ ਜੀ ਤੁਹਾਡਾ ਸਮਾਂ ਆਪਣੇ ਕੋਲ ਘੱਟ ਹੈ, ਥੋੜੀ ਗੱਲ ਪਲੀਜ਼ ਛੋਟੀ ਰੱਖਿਓ। ਹਾਂਜੀ ਹਾਂਜੀ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ ਹਿਊਮਨ ਆ ਉਹ ਸੋਸ਼ਲ ਹੈ ਨਾ, ਮਤਲਬ ਵੀ ਨੀਡ ਫੈਮਿਲੀ ਐਂਡ ਸੋਸ਼ਲ ਸੈਂਸ ਟੂ ਸਰਵਾਈਵ। ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ। ਬਾਕੀ ਕਾਲਰਸ ਕੋਲ ਮੈਂ ਮਾਫੀ ਚਾਹੁੰਦੀ ਹਾਂ ਕਿ ਹੋਰ ਜਿਹੜੀਆਂ ਕਾਲਸ ਰਹਿਣੀਆਂ ਮੇਰੇ ਲਈ ਔਖੀਆਂ ਹੋ ਰਹੀਆਂ ਨੇ। ਕਿਸ ਦਿਨ ਫਿਰ ਕੋਸ਼ਿਸ਼ ਕਰਾਂਗੇ ਕਿ ਪ੍ਰਿਆੰਸ਼ੂ ਦੇ ਨਾਲ ਇਹ ਗੱਲਬਾਤ ਆਪਾਂ ਜਾਰੀ ਰੱਖ ਸਕੀਏ, ਕਿਉਂਕਿ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਦੇ ਨੇ, ਆਪਣੇ ਕਲਚਰ ਦੇ ਵਿੱਚੋਂ ਇਹੀ ਗੱਲ ਕਰਦੇ ਨੇ, ਕਲਚਰਲ ਕੰਟੈਕਸਟ ਵੀ ਚੰਗੀ ਤਰ੍ਹਾਂ ਸਮਝਦੇ ਹੈਗੇ ਆ। ਥੈਂਕ ਯੂ ਜੀ। ਪ੍ਰਿਆੰਸ਼ੂ ਕੁਝ ਗੱਲਾਂ ਹੁਣ ਜੋਲਨ ਕੁਈਨ ਦੇ ਐਂਗਲ ਤੋਂ ਆਪਾਂ ਕਰ ਲਈਏ। ਤੁਹਾਡੀਆਂ ਵੀਡੀਓਜ਼ ਦੇਖੀਆਂ, ਬਹੁਤ ਤੁਸੀਂ ਪਿਆਰੇ ਲੱਗਦੇ ਹੋ, ਬਹੁਤ ਸੋਹਣੇ ਲੱਗਦੇ ਹੋ। ਬਹੁਤ ਮੈਂ ਜਦੋਂ ਵੀਡੀਓ ਦੇਖ ਰਹੀ ਸੀ ਮੇਰੇ ਮਨ 'ਚ ਸਵਾਲ ਆ ਰਹੀ ਸੀ ਕਿ ਵੀ ਇਹ ਜਿਹੜਾ ਤੁਹਾਡਾ ਮੇਕਅਪ ਹੈ ਜਾਂ ਤੁਹਾਡੀ ਜਿਹੜੀ ਡਰੈਸਿਸ ਹੈਗੀਆਂ ਉਹ ਕੋਈ ਡਿਜ਼ਾਈਨ ਕਰਦਾ ਹੋਊਗਾ, ਕਿ ਇਹੋ ਜਿਹਾ ਕੋਈ ਸਟਾਫ ਰੱਖਿਆ ਹੋਇਆ? ਹੂ ਡਜ਼ ਦੈਟ ਫॉर ਯੂ? ਮੋਸਟ ਆਫ ਦਾ ਟਾਈਮ 90% ਇਹ ਸਭ ਕੁਝ ਮੈਂ ਆਪ ਖੁਦ ਹੀ ਕਰਦਾ ਜੀ। ਅੱਛਾ। ਹਾਂਜੀ 10% ਚਾਂਸ ਹੁੰਦਾ ਜਦੋਂ ਇੱਕ ਹੋਰ ਡਰੈਗ ਕੁਈਨ ਹੈ ਰਾ, ਉਹ ਮੇਰਾ ਮੇਕਅਪ ਕਰ ਦਿੰਦੇ ਨੇ ਕਦੇ ਕਦੇ। ਅੱਛਾ। ਇੱਕ ਆਪਣੇ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਪਾਇਲ ਬਿਊਟੀ ਹਾਈਟਸ ਹੈ, ਉੱਥੋਂ ਦੀ ਇੱਕ ਲੜਕੀ ਹੈ, ਉਹਦਾ ਨਾਮ ਹੈ ਨੈਵ, ਉਹ ਮੈਨੂੰ ਕਾਫੀ ਸਪੋਰਟ ਕਰਦੀ ਹੈ ਅਤੇ ਉਹ ਮੈਨੂੰ ਕਾਫੀ ਹੈਲਪ ਕਰ ਦਿੰਦੀ ਹੈ ਕਦੇ ਕਦੇ ਜਦੋਂ ਮੈਂ ਰਸ਼ ਦੇ ਵਿੱਚ ਹੋਵਾਂ ਅਤੇ ਮੈਨੂੰ ਜਲਦੀ ਮੇਕਅਪ ਚਾਹੀਦਾ। ਬਟ ਯੂਜਲੀ 90% ਟਾਈਮ ਮੈਂ ਆਪਣਾ ਖੁਦ ਹੀ ਕਰਦਾ ਜੀ। ਡਿਜ਼ਾਈਨਰਸ ਜਿਹੜੇ ਆਊਟਫਿਟਸ ਨੇ ਤੁਸੀਂ ਮੇਰੀਆਂ ਦੇਖੀਆਂ ਹੋਣਗੀਆਂ, ਬਹੁਤ ਖੂਬਸੂਰਤ ਲਹਿੰਗੇ ਪਾਏ ਹੁੰਦੇ ਨੇ, ਸੂਟ ਪਾਏ ਹੁੰਦੇ ਨੇ, ਇਹ ਮੋਸਟਲੀ ਇੰਡੀਆ ਤੋਂ ਆਉਂਦੇ ਨੇ ਜੀ। ਅੱਛਾ। ਹਾਂਜੀ, ਇੰਡੀਆ ਤੋਂ ਕਸਟਮਾਈਜ਼ ਡਿਜ਼ਾਈਨ ਕਰਵਾਏ ਹੁੰਦੇ ਨੇ। ਸੋ ਜਿਹੜਾ ਮੇਰੇ ਲਹਿੰਗਾ ਪਾਇਆ ਉਹ ਤੁਹਾਨੂੰ ਦੁਨੀਆ ਦੇ ਵਿੱਚ ਹੋਰ ਕਿਤੇ ਨਹੀਂ ਦਿਖਦਾ ਜੀ। ਵਾਓ, ਕਸਟਮ ਬਣਵਾਉਂਦੇ ਹੋ ਤੁਸੀਂ? ਹਾਂਜੀ। ਪ੍ਰਿਆੰਸ਼ੂ ਹੋਰ ਕੀ ਡਰੀਮ ਰੱਖਦੇ ਹੋ? ਇਹ ਤਾਂ ਤੁਹਾਡਾ ਡਰੀਮ ਸੀ, ਤੁਸੀਂ ਡਰੈਗ ਕੁਈਨ ਬਣ ਗਏ, ਤੁਹਾਨੂੰ ਲੱਗਦਾ ਕਿ ਤੁਹਾਡਾ ਜਿਹੜਾ ਸਰੀਰ ਹੈ ਅਤੇ ਤੁਹਾਡੀ ਜੋ ਆਤਮਾ ਚਾਹੁੰਦੀ ਸੀ ਹੁਣ ਤੁਸੀਂ ਉਹ ਕਰ ਰਹੇ ਹੋ, ਕੈਨੇਡਾ ਦੇ ਵਿੱਚ ਬਿਲਕੁਲ ਖੁੱਲ੍ਹ ਕੇ ਕਰ ਰਹੇ ਹੋ। ਹਾਂਜੀ। ਕੋਈ ਹੋਰ ਪਲਾਨਸ ਵੀ ਹੈਗੀਆਂ? ਮੈਨੂੰ ਇਹ ਵੀ ਪਤਾ ਲੱਗਾ ਕਿ ਤੁਸੀਂ ਕਿੰਡਰਗਾਰਟਨ ਟੀਚਰ ਵੀ ਹੈਗੇ ਹੋ। ਹਾਂਜੀ। ਅਤੇ ਇਸ ਚੀਜ਼ ਦੀ ਮੈਨੂੰ ਜਾਣਕਾਰੀ ਨਹੀਂ ਸੀ। ਆਪਣੇ ਸੁਣਨ ਵਾਲਿਆਂ ਨੂੰ ਮੈਂ ਦੱਸਦੀ ਹਾਂ ਕਿ ਇਹ ਜਿਹੜਾ ਕੈਨੇਡਾ ਦਾ ਫੈਸ਼ਨ ਮੈਗਜ਼ੀਨ ਆ ਉਹਦੇ ਵਿੱਚ ਵੀ ਪਬਲਿਸ਼ ਹੋ ਚੁੱਕੇ ਹੈਗੇ। ਹਾਂਜੀ। ਮੇਰਾ ਜੋ ਮੇਨ ਡਰੀਮ ਹੈ ਜੀ, ਇੱਕ TV ਦੇ ਉੱਤੇ ਸ਼ੋਅ ਆਉਂਦਾ ਕ੍ਰੇਵ ਦੇ ਉੱਤੇ, ਕੈਨੇਡਾਜ਼ ਡਰੈਗ ਰੇਸ। ਅੱਛਾ। ਉਹ ਡਰੈਗ ਕੁਈਨਸ ਦਾ ਕੰਪੀਟੀਸ਼ਨ ਹੈ ਜਿਹਦੇ ਵਿੱਚ 11 ਤੋਂ 12 ਡਰੈਗ ਕੁਈਨਸ ਭਾਗ ਲੈਂਦੀਆਂ ਨੇ ਅਤੇ ਉਹ ਇੱਕ ਦੂਸਰੇ ਦੇ ਨਾਲ ਕੰਪੀਟੀਟ ਕਰਦੀਆਂ ਨੇ ਇਨ ਫੈਸ਼ਨ, ਸਿੰਗਿੰਗ, ਡਾਂਸ ਐਂਡ ਐਕਟਿੰਗ, ਐਵਰੀਥਿੰਗ ਐਲਸ। ਅੱਛਾ। ਤਾਂ ਤੁਹਾਨੂੰ ਉਹਦੇ ਵਿੱਚ ਕੱਪੜੇ ਵੀ ਬਣਾਉਣੇ ਪੈਂਦੇ ਨੇ, ਡਾਂਸ ਵੀ ਕਰਨਾ ਪੈਂਦਾ, ਗਾਣੇ ਵੀ ਗਾਉਣੇ ਪੈਂਦੇ ਨੇ, ਸਭ ਕੁਝ ਇੱਕ ਇਨਸਾਨ ਨੂੰ ਹੀ ਕਰਨਾ ਪੈਂਦਾ ਹੈ। ਅਤੇ ਵਿਨਰ ਨੂੰ ਜੀ $1 ਲੱਖ ਦਾ ਇਨਾਮ ਮਿਲਦਾ। ਅੱਛਾ। ਹੁਣ ਮੇਰਾ ਡਰੀਮ ਇਹ ਹੈ ਕਿ ਮੈਂ ਉਸ ਸ਼ੋਅ ਦੇ ਵਿੱਚ ਜਾਵਾਂ, ਮੈਂ ਉਸ ਸ਼ੋਅ ਦੇ ਵਿੱਚ ਜਿਹੜੀ ਵੀ ਮੈਨੂੰ ਉਹ ਥੀਮ ਦੇਣ, ਮੈਂ ਉਹਨੂੰ ਪੰਜਾਬੀਅਤ ਦੇ ਨਾਲ ਉੱਥੇ ਪੇਸ਼ ਕਰਾਂ। ਅੱਛਾ। ਕਹਿੰਦੇ ਪੰਜਾਬੀ ਅਤੇ ਪੰਜਾਬੀਅਤ ਸਦਾ ਜ਼ਿੰਦਾ ਰਹਿਣ, ਅਤੇ ਉਹ ਚੀਜ਼ ਕਰਨ ਦੀ ਮੈਂ ਟਰਾਈ ਕਰ ਰਿਹਾ ਜੀ। ਅਤੇ ਜੇ ਰੱਬ ਨੇ ਸਾਥ ਦਿੱਤਾ ਅਤੇ ਆਪਾਂ ਉਹ ਸ਼ੋਅ ਜਿੱਤ ਗਏ ਤਾਂ ਜਿਹੜਾ $1 ਲੱਖ ਮੈਨੂੰ ਮਿਲੂਗਾ, ਉਹਦੇ ਨਾਲ ਮੈਂ ਇੱਕ ਗੇ ਕਲੱਬ ਖੋਲ੍ਹਣਾ ਚਾਹੁੰਦਾ ਜੀ, ਬੈਕ ਹੋਮ ਇਨ ਬਠਿੰਡਾ। ਅੱਛਾ। ਹਾਂਜੀ। ਦੇਖੋ, ਮੇਰਾ ਬਿਜ਼ਨਸ ਹੋ ਜਾਊਗਾ, ਮੈਨੂੰ ਪੈਸੇ ਆਉਣਗੇ, ਪਰ ਮੇਰੇ ਲੋਕਾਂ ਦੀ ਸਪੇਸ ਹੋ ਜੂਗੀ ਜਿੱਥੇ ਉਹ ਜਾ ਕੇ ਬੈਠ ਕੇ ਇੱਕ ਦੂਸਰੇ ਨਾਲ ਗੱਲ ਕਰ ਸਕਦੇ ਨੇ, ਜਿੱਥੇ ਜਾ ਕੇ ਡਾਂਸ ਕਰ ਸਕਦੇ ਨੇ, ਖਾ ਪੀ ਸਕਦੇ ਨੇ। ਸੋ ਦੈਟਸ ਮਾਈ ਡਰੀਮ। ਇਸ ਤੋਂ ਇਲਾਵਾ ਸਾਡੇ ਸੁਣਨ ਵਾਲਿਆਂ ਨੂੰ ਹੋਰ ਕੋਈ ਤੁਸੀਂ ਗੱਲ ਕਹਿਣੀ ਚਾਹੁੰਦੇ ਹੋਵੋ? ਮੈਂ ਬਸ ਇੱਕੋ ਗੱਲ ਹੀ ਕਹਿਣੀ ਚਾਹੁੰਦਾ ਜੀ ਕਿ ਤੁਸੀਂ ਜਦੋਂ ਕਿਸੇ ਇਨਸਾਨ ਨੂੰ ਮਿਲਦੇ ਹੋ, ਭਾਵੇਂ ਉਹ ਗੇ ਹੈ, ਭਾਵੇਂ ਉਹ ਲੈਸਬੀਅਨ ਹੈ, ਭਾਵੇਂ ਉਹ ਸਟ੍ਰੇਟ ਹੈ, ਭਾਵੇਂ ਉਹ ਟਰਾਂਸ ਹੈ, ਤੁਸੀਂ ਉਸ ਇਨਸਾਨ ਨੂੰ ਜਦੋਂ ਮਿਲੋ ਤਾਂ ਉਹ ਤੁਹਾਡੇ ਨਾਲ ਜਿੱਦਾਂ ਬਿਹੇਵ ਕਰ ਰਹੇ ਨੇ ਉਸ ਤਰ੍ਹਾਂ ਤੁਸੀਂ ਉਹਨਾਂ ਨਾਲ ਬਿਹੇਵ ਕਰੋ। ਰਾਦਰ ਦੈਨ ਤੁਸੀਂ ਇੱਕ ਇਨਸਾਨ ਨੂੰ ਮਿਲ ਰਹੇ ਹੋ ਅਤੇ ਪਹਿਲਾਂ ਤੁਸੀਂ ਆਪਦੇ ਦਿਮਾਗ 'ਚ ਬਣਾ ਲਿਆ ਵੀ ਇਹ ਮੁੰਡਾ ਹੈ, ਮੈਂ ਇਹਨਾਂ ਮੁੰਡਿਆਂ ਵਾਂਗੂ ਗੱਲ ਕਰਨੀ ਹੈ, ਕੁੜੀ ਹੈ, ਮੈਂ ਇਹਨਾਂ ਕੁੜੀਆਂ ਵਾਂਗੂ ਗੱਲ ਕਰਨੀ ਹੈ, ਅਤੇ ਇਹ ਗੇ ਹੈ ਅਤੇ ਮੈਂ ਇਹਨਾਂ ਗੇ ਵਾਂਗੂ ਗੱਲ ਕਰਨੀ ਹੈ। ਨਹੀਂ, ਤੁਸੀਂ ਆਪਦੇ ਦਿਮਾਗ ਦੇ ਵਿੱਚ ਪਹਿਲਾਂ ਸੋਚੋ ਕਿ ਇਹ ਹਿਊਮਨ ਹੈ। ਮੈਂ ਜਦੋਂ ਹੁਣ ਤੁਹਾਡੀ ਇਹ ਗੱਲ ਸੁਣ ਰਹੀ ਹਾਂ ਨਾ, ਹਾਂਜੀ, ਆਪਾਂ ਇਹ ਦੇਖੋ ਔਰਤਾਂ, ਆਦਮੀ ਜਾਂ ਹੁਣ ਜਿਹੜੀਆਂ ਕਮਿਊਨਿਟੀਜ਼ ਦਾ ਤੁਸੀਂ ਵੀ ਜ਼ਿਕਰ ਕਰਕੇ ਹਟੇ ਹੋ, ਸਾਡੇ ਵਿੱਚ ਕਿਸ ਤਰ੍ਹਾਂ ਦੀ ਸਟਰਗਲ ਚੱਲ ਰਹੀ ਆ। ਅਸੀਂ ਸਾਰੇ ਆਪਣੀ ਪਹਿਚਾਣ ਦੀ ਸਟਰਗਲ ਦੇ ਵਿੱਚ ਹਾਂ, ਔਰਤਾਂ ਖਾਸ ਕਰਕੇ, ਕਿਉਂਕਿ ਆਪਾਂ ਮੈਜੋਰਿਟੀ ਜਿਹੜੀਆਂ ਸੁਸਾਇਟੀਜ਼ ਆ ਉਹਨਾਂ ਨੂੰ ਮੇਲ ਡੋਮੀਨੇਟਿਡ ਸੁਸਾਇਟੀ ਮੰਨਦੇ ਆਏ ਆ, ਆਪਣੇ ਇਹ ਤਜਰਬੇ ਆ। ਔਰਤਾਂ ਦੀਆਂ ਆਪਣੀਆਂ ਸਟਰਗਲਸ ਆ, ਉਹਨਾਂ ਦੀ ਵੀ ਆਪਣੀ ਆਈਡੈਂਟਿਟੀ ਦੇ ਲਈ ਹੀ ਇੱਕ ਸਟਰਗਲ ਹੈਗੀ ਆ।
ਹੁਣ ਜਿਹੜੀ ਚੀਜ਼ ਤੁਸੀਂ ਮੈਂਸ਼ਨ ਕਰ ਰਹੇ ਹੋ ਉਹ ਵੀ ਆਇਡੈਂਟੀ ਦੀ ਸਟਰਗਲ ਹੈ। ਹਾਂਜੀ। ਤੀਜੀ ਚੀਜ਼ ਆਪਾਂ ਇਹ ਬਾਰ-ਬਾਰ ਇਹ ਕਹਿੰਦੇ ਆ ਕਿ ਅਸੀਂ ਦੂਸਰਿਆਂ ਦੇ ਨਾਲ ਉਹੋ ਜਿਹਾ ਬਿਹੇਵੀਅਰ ਕਰੀਏ ਜਿਹੋ ਜਿਹਾ ਬਿਹੇਵੀਅਰ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਅਗਲੇ ਸਾਡੇ ਨਾਲ ਕਰਨ। ਹਾਂਜੀ, ਸਿੰਪਲ ਜਿਹਾ ਫਾਰਮੂਲਾ ਹੈ, ਬਿਲਕੁਲ ਸਿੰਪਲ ਫਾਰਮੂਲਾ ਜੀ। ਇਹਦੇ ਵਿੱਚ ਕੋਈ ਹੈ ਹੀ ਨਹੀਂ ਕਿ ਵੀ ਕੌਣ ਕਿਹੜੀ ਕਮਿਊਨਿਟੀ ਦੇ ਨਾਲ ਆ, ਕਿਹੜੇ ਨੇਸ਼ਨ ਤੋਂ ਆ, ਪਿੰਡ ਤੋਂ ਆ, ਸ਼ਹਿਰ ਤੋਂ ਆ, ਜਾਂ ਉਹ ਕਿੱਥੋਂ ਆ। ਬਿਲਕੁਲ। ਜਿਹੜਾ ਬਿਹੇਵੀਅਰ ਅਸੀਂ ਚਾਹੁੰਦੇ ਹਾਂ ਕਿ ਦੂਜੇ ਸਾਡੇ ਨਾਲ ਕਰਨ, ਅਸੀਂ ਉਹਨਾਂ ਦੇ ਨਾਲ ਉਹੋ ਜਿਹਾ ਬਿਹੇਵੀਅਰ ਕਰੀਏ। ਬਿਲਕੁਲ ਜੀ। ਫਿਰ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇੰਨਾ ਵਧੀਆ ਹੁਕਮ ਦਿੱਤਾ ਹੋਇਆ ਕਿ ਏਕ ਨੂਰ ਸੇ ਸਭ ਜਗ ਉਪਜਿਆ, ਹਾਂਜੀ, ਕੌਣ ਭਲੇ ਕੋ ਮੰਦੇ। ਪਰ ਅਸੀਂ ਇਹਨੂੰ ਪ੍ਰਚਾਰਦੇ ਹਾਂ, ਪ੍ਰੈਕਟਿਸ 'ਚ ਬਹੁਤ ਘੱਟ ਲੈ ਕੇ ਆਉਂਦੇ ਹਾਂ। ਬਿਲਕੁਲ ਜੀ, ਬਿਲਕੁਲ। ਹੋਰ ਕੋਈ ਗੱਲ ਜਿਹੜੀ ਤੁਸੀਂ ਕਰਨੀ ਚਾਹੁੰਦੇ ਹੋਵੋ ਮੈਂ ਪੁੱਛ ਨਾ ਸਕੀ ਹੋਵਾਂ? ਬਸ ਇੱਕ ਗੱਲ ਕਹਿਣਾ ਚਾਹੁੰਦਾ ਜੀ, ਬੀ ਕਾਈਂਡ ਐਂਡ ਬੀ ਹੰਬਲ। ਜਦੋਂ ਤੁਸੀਂ ਕਾਈਂਡ ਹੋ, ਹੰਬਲ ਹੋ ਅਤੇ ਆਪਦੇ ਆਪ ਦੇ ਵਿੱਚ ਪੋਜ਼ੀਟਿਵਿਟੀ ਰੱਖਦੇ ਹੋ ਤਾਂ ਲੋਕ ਤੁਹਾਨੂੰ ਆਪਦੇ ਆਸ-ਪਾਸ ਲੈ ਕੇ ਆਉਣਾ ਚਾਹੁੰਦੇ ਨੇ। ਬਸ ਜਸਟ ਬੀ ਕਾਈਂਡ ਐਂਡ ਹੰਬਲ ਅਤੇ ਤੁਸੀਂ ਦੁਨੀਆ ਸਫਲ ਕਰ ਲਓਗੇ। ਅੱਜ ਦੇ ਇਸ ਪ੍ਰੋਗਰਾਮ 'ਚ ਆਪਣੇ ਦਿਲ ਦੀਆਂ ਗੱਲਾਂ, ਆਪਣੀ ਰੂਹ ਦੀਆਂ ਗੱਲਾਂ ਖੁੱਲ੍ਹ ਕੇ ਸਾਡੇ ਨਾਲ ਸਾਂਝੀਆਂ ਕੀਤੀਆਂ ਤੁਸੀਂ ਪ੍ਰਿਆੰਸ਼ੂ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਆਲ ਦਾ ਬੈਸਟ। ਥੈਂਕ ਯੂ। ਅੱਜ ਇੰਨੀ ਗੱਲਬਾਤ। ਕੋਈ ਤੁਸੀਂ ਫੀਡਬੈਕ ਦੇਣੀ ਹੋਵੇ ਮੈਨੂੰ navjot@sherpunjabradio.ca 'ਤੇ ਈਮੇਲ ਕਰ ਸਕਦੇ ਹੋ।